ਉਹਦੇ ਗਾਲ ਨੂੰ ਮੈਂ ਗਾਨੀ ਜਿਹੜੀ ਦਿੱਤੀ ਸੀ ਨਿਸ਼ਾਨੀ, ਉਹਦੀ ਹੈਕ ਨਾਲ ਜਦੋਂ ਟਕਰਾਉਂਦੀ ਹੋਵੇਗੀ ਉਹਨੂੰ ਯਾਦ ਤਾਂ ਜ਼ਰੂਰ। ਉਸ ਸਮੇਂ 5.5 ਘੰਟੇ ਗਾਇਆ ਸੀ। ਉਦਣ ਹੰਸਰਾਜ ਜੀ ਬੇਜ ਦੇ ਕਾਇਲ ਹੋਏ ਸੀ, ਕਹਿੰਦਾ ਜੱਟਾ ਤੇਰੀ ਤਕਦੀਰ ਦੇ ਪੈਰੀ ਹੱਥ ਲਾਉਣਾ ਤੇਰੇ ਨੇ। ਉਹਨੂੰ ਯਾਦ ਤਾਂ ਜ਼ਰੂਰ ਮੇਰੀ ਆਉਂਦੀ ਹੋਵੇਗੀ, ਉਹਨੂੰ ਯਾਦ ਤਾਂ ਜ਼ਰੂਰ। ਫਿਰ ਮਾਪਿਆਂ ਦਾ ਮੇਜਰ ਸਿੰਘ ਜਦੋਂ ਮੇਜਰ ਰਾਜਸਥਾਨੀ ਬਣ ਜਾਂਦਾ ਆ, ਦੁਨੀਆ ਦੇ ਵਿੱਚ ਨਾਮ ਹੁੰਦਾ ਆ, ਉਸ ਤੋਂ ਬਾਅਦ ਫਿਰ ਘਰਦਿਆਂ ਦਾ ਰਿਐਕਸ਼ਨ ਰਿਸਪੌਂਸ ਕਿੱਦਾਂ ਦਾ ਸੀ? ਬਹੁਤ ਵਧੀਆ ਸੀ ਜੀ, ਬਹੁਤ ਵਧੀਆ। ਉਹਨਾਂ ਨੇ ਉਹ ਕਰਿਆ, ਫਿਰ ਸਾਰੇ ਐਂ ਕਹਿ ਦਿੰਦੇ ਸੀ ਵੀ ਹਾਂਜੀ ਇਹ ਸਾਡਾ ਰਾਜਸਥਾਨੀ ਆ। ਅਸੀਂ ਸਾਜੀਆਂ ਨੂੰ ਨਰਮੇ ਦੇ ਵਿੱਚ ਬਹਿ ਕੇ 2-2.5 ਘੰਟੇ ਡੀਕਿਆ ਜੀ। ਉਹ ਜਦੋਂ ਅਸੀਂ ਸੁਨੇਹਾ ਭੇਜਿਆ ਵੀ ਸਾਜੀਆਂ ਦਾ ਪਤਾ ਕਰੋ, ਉਹ ਕਹਿੰਦੇ ਆ ਜਾਓ, ਨਾਗਰ ਕਹਿੰਦਾ ਆ ਜਾਓ ਮਾਮਾ ਆ ਜਾਓ, ਉੱਥੇ ਬੈਠੇ ਨੇ ਕੰਜਰ ਉਹ ਤਾਂ। ਫਿਰ ਉਦੋਂ ਬਾਈ ਜੀ ਖਾਲ ਦੇ ਕਿਨਾਰੇ ਬੈਠੇ ਸੀ। ਉਦੋਂ ਫਿਰ ਮੈਂ ਬਾਈ ਜੀ ਨੂੰ ਟਿੱਚਰ ਦੇ ਵਿੱਚ ਗਾਇਆ ਸੀ, ਜਾਂ ਮਿਲ ਲਿਆ ਝੱਲੀਏ ਨਹੀਂ ਯਾਰ ਤੇਰਾ ਬੈਠਾ ਹੈ ਖਾਲ ਕਿਨਾਰੇ। ਕਿ ਸ਼ਾਇਦ ਅਗਰ ਕੁਛ ਟਾਈਮ ਸਾਨੂੰ ਹੋਰ ਮਿਲਦਾ, ਮੈਂ ਉਹਨਾਂ ਦੇ ਨਾਲ ਰਹਿੰਦਾ, ਸੋਰਾ ਮੈਨੂੰ ਉਹ ਗਾਈਡ ਕਰਦੇ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਸ਼ਾਇਦ ਉਹ ਕੀ ਚਾਹੁੰਦੇ ਸੀ, ਮੈਂ ਕੀ ਬਣਾ ਕੀ ਨਹੀਂ ਬਣਾ। ਟਾਈਮ ਹੀ ਬਹੁਤ ਘੱਟ ਮਿਲਿਆ ਸਾਨੂੰ। ਕਹਿੰਦੀ ਵੇ ਡੁੱਬ ਜਾਣਿਓ, ਜਿਹੜੀ ਕੁੜੀ ਦਾ ਵਿਆਹ ਉਹਦਾ ਨਰਮਾ ਚੁਗਦੀ ਫਿਰਦੀ ਆ, ਅਗਲੇ ਮਹੀਨੇ ਦੀ ਆਹੀ ਤਰੀਕ ਹੈ। ਜੀ ਜੀ। ਇਹ ਮੇਰੇ ਭਾਈ ਸਾਹਿਬ ਨੇ 1 ਮਹੀਨਾ ਪਹਿਲਾਂ ਹੀ ਐਡਵਾਂਸ ਵੀ ਬੁੱਕ ਕਰ ਲਿਆ ਸੀ, ਅਸੀਂ 1 ਮਹੀਨਾ ਪਹਿਲਾਂ ਚਲੇ ਗਏ ਸੀ। ਇੱਕ ਰਿਕਾਰਡ ਕਹਿੰਦੇ ਹੋਰ ਉਹਨਾਂ ਦੇ ਨਾਮ ਆ ਕੇ ਇੱਕ ਖਾੜੇ ਦੇ ਵਿੱਚ 5-5 6-6 ਘੰਟੇ ਗਾਈ ਜਾਂਦੇ ਸੀ। ਹਟਾਉਂਦੇ ਹੁੰਦੇ ਵਾਹ ਜੀ ਵਾਹ। ਟਾਈਮ ਤਾਂ ਦੇਖਦੇ ਹੀ ਨਹੀਂ ਹੁੰਦੇ ਸੀ। ਜਦੋਂ ਸਾਜੀ ਥੱਕ ਜਾਂਦੇ, ਜਦੋਂ ਹੱਥ ਪੰਨ ਉਦੋਂ ਕਹਿ ਦਿੰਦੇ ਭਾਈ ਬਹੁਤ ਟਾਈਮ। ਇਹੋ ਜਿਹਾ ਸਮਾਂ ਸੀ ਜਦੋਂ 10 ਏਕੜ ਜ਼ਮੀਨ ਵਾਲੇ ਨੂੰ ਇੱਕ ਆੜ੍ਹਤੀਆ ਲੱਖ ਰੁਪਈਆ ਨਹੀਂ ਦਿੰਦਾ ਸੀ, ਅਸੀਂ ਚੱਕ ਕੇ ਲੈ ਜਾਂਦੇ ਸੀ ਵੀਰੇ। ਸਾਡੇ ਤਾਂ ਕੋਈ ਕਿਸਮਤੀ ਘਾਟਾ ਦੇਗੀ, ਸਫ਼ਰ ਬਹੁਤ ਲੰਬਾ ਸੀ, ਸਾਡਾ ਸਮਾਂ ਥੋੜ੍ਹਾ ਮਿਲਿਆ। ਗੁੜੀਆ ਨੂੰ ਮੈਂ ਲੈ ਆਈ ਜੀ ਬਾਹਰ, ਤੇ ਬੇਟਾ ਸੁੱਤਾ ਪਿਆ ਸੀ, ਨਾਲ ਹੀ ਸੁੱਤਾ ਸੀ ਉਹਨਾਂ ਦੇ। ਜੀ ਜੀ। ਵੀ ਸਾਨੂੰ ਬਿਲਕੁਲ ਵੀ ਐਂ ਪਤਾ ਨਹੀਂ ਸੀ ਵੀ ਐਵੇਂ ਗੱਲ ਹੋਈ ਪਈ ਹੈ। 2260 ਰੁਪਈਆਂ ਦੀ ਰੋਟੀ ਖਾਧੀ ਜੀ। 2260 ਰੁਪਈਏ ਬਾਈ ਦੇ ਕੇ ਕਹਿੰਦਾ ਚੱਕ 200 ਰੁਪਈਆ ਪਾਲ ਹੋਰ। ਹਾਂ, ਇਹਨਾਂ ਨੂੰ ਇਕੱਲੇ ਨੂੰ ਦੁੱਧ ਦਾ ਗਲਾਸ ਪਿਆ। ਜੀ ਵਾਹ ਜੀ ਵਾਹ। ਸਾਡੇ ਅੱਖਾਂ 'ਚੋਂ ਪਾਣੀ ਆ ਗਿਆ ਉਸ ਟਾਈਮ ਕਿ ਅਸੀਂ ਹੁੱਬ ਕੇ 2260 ਲਵਾਏ ਸੀ। ਚੱਟ ਦਾ ਜਾਨ ਮਾਰਦਾ ਫਿਰਦਾ ਸਾਡੇ ਤੇ। ਬਾਈ ਕਿਹੜੇ ਟਾਈਮ ਦੀ ਗੱਲ ਆ ਇਹ? ਇਹ 98 ਦੀ। 98 ਦੇ ਵਿੱਚ 2260 ਬੜੀ ਵੱਡੀ ਗੱਲ। ਬਹੁਤ ਵੱਡੀ ਗੱਲ ਸੀ। 2260 ਮੈਂ ਵਾਂ ਜੀ। ਜੀ। ਉਹਨੂੰ ਛੱਡ ਕੇ ਤੁਰਿਆ ਈ ਤੇਰੇ ਤੇ ਆਸ਼ਿਕ ਸੀ ਜੋ ਚਿਰਦਾ, ਗਲ ਪਾਟੇ ਲੀੜੇ ਨੀ ਵਿਹਾਂ ਵਿੱਚ ਪਾਗਲ ਹੋਇਆ ਫਿਰਦਾ। ਨਾ ਤੇਰਾ ਹੀ ਜਪਦਾ ਮੁੰਡੇ ਤੇ ਇਸ਼ਕ ਹੋ ਗਿਆ ਪਾਰੂ, ਤੇਰੇ ਗਮ ਵਿੱਚ ਨੀ ਕੁੜੀਏ ਲੱਗ ਗਿਆ ਪੀਣ ਨਮਾਣਾ ਦਾਰੂ, ਤੇਰੇ ਗਮ ਵਿੱਚ ਨੀ ਝੱਲੀਏ ਲੱਗ ਗਿਆ ਪੀਣ ਨਮਾਣਾ ਦਾਰੂ। ਬਾਈ ਜੀ ਕਹਿੰਦੇ ਜੇ ਮੇਰੇ ਤੋਂ ਕਮਾਉਣਾ ਪੈਸੇ ਸੁੱਟਣ ਨੂੰ ਹਟ ਜਾਓ। ਜੀ। ਜੇ ਪੈਸੇ ਸੁੱਟ ਰਹੇ ਮੈਂ ਗਾਉਂਦਾ ਨਹੀਂ, ਕਿਉਂਕਿ ਸਾਡੇ 2 ਬੰਦਿਆਂ ਦੇ ਚੁੱਕ ਪੈਣ ਵਾਲੀ ਹੋ ਗਈ ਸੀ। 1,18,000 ਰੁਪਇਆ ਸੀ ਨਾਮ ਦਾ ਲੈ ਕੇ ਆਏ ਸੀ। ਇੰਨੀ ਗੱਲ ਦਾ ਜੀ ਮੈਂ ਕੰਪਨੀ ਵਾਲੇ ਕਹਿੰਦੇ ਸੁਣਿਆ ਵੀ ਇੱਕ ਟਰੱਕ ਜਦੋਂ ਆਉਂਦਾ ਸੀ, ਇੱਕ ਟਰੱਕ ਪਹਿਲੇ ਦਿਨ ਹੀ ਵਿਕ ਜਾਂਦਾ ਸੀ। ਜੀ। ਮੇਰੇ ਯਾਦ ਹੈ ਉਹ ਟਾਈਮ ਪੰਛੀ ਵੀ ਰੋਏ ਸੀ ਰਾਮਬਾਗ 'ਚ। ਕੁਲਦੀਪ ਮਾਨਕ ਜੀ ਨੇ ਤਾਂ ਮਾਰੀ ਆ, ਕਹਿੰਦੇ ਇਹਨੂੰ ਕਹਿੰਦੇ ਆ ਪੰਛੀ ਰੋਂਦੇ, ਕਹਿੰਦਾ ਅੱਜ ਪੰਛੀ ਰੋ ਰਹੇ ਨੇ। 4 ਖਾੜੇ ਇੱਕ ਦਿਨ ਦੇ ਭੁਗਤਾਉਣ ਦਾ ਰਿਕਾਰਡ ਮੈਂ ਸੁਣਿਆ ਤਾਂ ਨਹੀਂ, ਮੈਨੂੰ ਨਹੀਂ ਪਤਾ ਹੋਰ ਰਿਕਾਰਡਾਂ ਬਾਰੇ, ਪਰ ਮੇਜਰ ਰਾਜਸਥਾਨੀ ਜੀ ਦੇ ਨਾਂ ਹੀ ਹੈ। 4 ਮੈਂ ਭੁਗਤਾਏ ਨੇ ਨਾਲ। ਜੋ ਟੇਪ ਕਰਨਗੇ, ਇੱਕ ਤਾਂ ਟੇਪ ਕਰਨਗੇ ਜੀ, ਇਹ ਬਾਗ 35-40 ਗਏ ਟਰਾਲੀ ਭਰ ਕੇ। ਉਹ ਕਹਿੰਦੇ ਬੁੱਪਾਰੇ ਵਰਗੇ ਕਹਿੰਦੇ ਫਿਰ ਕੀ ਨਾਂ ਰੱਖੀਏ, ਸ਼ਾਇਦ ਉਹਦੇ ਦੁੱਲੋਂ ਵਾਲੇ ਸੀ, ਪਤਾ ਨਹੀਂ ਕੀ ਨਾਂ ਰੱਖੀਏ। ਉਹ ਅਖਬਾਰ ਪੜ੍ਹਦੇ ਸੀ, ਅਤੁਲ ਸ਼ਰਮਾ ਜੀ, ਉਹਦੇ ਆਇਆ ਵੀ ਕੋਈ ਰਾਜਸਥਾਨੀ ਦਾ ਕੋਈ ਨਾਂ ਆਇਆ, ਕਹਿੰਦਾ ਯਾਰ ਇੱਕ ਰਾਜਸਥਾਨੀ ਆ ਵੀ ਆ, ਕਹਿੰਦਾ ਇਹਦਾ ਨੂੰ ਵੀ ਰਾਜਸਥਾਨੀ ਰੱਖ ਲਓ। RMB ਟੈਲੀਵਿਜ਼ਨ ਦੇ तमाम ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ। ਮੈਂ ਜਸ ਕਰੇਵਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਾਸ ਮੁਲਾਕਾਤ। ਅੱਜ ਅਸੀਂ ਆਪਣੇ ਆਪ ਨੂੰ ਭਾਗਾਂ ਵਾਲਾ ਮਹਿਸੂਸ ਕਰ ਰਹੇ ਹਾਂ, ਕਿਉਂਕਿ ਅੱਜ ਅਸੀਂ ਜਿਸ ਘਰ ਦੇ ਵਿੱਚ ਖੜ੍ਹੇ ਹਾਂ, ਜਿਸ ਗ੍ਰਹਿ ਦੇ ਵਿੱਚ ਖੜ੍ਹੇ ਹਾਂ, ਇਹ ਗ੍ਰਹਿ ਆ ਮੇਜਰ ਰਾਜਸਥਾਨੀ ਹੋਰਾਂ ਦਾ। ਪੰਜਾਬੀ ਸੰਗੀਤ ਜਗਤ ਦੇ ਉਦਾਸ ਗੀਤਾਂ ਦੇ ਬਾਦਸ਼ਾਹ ਹੋਏ ਨੇ। ਉਹ ਖੁਦ ਭਾਵੇਂ 1999 ਦੇ ਵਿੱਚ ਜਿਹੜਾ ਆ ਦੁਨੀਆ ਨੂੰ, ਸੰਸਾਰ ਨੂੰ ਅਲਵਿਦਾ ਕਹਿ ਗਏ, ਪਰ ਉਹਨਾਂ ਦੇ ਗੀਤ ਅੱਜ ਵੀ ਜਿਹੜੇ ਆ ਸਰੋਤਿਆਂ ਦੇ, ਉਹਨਾਂ ਦੇ ਪਿਆਰ ਕਰਨ ਵਾਲਿਆਂ ਦੇ ਦਿਲਾਂ ਦੇ ਵਿੱਚ ਜਿਉਂਦੇ ਤਿਉਂ ਨੇ।
ਇਹੀ ਕਾਰਨ ਆ ਕਿ ਸਾਡੇ ਪੈਰ ਜਿਹੜੇ ਆ ਉਹਨਾਂ ਦੇ ਘਰ ਤੱਕ ਆਉਣ ਲਈ ਕਾਲੇ ਪੈ ਗਏ। ਅੱਜ ਅਸੀਂ ਗੱਲਬਾਤ ਕਰਾਂਗੇ ਉਹਨਾਂ ਦੇ ਕਰੀਬੀਆਂ ਦੇ ਨਾਲ, ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸਾਡੇ ਨਾਲ ਬਣੇ ਹੋਏ ਨੇ। ਸੋ ਜੀ ਆਪਾਂ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ ਸਾਡੇ ਚੈਨਲ ਦੇ ਉੱਪਰ। ਥੈਂਕ ਯੂ ਜੀ, ਮਿਹਰਬਾਨੀ। ਮੈਂ ਸਭ ਤੋਂ ਪਹਿਲਾਂ ਤਾਂ ਇੰਟਰੋਡਿਊਸ ਕਰਵਾਉਣਾ ਚਾਹੂँਗਾ, ਮੇਰੇ ਨਾਲ ਨੇ ਮਾਨ ਸਾਹਿਬ ਜਿਹੜੇ ਕਿ ਸਟੇਜ ਸੈਕਟਰੀ ਰਹੇ ਨੇ ਸ਼ੁਰੂਆਤ ਤੋਂ ਲੈ ਕੇ ਜਦੋਂ ਤੱਕ ਬਾਈ ਜੀ ਦੀ ਆਖਰੀ ਸਟੇਜ ਸੀ। ਉਹਨਾਂ ਦੇ ਬੇਟਾ ਨਵਦੀਪ ਸਿੰਘ, ਸਤਿ ਸ਼੍ਰੀ ਅਕਾਲ ਜੀ। ਤੇ ਉਹਨਾਂ ਦੇ ਵਾਈਫ ਨੇ ਸਹਿਜਪ੍ਰੀਤ ਕੌਰ, ਤੇ ਉਹਨਾਂ ਦੇ ਜਿਹੜੇ ਆ ਇੱਕ ਸ਼ਾਗਿਰਦ ਹੋਏ ਨੇ ਬਾਈ ਬਬਲੀ ਖੋਸਾ। ਬਾਈ ਜੀ ਸ਼ੁਰੂਆਤ ਤੁਹਾਡੇ ਤੋਂ ਕਰਦੇ ਆ ਜੀ ਜੀ ਜੀ। ਸ਼ੁਰੂਆਤੀ ਦਿਨਾਂ ਵੱਲ ਚੱਲਦੇ ਆ ਜੀ। ਤੁਹਾਡੀ ਕਿੱਦਾਂ ਮੇਲ ਹੁੰਦਾ ਹੈ ਬਾਈ ਹੋਰਾਂ ਦੇ ਨਾਲ? ਪਹਿਲ ਸਾਡੇ ਬਾਈ ਜੀ ਸੰਘਰਸ਼ ਦੇ ਦਿਨਾਂ ਸੀ, ਪਰ ਇਹਨਾਂ 9 ਸਟੈਲਵਸ ਹੋ ਗਿਆ ਸੀਗਾ। ਮੈਂ ਸਟੇਟ ਸੈਕਟਰੀ ਉਹਨਾਂ ਸਮੇਂ ਦੇ ਵਿੱਚ ਸੰਗਰੂਰ ਸ਼ਹਿਰ ਦੇ ਵਿੱਚ ਕਰਮਜੀਤ ਰੰਧਾਵਾ ਜੀ ਨਾਲ ਕਰਦਾ ਸੀਗਾ। ਇਹਨਾਂ ਨੂੰ ਇਹ ਸਟੇਟ ਸੈਕਟਰੀ ਜ਼ਰੂਰਤ ਸੀਗੀ, ਅਤੇ ਮੈਨੂੰ ਮੇਰੇ ਪਿੰਡ ਤੋਂ ਇਹ ਸ਼ਹਿਰ ਵੀ ਨੇੜੇ ਪੈਂਦਾ ਸੀ, ਅਤੇ ਮੈਨੂੰ ਇਹ ਮੇਰੇ ਜਾ ਕੇ ਨਾਗਰ 'ਤੇ ਬਾਈ ਜੀ ਮੈਨੂੰ ਲੈਣ ਗਏ ਨੇ, ਪਿੰਡੋਂ ਲੈ ਕੇ ਆਏ ਨੇ। ਬਸ ਉਸ ਦਿਨ ਤੋਂ ਬਾਅਦ ਤਾਂ 9 ਮਾਸ ਦਾ ਰਿਸ਼ਤਾ ਬਣ ਗਿਆ ਜੀ ਜੀ ਜੀ। ਪਹਿਲੀ ਟੇਪ ਜਿਹੜੀ ਬਾਈ ਦੀ ਆ ਕਦੋਂ ਆਉਂਦੀ ਆ? ਟੇਪਾਂ ਇਹ ਜੀ ਸੰਘਰਸ਼ ਦੇ ਦਿਨਾਂ ਦੇ ਵਿੱਚ 92-93 ਦੇ ਕਰੀਬ ਆਈ ਸੀ ਜੀ। ਉਹ ਮਾਲਵੇ ਦਾ ਮੁੰਡਾ, ਮਾਲਵੇ ਦਾ ਮੁੰਡਾ, ਉਹ ਲੁਧਿਆਣੇ 'ਚ ਰਿਲੀਜ਼ ਹੋਈ ਸੀ। ਉਹਦੇ ਬਾਅਦ ਵਿੱਚ ਕੰਪਨੀਆਂ ਦਾ ਨਾਂ ਵੀ ਬਦਲਿਆ ਸੀ, ਤੇਰੇ ਗਮ ਵਿੱਚ ਨਹੀਂ ਕੁੜੀਏ ਲੱਗ ਗਿਆ ਪੀਣ ਮਾਣਾ ਦਾਰੂ। ਉਸ ਤੋਂ ਬਾਅਦ ਜਿੱਥੋਂ ਬਾਈ ਜੀ ਦਾ ਨਾਂ ਬਣਨ ਲੱਗਿਆ, ਜਿੰਦ ਲਿਖਤੀ ਤੇਰੇ ਨਾਂ ਵੀ ਸੱਜਣਾ, ਪਿੰਜਰਾ ਰੱਖ ਕੇ ਹੱਡੀਆਂ ਦਾ। ਉਸ ਤੋਂ ਬਾਅਦ ਸੰਘਰਸ਼ ਟੂ ਸੰਘਰਸ਼। ਸਾਡੀ ਟੇਪ ਮੈਨੂੰ ਲੈ ਜੂ ਰੋਂਦੀ ਨੂੰ ਸੋਹਣਾ ਕਾਰ ਰੀ ਬਣਾ ਵਾਲੀ, ਕਾਰ ਰੀ ਬਣਾ ਵਾਲੀ, ਜਿਹਨੇ ਨਾਮ ਜਿਹੜਾ ਹੈ ਬੁਲੰਦੀਆਂ ਤੇ ਪਹੁੰਚਾਤਾ। ਉਸਨੇ ਹੀ ਅਨੇਕਾਂ ਪਰਿਵਾਰ ਰੋਟੀ ਪਾਏ, ਅਨੇਕਾਂ ਪਰਿਵਾਰ ਇਸ ਪਰਿਵਾਰ ਦੇ ਨਾਲ, ਇਸ ਘਰ ਨਾਲ ਜੋੜੇ, ਅਨੇਕਾਂ ਪਰਿਵਾਰ ਦੀਆਂ ਸੀਸਾਂ ਲੈਤੀਆਂ, ਅਨੇਕਾਂ ਪਰਿਵਾਰ ਸਾਡੇ ਆਂਟੀ ਜੀ ਬੈਠੇ ਨੇ, ਸ਼ਿਮਲੋ ਦੇਵੀ ਜੀ ਸਾਡੀ ਪਾਵਰ ਨੇ। ਉਦੋਂ ਵੀ ਪਾਵਰ ਸੀ, ਅੱਜ ਵੀ ਪਾਵਰ ਨੇ, ਬੇਸ਼ੱਕ ਬਾਈ ਜੀ ਨਹੀਂ ਹੈਗੇ। ਇਹਨਾਂ ਦੀ ਛਤਰ ਛਾਇਆ ਨਾਲ ਅਸੀਂ ਬਹੁਤ ਤਰੱਕੀ ਕੀਤੀ। ਇੰਨੀ ਤਰੱਕੀ ਕੀਤੀ ਕਿ ਮੈਂ ਤੁਹਾਨੂੰ ਬਸ ਇੱਕ ਗੱਲ 'ਚ ਹੀ ਲਫ਼ਜ਼ ਜੀ ਨਿਬੇੜ ਦੇਣਾ, ਸੀਜ਼ਨ ਦੇ ਵਿੱਚ ਸਾਡੀ ਗੱਡੀ ਦੇ ਵਿੱਚੋਂ ਸਾਡਾ ਸਮਾਨ ਨਹੀਂ ਉਤਰਦਾ ਸੀ। ਹਾਂ, ਇਹ ਗੱਲ ਮੇਰੇ ਵੀ ਸੁਣਨ ਦੇ ਵਿੱਚ ਆਈ ਹੈ, ਕਹਿੰਦੇ 3-3 ਮਹੀਨੇ ਜਿਹੜੇ ਸਾਜੀ ਆ ਸਮਾਨ ਹੀ ਨਹੀਂ ਉਤਾਰਦੇ ਸੀ। ਕੋਈ ਸ਼ੱਕ ਨਹੀਂ, ਸਾਡੀਆਂ ਆਮ ਪੈਂਟਾਂ ਜਿਹੜੀਆਂ ਹੁੰਦੀਆਂ ਜੀ, ਵਰਦੀ ਵਾਲੀਆਂ ਸਿੰਪਲ ਪੈਂਟਾਂ ਵੀ ਇੱਦਾਂ ਹੋ ਜਾਂਦੀਆਂ ਜਿਵੇਂ ਜੀਨ ਦੀਆਂ ਹੁੰਦੀਆਂ, ਜੀ ਜੀ, ਧੋਣ ਦਾ ਟਾਈਮ ਨਹੀਂ ਸੀ। ਜੀ ਜੀ। ਦੂਜੀ ਗੱਲ, 4 ਖਾੜੇ ਇੱਕ ਦਿਨ ਦੇ ਭੁਗਤਾਉਣ ਦਾ ਰਿਕਾਰਡ ਮੈਂ ਸੁਣਿਆ ਤਾਂ ਨਹੀਂ, ਮੈਨੂੰ ਨਹੀਂ ਪਤਾ ਹੋਰ ਰਿਕਾਰਡਾਂ ਬਾਰੇ, ਪਰ ਮੇਜਰ ਰਾਜਸਥਾਨੀ ਜੀ ਦੇ ਨਾਂ ਹੀ ਹੈ। 4 ਮੈਂ ਭੁਗਤਾਏ ਨਾਲ 10 ਤੋਂ 12, 1 ਤੋਂ 3, 4 ਤੋਂ 6, 8 ਤੋਂ ਆ ਕੇ 10 ਬਾਜੇ ਕਾਨੇ। ਅੱਛਾ ਬਾਈ ਜੀ, ਇੱਕ ਰਿਕਾਰਡ ਕਹਿੰਦੇ ਹੋਰ ਉਹਨਾਂ ਦੇ ਨਾਮ ਆ ਕੇ ਇੱਕ ਖਾੜੇ ਦੇ ਵਿੱਚ 5-5 6-6 ਘੰਟੇ ਗਾਈ ਜਾਂਦੇ ਸੀ। ਹਟਾਉਂਦੇ ਹੁੰਦੇ, ਵਾਹ ਜੀ ਵਾਹ। ਟਾਈਮ ਤਾਂ ਦੇਖਦੇ ਹੀ ਨਹੀਂ ਹੁੰਦੇ ਸੀ। ਜਦੋਂ ਸਾਜੀ ਥੱਕ ਜਾਂਦੇ, ਜਦੋਂ ਹੱਥ ਪਰ ਉਦੋਂ ਕਹਿ ਦਿੰਦੇ ਬਾਈ ਬਹੁਤ ਟਾਈਮ ਹੋ ਗਿਆ। ਉਹ ਗਾਉਣ ਲਈ ਨਹੀਂ ਗਾਉਂਦੇ ਸੀ ਜੀ, ਉਹ ਕੋਈ ਪੈਸੇ ਲਈ ਨਹੀਂ ਗਾਉਂਦੇ ਸੀ, ਉਹ ਸ਼ੌਂਕ ਲਈ ਗਾਉਂਦੇ ਸੀ। ਉਹ ਜਿੰਨਾ ਚਿਰ ਬੈਠੇ ਨੇ, ਇੱਕ ਵਾਕਿਆ ਯਾਦ ਆ, ਨਿਰਮਲ ਸਿੰਘ ਨਾਮ ਨਹਿਲਾ ਯਾਦਗਾਰੀ ਨਾਭਾ, ਉੱਥੇ ਅਸੀਂ 3 ਕਲਾਕਾਰ ਮੁੱਖ ਸੀਗੇ। ਅਸੀਂ ਸੀਗੇ, ਸਾਡੇ ਬਾਈ ਜੀ ਮੇਜਰ ਰਾਜਸਥਾਨੀ ਜੀ, ਸਾਡੇ ਛੋਟੇ ਵੀਰ ਲਵਲੀ ਨਿਰਮਾਣ ਜੀ, ਸਾਡੇ ਤੋਂ ਬਾਅਦ ਜਨਾਬ ਹੰਸਰਾਜ ਹੰਸ ਸੀਗੇ। ਜੀ ਜੀ। ਲਵਲੀ ਨਿਰਮਾਣ ਜੀ ਨੂੰ ਕੋਈ ਟ੍ਰੈਜਡੀ ਹੋ ਗਈ, ਉਹ ਆਏ ਨਹੀਂ। ਪ੍ਰਬੰਧਕ ਕਹਿੰਦੇ ਵੀ ਅਸੀਂ ਲਵਲੀ ਨਿਰਮਾਣ ਜੀ ਨੂੰ ਇੰਨੇ ਕੁ ਪੈਸੇ ਦੇਣੇ ਸੀ, ਅਸੀਂ ਤੁਹਾਨੂੰ ਦੇ ਦਿੰਦੇ ਹਾਂ, ਤੁਸੀਂ ਗਾ ਲਓ। ਚਲੋ ਮੈਂ ਬਾਈ ਜੀ ਨੂੰ ਪੁੱਛਦਾ, ਬਾਈ ਜੀ ਗਾ ਰਹੇ ਸੀ, ਮੈਂ ਇਸ਼ਾਰਾ ਕੀਤਾ, ਬਾਈ ਜੀ ਪਿੱਛੇ ਆਏ। ਸਵਰਨ ਸੋਨੀਆ ਸਾਡੇ ਨਾਲ ਪ੍ਰੋਡਿਊਸਰ ਕੁੜੀ ਸੀ, ਅਸੀਂ ਉਹਨੂੰ ਗਾਉਣ ਲਾ ਤੱਕ ਕੀਤਾ ਸੀ, ਪਿੱਛੇ ਰਹਿ ਕੀਤੀ ਮੈਂ ਇੱਦਾਂ। ਅਤੇ ਬਾਈ ਜੀ ਨੇ ਪ੍ਰਬੰਧਕਾਂ ਨੂੰ ਬੜੇ ਫਖਰਦਰੀ ਨਾਲ ਕਿਹਾ, ਕਹਿੰਦਾ ਜੇ ਉਹ ਪੈਸਾ ਤੋਂ ਬਿਨਾਂ ਹੀ ਗਾ ਰਹੀ ਹੈ ਯਾਰ। ਵਾਹ ਜੀ ਵਾਹ। ਉਹ ਕਹਿੰਦੇ ਜੀ ਇਦੋਂ ਚੰਗਾ ਕੀ ਹੈ। ਮੈਂ ਨਾਰਾਜ਼ ਹੋਇਆ, ਮੈਂ ਕਿਹਾ ਬਾਈ ਜਿਵੇਂ ਮਰਜ਼ੀ ਗਾ ਲਓ, ਪੇਮੈਂਟਾਂ ਡਬਲ ਦੇਣੀਆਂ ਮੁੰਡਿਆਂ ਨੂੰ। ਮੈਂ ਕੋਈ ਗੱਲ ਨਹੀਂ, ਰੱਬ ਰੱਖਾ। ਫਿਰ ਬਾਈ ਜੀ ਨੇ ਸਰੋਤਿਆਂ ਨੂੰ ਪੁੱਛਿਆ ਵੀ ਮੇਰੇ ਛੋਟੇ ਵੀਰ ਲਵਲੀ ਨਿਰਮਾਣ ਜੀ ਅੱਜ ਆ ਨਹੀਂ ਰਹੇ, ਕੀ ਤੁਸੀਂ ਮੈਨੂੰ ਹੋਰ ਬਰਦਾਸ਼ਤ ਕਰੋਗੇ? ਉਦੋਂ ਪੰਡਾਲ ਦੇ ਵਿੱਚ ਭੰਗੜਾ ਪਿਆ ਸੀ। ਉਸ ਸਮੇਂ 5.5 ਘੰਟੇ ਗਾਇਆ ਸੀ। ਉਸ ਦਿਨ ਹੰਸਰਾਜ ਜੀ ਬੇਈ ਦੇ ਕਾਇਲ ਹੋਏ ਸੀ, ਕਹਿੰਦਾ ਜੱਟਾ ਤੇਰੀ ਤਕਦੀਰ ਦੇ ਪੈਰੀ ਹੱਥ ਲਾਉਣਾ, ਤੇਰੇ ਨਹੀਂ। ਉਹ ਮੇਰੇ ਵਾਕਿਆ ਮੇਰੀ ਅੱਖਾਂ ਦੇ ਸਾਹਮਣੇ ਹੋਇਆ। ਕੀ ਬਾਤ ਹੈ। ਨਵਦੀਪ ਬਾਈ, ਜਦੋਂ ਇਦਾਂ ਦੇ ਵਾਕਿਆ ਸੁਣਦੇ ਹੋ, ਤੁਹਾਡੀ ਤਾਂ ਮਤਲਬ ਉਮਰ 5 ਸਾਲ ਦੀ ਸੀ ਜਦੋਂ? ਹਾਂਜੀ, ਨੀਅਰ ਅਬਾਊਟ 5 ਸਾਲ ਸੀਗੀ ਜੀ ਜੀ। ਉਹ 94 ਦਾ ਮੇਰਾ ਬਰਥ ਆ।
ਜੀ 1999 ਦਸੰਬਰ ਦੀ ਜੋ ਗੱਲ ਆ ਜਦੋਂ ਪਾਪਾ ਜੀ 14 ਦਸੰਬਰ ਮੈਨੂੰ ਲੱਗਦਾ। ਹਾਂਜੀ। ਜਦੋਂ ਇਦਾਂ ਦੇ ਵਾਕਿਆ ਸੁਣਦੇ ਹੋ, ਇੰਨੀਆਂ ਤਾਰੀਫਾਂ ਸੁਣਦੇ ਹੋ, ਫਿਰ ਕਿੱਦਾਂ ਦਾ ਮਹਿਸੂਸ ਹੁੰਦਾ ਆ? ਹੁਣ ਵੀ ਜਦੋਂ ਵੀ ਮੈਂ ਕਿਸੇ ਪਾਸੇ ਜਾਣਾ, ਡਰਾਈਵ ਕਰ ਰਿਹਾ, ਅੱਜ ਵੀ ਜਦੋਂ ਕੋਈ ਗਾਣਾ ਚੱਲਦਾ ਉਹ ਇਦਾਂ ਹੀ ਫੀਲ ਹੁੰਦਾ ਕਿ ਇਹ ਚੱਲਦਾ ਹੀ ਰਵੇ। ਹੁਣ ਵੀ ਜਿਵੇਂ ਨਵੇਂ ਗਾਣੇ ਹੁੰਦੇ, ਇੱਕ ਗਾਣਾ ਕਿੰਨੇ ਕੁ ਵਾਰ ਆਪਾਂ ਸੁਣਦੇ ਆ, ਉਹ ਨਾਲ ਮੈਂ ਇਕੱਲਾ ਨਹੀਂ, ਮੈਂ ਕਿਤੇ ਹੋਰ ਵੀ ਜਾਣਾ, ਪੰਪ ਤੋਂ ਤੇਲ ਭਰਨ, ਸਾਈਡ ਟਰੈਕਟਰ ਤੇ ਆਵਾਜ਼ ਆ ਰਹੀ ਆ, ਕਾਰ ਰੀਵਨ ਵਾਲੀ ਚੱਲੀ ਜਾਂਦਾ। ਉਦੋਂ ਜੋ ਦਿਮਾਗ ਤੇ ਗੱਲ ਆਉਂਦੀ ਹੈ ਕਿ ਮਹਿਸੂਸ ਵੀ ਨਹੀਂ ਕਰ ਪਾਉਂਦਾ ਕਿ ਕਿੱਥੇ ਮੈਂ ਜਨਮ ਲਿਆ। ਆਪਦੇ ਆਪ ਨੂੰ ਬਹੁਤ ਭਾਗਾਂ ਵਾਲਾ ਮਹਿਸੂਸ ਕਰਦਾ। ਤੁਸੀਂ 5 ਸਾਲ ਉਹਨਾਂ ਦੀ ਗੋਦ ਦੇ ਵਿੱਚ ਕੱਟੇ ਆ, ਕੁਝ ਯਾਦਾਂ ਬਚਪਨ ਦੀਆਂ ਯਾਦ ਹੋਣ? ਕਾਫੀ ਛੋਟਾ ਸੀ, ਬਹੁਤ ਘੱਟ ਮੈਨੂੰ ਯਾਦ ਆ। 2-4 ਹੀ ਸਨੈਪਸ ਨੇ ਜੋ ਮੇਰੀ ਉਹਨਾਂ ਦੇ ਨਾਲ ਆ। ਪਹਿਲਾਂ ਮੋਬਾਈਲ ਤਾਂ ਉਦੋਂ ਹੁੰਦੇ ਨਹੀਂ ਸੀ, ਅਤੇ ਬਹੁਤ ਘੱਟ ਯਾਦਾਂ ਨੇ ਜੋ ਮੇਰੀ ਉਹਨਾਂ ਨਾਲ ਆ। ਬਸ ਹੁਣ ਵੀ ਜਦੋਂ ਗੀਤ ਸੁਣਦੇ ਆ ਤਾਂ ਕੰਨਾਂ 'ਚ ਉਹਨਾਂ ਦੇ ਬੋਲ ਪੈਂਦੇ ਆ, ਤਾਂ ਇਹ ਲੱਗਦਾ ਵੀ ਅੱਜ ਵੀ ਉਹ ਨਾਲ ਹੀ ਨੇ। ਅੱਛਾ ਮਾਤਾ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ, ਕਿਉਂਕਿ ਅੱਜ ਕੱਲ੍ਹ ਜੇ ਗੱਲ ਕਲਾਕਾਰਾਂ ਦੀ ਹੁੰਦੀ ਆ, ਕਲਾਕਾਰ ਤਾਂ ਚੰਗਾ ਬਣ ਜਾਂਦਾ ਹੈ, ਪਰ ਚੰਗਾ ਇਨਸਾਨ ਬਣਨਾ ਬਹੁਤ ਵੱਡੀ ਗੱਲ ਹੁੰਦੀ ਆ। ਸੋ ਇਹੀ ਕਿਹਾ ਜਾਂਦਾ, ਕਿਉਂਕਿ ਜੇ ਆਪਾਂ ਸੰਗੀਤ ਜਗਤ ਦੇ ਵਿੱਚ ਗੱਲ ਕਰ ਲਈਏ ਤਾਂ ਉਹਨਾਂ ਦਾ ਨਾਮ ਜਿਹੜਾ ਆ ਇੱਕ ਚੰਗੇ ਇਨਸਾਨ ਦੇ ਤੌਰ 'ਤੇ ਲਿਆ ਜਾਂਦਾ। ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਕਿੱਦਾਂ ਦੇ ਇਨਸਾਨ ਸੀ? ਵਧੀਆ ਸੀ ਜੀ, ਬਹੁਤ ਵਧੀਆ ਇਨਸਾਨ ਸੀ। ਹਾਂਜੀ। ਬਬਲੀ ਬਾਈ, ਸ਼ੁਰੂਆਤ ਕਰਾਂਗੇ। ਮੈਂ ਚਾਹੂੰਗਾ ਕੋਈ ਵੀ ਇੱਕ ਗੀਤ ਬਾਈ ਜੀ ਦਾ ਆਪਣੀ ਆਵਾਜ਼ ਦੇ ਵਿੱਚ। ਜੀ ਜ਼ਰੂਰ। ਕੋਈ ਫਰਮਾਇਸ਼ ਕੋਈ? ਨਹੀਂ, ਜੋ ਤੁਹਾਡਾ ਦਿਲ ਕਰਦਾ। ਮਾਨ ਸਾਹਿਬ ਦੱਸੋ ਕਿਹੜਾ ਸੁਣਾਈਏ? ਗਾਨੀ। ਉਹਦੇ ਗਾਲ ਨੂੰ ਮੈਂ ਗਾਨੀ ਜਿਹੜੀ ਦਿੱਤੀ ਸੀ ਨਿਸ਼ਾਨੀ, ਉਹਦੇ ਗਾਲ ਨੂੰ ਮੈਂ ਗਾਨੀ ਜਿਹੜੀ ਦਿੱਤੀ ਸੀ ਨਿਸ਼ਾਨੀ, ਉਹਦੀ ਹੈਕ ਨਾਲ ਜਦੋਂ ਟਕਰਾਉਂਦੀ ਹੋਵੇਗੀ ਉਹਨੂੰ ਯਾਦ ਤਾਂ ਜ਼ਰੂਰ, ਉਹਨੂੰ ਯਾਦ ਤਾਂ ਜ਼ਰੂਰ ਮੇਰੀ ਆਉਂਦੀ ਹੋਵੇਗੀ, ਉਹਨੂੰ ਯਾਦ ਤਾਂ ਜ਼ਰੂਰ। ਵਾਹ ਜੀ ਵਾਹ, ਕਿਆ ਬਾਤ ਹੈ। ਬਾਈ ਜੀ ਨਾਲ ਤੁਹਾਡੇ ਵੀ ਬੜੇ ਕਿੱਸੇ ਜੁੜੇ ਹੋਣਗੇ ਬਾਈ। ਹਾਂਜੀ। ਸੋ ਮੈਂ ਦੇਖ ਰਿਹਾ ਤੁਹਾਡੀਆਂ ਅੱਖਾਂ ਬਾਈ ਜਿਹੜੀਆਂ ਨੇ ਨਮ ਹੋ ਗਈਆਂ, ਹੈ ਨਾ। ਸੋ ਕੋਈ ਆਪਣੇ ਟਾਈਮ ਦਾ ਕਿੱਸਾ ਸਾਂਝਾ ਕਰਨਾ ਚਾਹੋਗੇ? ਹਾਂਜੀ, ਜਦੋਂ ਮੈਨੂੰ ਗਾਉਣ ਦਾ ਸ਼ੌਂਕ ਸੀਗਾ, ਮੇਰੇ ਡੈਡੀ ਮਤਲਬ ਡਾਕਟਰ ਮਨਕੀਰ ਸਿੰਘ ਖੋਸਾ ਗੀਤ ਲਿਖਦੇ ਸੀ, ਅਤੇ ਉਹਨਾਂ ਕੋਲੇ ਜਾਂਦੇ ਸੀਗੇ। ਮੈਨੂੰ ਸ਼ੌਂਕ ਹੈ ਇਹਨਾਂ ਦਾ ਚਾਦਰਾ ਬੰਨ੍ਹਿਆ ਵੇਖ ਕੇ, ਮੈਂ ਚਾਦਰੇ ਦਾ ਫੈਨ ਸੀ ਇਹਨਾਂ ਦਾ। ਮੈਨੂੰ ਵੀ ਸੀ, ਮੈਂ ਵੀ ਇਸ ਤਰ੍ਹਾਂ ਵੀ ਚਾਦਰਾ ਬੰਨ੍ਹਿਆ ਕਰੂੰਗਾ। ਚਲੋ ਇਹ ਉੱਥੇ ਜਾਂਦੇ ਹੀ ਫਿਰ ਮੈਂ ਬਾਪੂ ਜੀ ਨੂੰ ਕਿਹਾ ਮੈਂ ਗਾਉਣ ਸਿੱਖਣਾ ਹੈ। ਬਾਪੂ ਜੀ ਨੇ ਇਹਨਾਂ ਨੂੰ ਆਖਿਆ, ਮੇਜਰ ਜੀ ਨੂੰ, ਵੀ ਬਬਲੀਆਂ ਦਾ ਮੈਂ ਗਾਉਣ ਸਿੱਖਣਾ, ਜਾਂ ਛੱਡ ਖੜਾ ਇਹ ਪੜ੍ਹਨ ਲਾ। ਮੈਂ ਕਿਹਾ ਵੀ ਮੈਂ ਪੜ੍ਹੂੰਗਾ ਵੀ, ਪਰ ਮੈਂ ਗਾਉਣਾ ਹੈ। ਫਿਰ ਇੱਥੇ ਮੈਨੂੰ ਰਾਮਪੁਰੇ ਬਾਪੂ ਜੀ ਲੈ ਕੇ ਆਏ। ਉਦੋਂ ਇਹਨਾਂ ਨੇ ਗੀਤ ਸੁਣਿਆ ਮੈਥੋਂ ਜੀ। ਇਹਨਾਂ ਦੀ ਕੈਸਟ ਉਦੋਂ ਸਾਬਕਾ ਮਸ਼ੂਕ ਰਿਲੀਜ਼ ਹੋਈ ਸੀ ਕੈਸਟ। ਫਿਰ ਇਹਨਾਂ ਦੇ ਕੋਈ ਗੀਤ ਸੁਣਾ ਮੈਨੂੰ। ਫਿਰ ਸਾਬਕਾ ਮਸ਼ੂਕ ਗੀਤ ਹੀ ਮੈਂ ਮਤਲਬ ਇਹਨਾਂ ਦਾ ਸੁਣਾਇਆ। ਫਿਰ ਬਾਪੂ ਜੀ ਨੂੰ ਆਉਂਦੇ ਵੀ ਇਹਨੂੰ ਹੈਗਾ ਟਰੈਂਡ, ਇਹ ਹਰ ਹਾਲਤ ਗਾਊਗਾ ਹੀ, ਕਿਉਂਕਿ ਕਹਿੰਦੇ ਮੈਨੂੰ ਵੀ ਹਜੇ ਗੀਤ ਯਾਦ ਨਹੀਂ, ਵੀ ਮੂੰਹ ਜਵਾਨੀ ਗੀਤ ਯਾਦ ਕਰੀ ਬੈਠਾ। ਬਹੁਤ ਕਿੱਸੇ ਹੀ ਹੋ ਰਹੇ ਨੇ। ਹਾਂਜੀ। ਅੱਛਾ ਬਾਈ ਜੀ, ਮੈਂ ਇੱਕ ਹੋਰ ਗੱਲ ਸੁਣੀ ਆ ਕਿ ਉਹਨਾਂ ਦੇ ਜਿਹੜੇ ਸ਼ਾਗਿਰਦ ਇੱਕੋ ਇੱਕ ਨੇ, ਹੈ ਨਾ। ਇਹ ਕੀ ਕਿੱਸਾ ਆ ਕਿ ਬਬਲੀ ਖੋਸਾ ਹੀ ਆ? ਹਾਂਜੀ, ਮੈਂ ਉਹਨਾਂ ਨੂੰ 21 ਅਗਸਤ 1999 ਨੂੰ ਗੁਰੂ ਧਾਰਿਆ ਸੀਗਾ ਜੀ। ਜੀ ਜੀ। ਹਾਂਜੀ। ਹੋਰ ਸ਼ਾਗਿਰਦ ਤਾਂ ਬਹੁਤ ਹੈ, ਪਰ ਮਾਨ ਸਾਹਿਬ ਦੱਸਣਗੇ, ਇਹਨਾਂ ਤੋਂ ਪੁੱਛੋ। ਜੀ ਜੀ ਜੀ। ਮਾਨ ਸਾਹਿਬ, ਕੀ ਕਿੱਸਾ ਆ ਇਹ? ਸੱਚੀ ਗੱਲ ਤਾਂ ਹੈ ਜੀ, ਫਿਰ ਅਸਲੀ ਜੀ ਸ਼ਾਗਿਰਦ ਬਬਲੀ ਖੋਸਾ ਹੀ ਹੈ ਜੀ। ਬਾਕੀ ਤਾਂ ਜੀ ਹੁਣ ਜੋ ਮਰਜ਼ੀ ਨਾਂ ਦੇ ਨਾਲ ਨਾਂ ਲਾ ਕੇ ਤਖੱਲਾ ਜੋੜ ਕੇ ਜੋ ਮਰਜ਼ੀ ਕਰੀ ਜਾਣ। ਜੇ ਮੈਂ ਆਪਣੀ ਨਜ਼ਰਾਂ ਦੇ ਸਾਹਮਣੇ ਦੇਖਿਆ, ਨਾ ਤਾਂ ਮੈਂ ਜਿਹੜੇ ਹੁਣ ਰਾਜਸਥਾਨੀ ਬਣੇ ਬੈਠਿਆ ਉਹ ਇੱਥੇ ਆਏ ਦੇਖੇ ਨੇ ਜੀ, ਨਾ ਮੈਂ ਕਿਤੇ ਬਾਈ ਜੀ ਨਾਲ ਸਟੇਜ 'ਤੇ ਗਾਉਂਦੇ ਦੇਖੇ ਨੇ। ਬਬਲੀ ਨੇ ਇੱਥੇ ਆਇਆ, ਉਸਤਾਦ ਧਾਰਿਆ ਭਾਜੀ ਨੂੰ, ਸਾਡੇ ਨਾਲ ਵੀ ਇਹਨਾਂ ਦੇ ਡੈਡੀ ਵੀ ਸਾਡੇ ਨਾਲ, ਸਾਡਾ ਪਰਿਵਾਰ ਬਣਿਆ ਹੋਇਆ ਸੀਗਾ। ਪਰ ਮੈਂ ਉਹ ਪਰਿਵਾਰ ਵਾਲੇ ਜਿਹੜੇ ਬਣੇ ਹੋਏ ਨੇ ਜਾਂ ਕੋਈ ਨਾਂ ਚਮਕਾਉਣਾ ਚਾਹੁੰਦੇ ਸੀ, ਨਜ਼ਰ ਨਹੀਂ ਲਾਇਆ, ਕਿਤੇ ਨਹੀਂ ਮੈਂ ਦੇਖੇ। ਅਸਲੀ ਸ਼ਾਗਿਰਦ ਬਬਲੀ ਖੋਸਾ ਹੀ ਹੈ, ਸੀ ਤੇ ਰਹੂਗਾ ਵੀ। ਜੀ ਜੀ। ਬਾਈ ਜੀ, ਹੋਰ ਸੰਘਰਸ਼ ਦੇ ਦਿਨਾਂ ਦੀਆਂ ਕੋਈ ਗੱਲਾਂ ਬਾਤਾਂ? ਬੜੀਆਂ। 2 ਐਕਸੀਡੈਂਟਾਂ 'ਚ ਆਏ। 4 ਸੁਣਿਆ ਜੀ ਸ਼ਾਇਦ, ਜਾਂ 2 ਹੋਇਆ? 2 ਐਕਸੀਡੈਂਟਾਂ 'ਚ ਆਏ, ਦੋਨਾਂ ਦੇ ਵਿੱਚ ਨਾਲ ਸੀ ਜੀ। ਇੱਕ ਵਾਰੀ ਸ਼ਰਾਬੀ ਬਰਾਤ ਨਾਲ, ਸ਼ਰਾਬੀ ਪ੍ਰਾਹੁਣੇ ਨਾਲ ਪੰਗਾ ਪਿਆ, ਉਹਦੇ ਵਿੱਚ ਵੀ ਮੈਂ ਨਾਲ ਹੀ ਸੀ, ਬਡੋਪਲ ਪਿੰਡ ਜੀ ਜੀ। ਜਿੱਥੇ ਜੰਮ ਕੇ ਫਾਇਰਿੰਗ ਵੀ ਹੋਈ ਸੀ। ਇੱਕ ਵਾਰੀ ਇਹ ਹੋਇਆ ਸੀ, ਸਾਜੀਆਂ ਨੂੰ ਅਸੀਂ ਟਾਈਮ ਦਿੰਦੇ ਹੁੰਦੇ ਰਾਤਾਂ ਦੇ ਪ੍ਰੋਗਰਾਮਾਂ ਦਾ, ਸਾਧੂ ਵਾਲੀ ਨਹਿਰ 'ਤੇ। ਜੀ। ਉਹ
ਸਾਡੇ ਸਾਜੀ ਪਹਿਲਾਂ ਲੰਘ ਗਏ, ਐਡਰੈਸ ਉਹਨਾਂ ਕੋਲੇ ਕੁਦਰਤੀ ਸੀਗਾ ਵਾ, ਇੱਥੋਂ ਲਿਖਾਇਆ ਸੀ। ਅਸੀਂ ਨਹਿਰ ਤੇ ਉਡੀਕੀ ਗਏ, ਉਹ ਪਹਿਲਾਂ ਲੰਘ ਗਏ। ਜਿੱਦਾਂ ਹੀ ਲੜਾਈ ਹੁੰਦੀ ਆ ਉਦੋਂ ਦੀ ਪੰਗਾ ਹੈ। ਅਸੀਂ ਸਾਜੀਆਂ ਨੂੰ ਨਰਮੇ ਦੇ ਵਿੱਚ ਬਹਿ ਕੇ 2-2.5 ਘੰਟੇ ਉਡੀਕਿਆ। ਜੀ। ਉਹ ਜਦੋਂ ਅਸੀਂ ਸੁਨੇਹਾ ਭੇਜਿਆ ਵੀ ਸਾਜੀਆਂ ਦਾ ਪਤਾ ਕਰੋ, ਉਹ ਕਹਿੰਦੇ ਆ ਜਾਓ। ਨਾਗਰ ਕਹਿੰਦਾ ਆ ਜਾਓ ਮਾਮਾ, ਆ ਜਾਓ, ਉੱਥੇ ਬੈਠੇ ਨੇ ਕੰਜਰ। ਉਹ ਤਾਂ ਫਿਰ ਉਦੋਂ ਬਾਈ ਜੀ ਖਾਲ ਦੇ ਕਿਨਾਰੇ ਬੈਠੇ ਸੀ। ਉਦੋਂ ਫਿਰ ਮੈਂ ਬਾਈ ਨੂੰ ਟਿੱਚਰ ਦੇ ਵਿੱਚ ਗਾਇਆ ਸੀ, ਜਾਂ ਮਿਲ ਲਿਆ ਝੱਲੀਏ ਨਹੀਂ ਯਾਰ ਤੇਰਾ ਬੈਠਾ ਹੈ ਖਾਲ ਕਿਨਾਰੇ। ਵਾਹ ਜੀ ਵਾਹ। ਉਹ ਫਿਰ ਬੜਾ ਹਾਸੇ ਸੀ, ਕਹਿੰਦੇ ਚਲੋ ਹੁਣ ਆਪਣੇ ਰਾਹਾਂ 'ਚ ਸਾਹ ਆ ਗਏ, ਚਲੋ ਗਾਈਏ। ਫਿਰ ਸਿੱਧੇ ਬਸ ਜਾ ਕੇ ਪ੍ਰੋਗਰਾਮ ਹੀ ਸ਼ੁਰੂ ਕਰ ਲਿਆ ਸੀ। ਬੜੇ ਵਾਕੇ ਨੇ, ਬੜੇ ਵੱਡੇ ਮੇਲੇ, ਕੰਧ ਵਾਲਾ, ਚੱਕ ਪੱਕੀ, ਨਿਰਮਲ ਸਿੰਘ ਨਹਿਲਾ ਯਾਦਗਾਰੀ ਮੇਲੇ ਦਾ ਪਤਾ ਨਹੀਂ। ਪਿੰਡ ਪਹੁੰਚੇ ਹੋਏ ਆ, ਪਿੰਡ ਪਹੁੰਚੇ ਆ, ਕਈ ਸਟੇਟਾਂ ਦੇ, ਇਕੱਲੇ ਪੰਜਾਬ ਦੇ ਨਹੀਂ, ਕਈ ਸਟੇਟਾਂ ਦੇ। ਜੀ। ਅੱਛਾ ਮਾਤਾ ਜੀ, ਇਹ ਸਟਰਗਲ ਦੇ ਦਿਨਾਂ ਦੀ ਗੱਲ ਕਰੀਏ ਤਾਂ ਕਹਿੰਦੇ ਘਰਦਿਆਂ ਨੇ ਵਿਰੋਧ ਬੜਾ ਕੀਤਾ ਸੀ ਜਦੋਂ ਉਹ ਗਾਇਕੀ ਸ਼ੁਰੂਆਤ ਕਰਨ ਲੱਗੇ ਸੀ। ਹਾਂਜੀ। ਕੀ ਕਹਿੰਦੇ ਹੁੰਦੇ ਸੀ ਘਰ ਦੇ ਉਦੋਂ? ਬਹੁਤ ਲੜਾਈ ਕਰਦੇ ਸੀ ਜੀ ਸਾਡੇ ਰਿਸ਼ਤੇਦਾਰ। ਜੀ। ਉਹ ਐਂ ਕਹਿੰਦੇ ਸੀ ਵੀ ਅਸੀਂ ਖੇਤੀਬਾੜੀ ਕਰਦੇ ਸੀ। ਜਦੋਂ ਸਾਡੀ ਸ਼ਾਦੀ ਹੋਈ ਸੀ ਵੀ ਅਸੀਂ ਖੇਤੀਬਾੜੀ ਕਰਦਿਆਂ ਨੂੰ ਦੇਖਿਆ ਤੁਹਾਨੂੰ ਖੇਤ 'ਚ, ਵੀ ਉਹੀ ਕੰਮ ਕਰੋ, ਵੀ ਜ਼ਿਮੀਂਦਾਰਾਂ ਦੇ ਮੁੰਡਿਆਂ ਨੂੰ ਇਹ ਕੰਮ ਨਹੀਂ ਸੌਂਦਾ ਵੀ ਗਾਇਕੀ। ਇਹਨਾਂ ਦੀ ਇੱਕੋ ਹੀ ਸੀ ਵੀ ਇੱਕ ਵਾਰੀ ਮੈਂ ਗਾਇਕੀ ਕਰਕੇ ਸਾਰਿਆਂ ਨੂੰ ਕੁਝ ਬਣ ਕੇ ਦਿਖਾਊਂਗਾ। ਜੀ। ਇੱਕ ਵਾਰੀ ਜ਼ਰੂਰ ਬਣਾਂਗੇ, ਫਿਰ ਛੱਡ ਦਈਏ। ਹਾਂਜੀ। ਬੁੱਟਰ ਪਿੰਡ ਮੈਨੂੰ ਲੱਗਦਾ ਇਸ ਅੜੀ ਦੇ ਵਿੱਚ ਹੀ ਛੱਡ ਕੇ ਆਏ ਸੀ। ਜੀ ਬੁੱਟਰ ਪਿੰਡ ਫਿਰ ਗਾਇਕੀ ਕਰਕੇ ਛੱਡਿਆ ਗਿਆ ਜੀ। ਹਾਂਜੀ, ਗਾਇਕੀ ਕਰਕੇ ਛੱਡਿਆ ਗਿਆ। ਸਾਡੀ ਮੰਮੀ ਆਉਂਦੇ ਸੀ ਜਦੋਂ ਇਹ ਖੇਤ ਸਾਡੇ ਟਰੈਕਟਰ ਤੇ ਹਲ ਵਾਉਂਦੇ ਹੁੰਦੇ ਸੀ। ਸਾਡਾ ਖੇਤ ਜਮਾਂ ਰੋਡ ਦੇ ਉੱਤੇ ਸੀ ਜੀ। ਉਹ ਮੇਰੀ ਮੰਮੀ ਨੇ ਇਹੀ ਕਹਿਣਾ ਜਦੋਂ ਉਹ ਕਹਿੰਦੀ ਵੀ ਆਹ ਕੰਮ ਤਾਂ ਨਹੀਂ ਮੈਨੂੰ ਚੰਗਾ ਲੱਗਦਾ, ਮੈਂ ਤਾਂ ਤੈਨੂੰ ਟਰੈਕਟਰ ਚਲਾਉਂਦੇ ਨੂੰ ਖੇਤ ਦੇਖਿਆ ਸੀ ਵੀ ਤੂੰ ਟਰੈਕਟਰ ਚਲਾਉਂਦਾ ਹੀ ਚੰਗਾ ਲੱਗਦਾ ਮੈਨੂੰ। ਵੀ ਸਾਡੇ ਡੈਡੀ ਜੀ ਹੈ ਨਹੀਂ ਸੀਗੇ, ਸਾਡੀ ਮੰਮੀ ਸੀ ਜੀ ਇਕੱਲੀ। ਉਹਨਾਂ ਨੇ ਬਹੁਤ ਇਤਰਾਜ਼ ਕੀਤਾ ਜੀ। ਹੋਰ ਸਾਡੇ ਮਾਮਾ ਜੀ ਹੋਰੀ ਸੀ, ਬਹੁਤ ਇਤਰਾਜ਼ ਕੀਤਾ। ਇੱਕ ਤਾਂ ਮੇਰੇ ਭਾਈ ਨੇ ਨਹੀਂ ਇਤਰਾਜ਼ ਕੀਤਾ ਜੀ। ਇੱਕ ਸਾਨੂੰ ਕੋਈ ਇਤਰਾਜ਼ ਨਹੀਂ ਸੀ। ਉਹ ਕਹਿੰਦੇ ਸੀ ਵੀ ਇਹ ਮਿਲੇ ਜੁਲੇ ਹੋਏ ਆ, ਵੀ ਇਹ ਤਾਂ ਨਹੀਂ ਇਤਰਾਜ਼ ਕਰਦੇ, ਜੇ ਇਹ ਹਟਾਉਣ ਤਾਂ ਇਹ ਹਟ ਸਕਦੇ ਇਸ ਕੰਮ ਤੋਂ। ਹਾਂਜੀ। ਅਸੀਂ ਨਹੀਂ ਇੱਕ ਵਾਰੀ ਵੀ ਕਿਹਾ ਸੀ ਜੀ। ਉਹ ਕਹਿੰਦੇ ਨਾਲ ਲੈ ਕੇ ਜਾਣਾ, ਅਸੀਂ ਨਾਲ ਆ ਗਏ ਜੀ। ਪਿੰਡ ਛੱਡਣਾ, ਪਿੰਡ ਰਹਿ ਪੈਂਦੇ ਸੀ। ਹਾਂਜੀ। ਫਿਰ ਮਾਪਿਆਂ ਦਾ ਮੇਜਰ ਸਿੰਘ ਜਦੋਂ ਮੇਜਰ ਰਾਜਸਥਾਨੀ ਬਣ ਜਾਂਦਾ ਆ, ਦੁਨੀਆ ਦੇ ਵਿੱਚ ਨਾਮ ਹੁੰਦਾ ਆ, ਉਸ ਤੋਂ ਬਾਅਦ ਫਿਰ ਘਰਦਿਆਂ ਦਾ ਰਿਐਕਸ਼ਨ ਰਿਸਪੌਂਸ ਕਿੱਦਾਂ ਦਾ ਸੀ? ਬਹੁਤ ਵਧੀਆ ਸੀ ਜੀ, ਬਹੁਤ ਵਧੀਆ। ਉਹਨਾਂ ਨੇ ਉਹ ਕਰਿਆ, ਫਿਰ ਸਾਰੇ ਐਂ ਕਹਿ ਦਿੰਦੇ ਸੀ ਵੀ ਹਾਂਜੀ ਇਹ ਸਾਡਾ ਰਾਜਸਥਾਨੀ ਹੈ। ਹਾਂਜੀ। ਪਹਿਲਾਂ ਸਾਰੇ ਇਤਰਾਜ਼ ਕਰਦੇ ਸੀ, ਬਾਅਦ 'ਚ ਫਿਰ ਸਾਰੇ ਕਹਿੰਦੇ ਸੀ, ਅੱਜ ਤੱਕ ਵੀ ਕਹਿੰਦੇ ਆ ਵੀ ਉਹਨਾਂ ਦਾ ਨਾਮ ਵੀ ਰੋਸ਼ਨ ਕੀਤਾ ਜੀ। ਸਾਰੇ ਭੈਣ ਭਰਾਵਾਂ ਦਾ, ਆਪਦੇ ਮਾਂ-ਬਾਪ ਦਾ, ਸਾਰੇ ਸਾਡੇ ਮਾਂ-ਬਾਪ ਦਾ, ਵੀ ਸਾਰੇ ਅੱਜ ਤੱਕ ਵੀ ਬਹੁਤ ਉਹ ਕਰਦੇ ਆ ਜੀ। ਸਾਡੇ ਬੱਚੇ ਨੂੰ ਕਹਿੰਦੇ ਵੀ ਤੁਹਾਡੇ ਬੱਚੇ ਆਉਣ, ਅਸੀਂ ਦੇਖੀਏ, ਰਾਜਸਥਾਨੀ ਦੇ ਪਰਿਵਾਰ ਨੂੰ ਮਿਲੀਏ। ਬਹੁਤ ਜ਼ਿਆਦਾ ਕਰਦੇ ਆ ਜੀ। ਕਿਉਂਕਿ ਇਹ ਤੁਸੀਂ ਕਹਿਣੇ ਹੋ ਕਿ ਕਿਉਂਕਿ ਡਿਮਾਂਡ ਵੀ ਸੀ ਸਰੋਤਿਆਂ ਦੀ, ਇਸੇ ਲਈ ਅੱਜ ਜਿਹੜੇ ਅਸੀਂ ਤੁਹਾਡੇ ਗ੍ਰਹਿ ਦੇ ਵਿੱਚ ਆਏ ਹਾਂ। ਅੱਛਾ ਨਵਦੀਪ ਬਾਈ, ਜੇ ਆਪਾਂ ਦੇਖਦੇ ਹਾਂ, ਡਾਕਟਰ ਦਾ ਮੁੰਡਾ ਡਾਕਟਰ ਹੁੰਦਾ ਆ, ਮਾਸਟਰ ਦਾ ਮੁੰਡਾ ਮਾਸਟਰ ਹੁੰਦਾ ਆ, ਰਾਜਨੇਤਾ ਦਾ ਮੁੰਡਾ ਰਾਜਨੇਤਾ ਹੁੰਦਾ ਆ। ਤੁਹਾਡੇ ਫਿਰ ਪੈਰ ਜਿਹੜੇ ਆ ਮੈਨੂੰ ਲੱਗਦਾ ਇਸ ਲਾਈਨ ਵੱਲ ਹੈ ਨਹੀਂ। ਇਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਮੈਂ ਉਦੋਂ ਕਾਫੀ ਛੋਟਾ ਸੀ। ਹੋ ਸਕਦਾ ਅਗਰ ਰੱਬ ਨੇ ਥੋੜ੍ਹਾ ਜ਼ਿਆਦਾ ਟਾਈਮ ਦਿੱਤਾ ਹੁੰਦਾ, ਮੇਰਾ ਵੀ ਉਧਰ ਨੂੰ ਪੈ ਜਾਂਦਾ। ਉਸ ਤੋਂ ਬਾਅਦ ਮੈਂ ਜਦੋਂ ਵੱਡਾ ਹੋਇਆ ਤਾਂ ਇੰਟਰਸਟ ਥੋੜ੍ਹਾ ਹੋਰ ਪਾਸੇ ਸੀ। ਅਤੇ ਪਾਪਾ ਤੋਂ ਬਾਅਦ ਜੋ ਆਪਣੇ ਨਾਲ ਆਂਟੀ ਜੀ ਬੈਠੇ ਨੇ, ਸਿੰਗਲਾ ਫੈਮਿਲੀ, ਇਹਨਾਂ ਨੇ ਸਾਨੂੰ ਪਾਲੇ, ਇਹਨਾਂ ਨੇ ਸਾਨੂੰ ਵੱਡੇ ਕੀਤਾ। ਅੱਜ ਜੋ ਵੀ ਅਸੀਂ ਹਾਂ ਇਹਨਾਂ ਦੀ ਬਦੌਲਤ ਆ। ਹੁਣ ਜੋ ਮੈਂ ਕਰ ਰਿਹਾ, ਮੇਰਾ ਜੋ ਕਾਰੋਬਾਰ ਹੈ, ਬਿਜ਼ਨਸ ਹੈ, ਬਜਾਜ ਏਜੰਸੀ, ਸਿੰਗਲਾ ਮੋਟਰ ਦੇ ਨਾਂ 'ਤੇ ਆ। ਸਿੰਗਲਾ ਮੋਟਰ ਦੇ ਨਾਂ ਦਾ ਰੀਜ਼ਨ ਹੈ ਕਿ ਸਿੰਗਲਾ ਫੈਮਿਲੀ ਦੇ ਨਾਂ 'ਤੇ ਸਾਡਾ ਦੋਨਾਂ ਦਾ ਪਾਰਟਨਰਸ਼ਿਪ 'ਤੇ ਕੰਮ ਹੈ ਇਹਨਾਂ ਦੇ ਛੋਟੇ ਬੇਟੇ ਨਾਲ। ਤਕਰੀਬਨ 3 ਸਾਲਾਂ ਤੋਂ ਅਸੀਂ ਉਹ ਏਜੰਸੀ ਚਲਾ ਰਹੇ ਹਾਂ। ਅਤੇ ਬਾਬਾ ਜੀ ਦੀ ਮਿਹਰ ਨਾਲ ਸਾਡੀ ਏਜੰਸੀ 5 ਡਿਸਟ੍ਰਿਕਟ ਦੇ ਵਿੱਚ ਸਾਡੀ ਨੰਬਰ 1 ਸੇਲ ਹੈ। ਜਦੋਂ ਦੇ ਅਸੀਂ 3 ਸਾਲਾਂ ਤੋਂ ਸਟਾਰਟ ਕੀਤੀ ਹੈ, ਦੋਨੇ ਭਾਈ ਅਸੀਂ ਮਿਲ ਕੇ ਕਾਰੋਬਾਰ ਚਲਾ ਰਹੇ ਹਾਂ। ਇੰਟਰਸਟ ਦਾ ਇਹ ਹੈ ਕਿ ਸ਼ਾਇਦ ਅਗਰ ਕੁਛ ਟਾਈਮ ਸਾਨੂੰ ਹੋਰ ਮਿਲਦਾ, ਮੈਂ ਉਹਨਾਂ ਦੇ ਨਾਲ ਰਹਿੰਦਾ, ਸੋਰਾ ਮੈਨੂੰ ਉਹ ਗਾਈਡ ਕਰਦੇ। ਮੈਨੂੰ ਤਾਂ ਇਹ ਵੀ ਨਹੀਂ ਪਤਾ ਕਿ ਸ਼ਾਇਦ ਉਹ ਕੀ ਚਾਹੁੰਦੇ ਸੀ, ਮੈਂ ਕੀ ਬਣਾ ਕੀ ਨਹੀਂ ਬਣਾ। ਟਾਈਮ ਹੀ ਬਹੁਤ ਘੱਟ ਮਿਲਿਆ ਸਾਨੂੰ। ਜੀ। ਅੱਜ ਜਦੋਂ ਇਕੱਲੇ ਬੈਠ ਕੇ ਸੋਚਦੇ ਹੋ, ਅਫਸੋਸ ਤਾਂ ਹੁੰਦਾ ਹੋਣਾ ਆ? ਅਫਸੋਸ ਤਾਂ ਜ਼ਰੂਰ ਹੁੰਦਾ ਜੀ, ਪਰ ਮਾਣ ਵੀ ਬੜਾ ਹੁੰਦਾ ਕਿ ਅੱਜ ਕਿਸੇ ਵੀ ਫੀਲਡ 'ਚ ਜਾਵਾਂ, ਇੱਕ ਨਾਂ ਲੈਣ ਦੀ ਲੋੜ ਆ, ਕਦੇ ਵੀ ਕੋਈ ਦਿੱਕਤ ਨਹੀਂ ਆਈ। ਬਾਕੀ ਸਿੰਗਲਾ ਪਰਿਵਾਰ ਮੇਰੇ ਨਾਲ ਸੀ, ਬਬਲੀ ਬਾਈ ਹੋਣੀ ਨਾਲ ਸੀ, ਕਦੇ ਵੀ ਕਿਸੇ ਦਿੱਕਤ ਦੀ ਮਹਿਸੂਸ ਨਹੀਂ ਹੋਈ, ਉਹਨਾਂ ਦੀ ਕਮੀ ਨਹੀਂ ਮਹਿਸੂਸ ਹੋ ਜਾਂਦੀ ਮੈਨੂੰ। ਅਤੇ ਮੇਜਰ ਰਾਜਸਥਾਨੀ ਹੋਰਾਂ ਦਾ ਸਭ ਤੋਂ ਪਿਆਰਾ ਗੀਤ ਕਿਹੜਾ ਲੱਗਦਾ ਤੁਹਾਨੂੰ? ਵੈਸੇ ਤਾਂ ਮਤਲਬ 32 ਕੁ ਟੇਪਾਂ ਆਈਆਂ ਨੇ, ਲਗਭਗ ਜਿੰਨੇ ਗੀਤ ਨੇ ਹਿੱਟ ਹੀ ਨੇ। ਕਾਰ ਰੀਬਨਾਂ ਵਾਲੀ ਟੇਪ ਤੋਂ ਆਪਾਂ ਚੱਕ ਲਈਏ, ਹਿੱਟ ਹੀ ਨੇ, ਉਸ ਤੋਂ ਪਹਿਲਾਂ ਵੀ ਹਿੱਟ ਨੇ। ਸਭ ਤੋਂ ਪਿਆਰਾ ਗੀਤ ਕੋਈ ਲੱਗਦਾ ਹੋਵੇ? ਗੀਤ ਮੈਨੂੰ ਸਾਰੇ ਪਿਆਰੇ ਲੱਗਦੇ ਆ, ਕਿਉਂਕਿ ਕੋਈ ਇੱਕ ਗੀਤ ਦਾ ਮੈਂ ਉਹਦਾ ਨਾਂ ਨਹੀਂ ਲੈਣ ਸਕਦਾ। ਉਹਨਾਂ ਨੇ ਜੋ ਉਹਨਾਂ ਦਾ ਗਾਉਣ ਸੀ, ਉਹਨਾਂ ਨੇ ਕੋਈ ਸਿੱਖਿਆ ਤਾਂ ਹੈ ਨਹੀਂ,
ਉਹ ਆਪਦੇ ਦਿਲੋਂ ਜਾਂ ਉਹਨਾਂ ਨੂੰ ਕੁਦਰਤ ਵੱਲੋਂ ਹੀ ਸੀਗਾ ਜਿਹੜਾ ਸੀਗਾ। ਉਹ ਜਦੋਂ ਵੀ ਉਹਨਾਂ ਦਾ ਗੀਤ ਹੁਣ ਚੱਲਦਾ ਉਹ ਕੰਨਾਂ 'ਚ ਪੈਂਦਾ, ਉਹ ਆਵਾਜ਼ ਪੈਂਦੀ ਹੈ, ਉਹ ਐਂ ਲੱਗਦਾ ਕਿ ਬਸ ਨਾਲ ਹੀ ਨੇ। ਜੀ ਜੀ। ਤੇ ਗੀਤ ਸਾਰੇ ਫੇਵਰੇਟ ਨੇ ਜੀ, ਕੋਈ ਇੱਕ ਇਹੋ ਜਿਹਾ ਗੀਤ ਨਹੀਂ ਹੈ ਜੋ ਫੇਵਰੇਟ ਹੋਵੇ, ਸਾਰੇ ਗੀਤ ਹੀ ਦਿਲ ਦੇ ਸਾਰੇ ਕਰੀਬ ਨੇ। ਕਰੀਬ ਨੇ। ਸਭ ਤੋਂ ਫੇਵਰੇਟ ਜੋ ਮੇਰੇ ਰਾਈਟਰ ਸੀ ਸਤਨਾਮ ਜਿਗਰੀ ਜੀ, ਜੀ ਜੀ। ਉਹ ਪਿੰਡ ਫੂਲ ਦੇ ਸੀ, ਉਹਨਾਂ ਦੇ ਗੀਤ ਮੈਨੂੰ ਜ਼ਿਆਦਾ ਪਸੰਦ ਸੀ। ਹਾਂਜੀ ਜੀ ਜੀ। ਅੱਛਾ ਮਾਤਾ ਜੀ, ਦਦਾਰ ਸੰਧੂ ਸਾਹਿਬ ਦੀ ਜਦੋਂ ਮੌਤ ਹੁੰਦੀ ਹੈ, ਦਦਾਰ ਸੰਧੂ ਸਾਹਿਬ ਦੀ, ਉਸ ਤੋਂ ਬਾਅਦ ਕਾਫੀ ਟੁੱਟ ਗਏ ਸੀ ਰਾਜਸਥਾਨੀ ਸਾਹਿਬ, ਹੈ ਨਾ ਜੀ? ਸੋ ਉਦੋਂ ਕਹਿੰਦੇ ਆ ਕਿ ਵਿਰੋਧ ਵੀ ਕਾਫੀ ਕੀਤਾ ਘਰਦਿਆਂ ਨੇ, ਵੀ ਉਸ ਟਾਈਮ ਵੀ ਵਿਰੋਧ ਕੀਤਾ ਕਿ ਹੁਣ ਤੂੰ ਛੱਡ ਦੇ। ਹਾਂਜੀ ਹਾਂ, ਵਿਰੋਧ ਤਾਂ ਕਰਦੀ ਸੀ ਜੀ। ਅਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਬਹੁਤ ਵਿਰੋਧ ਕਰਦੇ ਸੀ। ਉਹ ਕਹਿੰਦੇ ਸੀ ਵੀ ਉਹ ਚਲੇ ਗਏ ਸੀ, ਇਹਨਾਂ ਨੂੰ ਬਹੁਤ ਹੀ ਵੀ ਐਂ ਧੱਕਾ ਲੱਗਿਆ ਸੀ ਉਹਨਾਂ ਦਾ। ਬਹੁਤ ਵਾਰੀ ਉਹਨਾਂ ਦੇ ਘਰ ਜਾਣਾ, ਉਹਨਾਂ ਦੇ ਬੇਟੇ ਨੂੰ ਮਿਲਣਾ ਜੀ, ਬਹੁਤ ਜਾਂਦੇ ਹੁੰਦੇ ਸੀ ਉਹਨਾਂ ਦੇ ਘਰ। ਅਸੀਂ ਵੀ ਬਹੁਤ ਵਾਰ ਗਏ ਹਾਂ ਜੀ। ਤੇ ਪਰ ਇਹ ਕਹਿੰਦੇ ਸੀ ਵੀ ਨਹੀਂ, ਉਹਨਾਂ ਨੇ ਛੱਡਿਆ ਨਹੀਂ ਜੀ ਕੰਮ ਉਹਨਾਂ ਨੇ। ਫਿਰ ਉਹ ਕਹਿੰਦੇ ਵੀ ਅਸੀਂ ਕਰਾਂਗੇ। ਹਾਂਜੀ ਕਰਕੇ ਜੀ ਜੀ ਜੀ। ਇਹ ਵੀ ਸੁਣਿਆ ਕਿ ਆਖਰ ਸਟੇਜਾਂ ਦੇ ਉੱਪਰ ਦਦਾਰ ਸੰਧੂ ਸਾਹਿਬ ਦੇ ਗੀਤ ਜ਼ਿਆਦਾ ਗਾਉਂਦੇ ਹੁੰਦੇ ਸੀ। ਸ਼ੁਰੂਆਤੀ ਦਿਨਾਂ ਦੀ ਗੱਲ। ਸ਼ੁਰੂਆਤੀ ਦਿਨਾਂ ਦੀ ਬਿਲਕੁਲ ਜੀ, ਕਿਉਂਕਿ ਉਸਤਾਦ ਹੀ ਉਹਨਾਂ ਨੂੰ ਮੰਨਦੇ ਸੀਗੇ। ਦੂਜੀ ਗੱਲ, ਸੋਲੋ ਗੀਤਾਂ ਦੇ ਦੌਰ ਦੇ ਵਿੱਚ ਦੁਗਾਣਿਆਂ ਦਾ ਯੁੱਗ ਵੀ ਬਾਈ ਮੇਜਰ ਰਾਜਸਥਾਨੀ ਜੀ ਨਹੀਂ ਲਿਆਂਦਾ ਸੀ ਦੁਬਾਰਾ ਜੀ। ਕੀ ਖੰਭ ਲਾ ਕੇ ਉੱਡ ਗਈ ਟੇਪ। ਜੀ। ਉਸ ਤੋਂ ਬਾਅਦ ਕੰਪਨੀ ਨੇ ਵੀ ਇਹਨਾਂ ਨੂੰ ਦਦਾਰ ਸੰਧੂ ਦੇ ਰੂਪ 'ਚ ਹੀ ਕੈਸ਼ ਕੀਤਾ ਜੀ। ਇੱਕ ਇਹਨਾਂ 'ਚ ਨੈਚੁਰਲੀ ਦਦਾਰ ਸੰਧੂ ਸੀ, ਦੂਜਾ ਉਸਤਾਦ ਉਹਨਾਂ ਨੂੰ ਮੰਨਦੇ ਸੀ, ਜਾਂ ਗੀਤ ਉੱਦਾਂ ਦੀਆਂ ਤਰਜ਼ਾਂ ਵਾਲੇ ਗਾਤੇ ਇਹਨਾਂ ਨੇ ਦੁਬਾਰਾ। ਕੀ ਖੰਭ ਲਾ ਕੇ ਉੱਡ ਗਈ, ਮੈਨੂੰ ਹੱਸਦੀ ਬੜੀ ਸੋਹਣੀ ਲੱਗਦੀ, ਸਾਡੀਆਂ 4 ਟੇਪਾਂ ਲਗਾਤਾਰ। ਉਸ ਤੋਂ ਬਾਅਦ ਗਾਣਾ ਗਾਇਕੀ ਸੁਰਜੀਤ ਹੋਈ ਹੈ ਜੀ, ਉਹ ਗੀਤਾਂ ਤੋਂ ਬਾਅਦ ਮੈਂ ਬੜੇ ਮਾਣ ਨਾਲ ਕਹਿ ਸਕਦਾ। ਜੀ ਜੀ। ਅੱਛਾ ਬਾਈ ਜੀ, ਇਸ ਗੱਲ ਦੇ ਵਿੱਚ ਕਿੰਨਾ ਕੁ ਸੱਚ ਆ? ਕਹਿੰਦੇ ਜਦੋਂ ਟੇਪ ਇਹਨਾਂ ਦੀ ਆਉਂਦੀ ਸੀ ਕੋਈ, ਕਹਿੰਦੇ ਬੁਕਿੰਗ ਪਹਿਲਾਂ ਹੀ ਹੋ ਜਾਂਦੀ ਸੀ। ਇੰਨੀ ਕੁ ਗੱਲ ਦਾ ਜੀ ਮੈਂ ਕੰਪਨੀ ਵਾਲੇ ਕਹਿੰਦੇ ਸੁਣਿਆ ਵੀ ਇੱਕ ਟਰੱਕ ਜਦੋਂ ਆਉਂਦਾ ਸੀ, ਇੱਕ ਟਰੱਕ ਪਹਿਲੇ ਦਿਨ ਹੀ ਵਿਕ ਜਾਂਦਾ ਸੀ ਜੀ। ਮਹਿਣਾ ਚੌਕ 'ਚ ਜੀ। ਬਠਿੰਡੇ ਦਾ। ਮਤਲਬ ਕਿ ਟੇਪ ਸਾਡੀ ਪੂਰੀ ਨਹੀਂ ਹੁੰਦੀ ਸੀ ਕੰਪਨੀ ਤੋਂ। ਜੀ। ਜੇ ਅੱਜ ਕਲਾਕਾਰ ਕਿਸੇ ਨੇ ਪੈਸੇ ਲੈਤੇ ਨੇ ਕੰਪਨੀਆਂ ਤੋਂ, ਲੈਣੇ ਸਿੱਖੇ ਨੇ, ਉਹ ਵੀ ਤਾਂ ਮੇਜਰ ਰਾਜਸਥਾਨੀ ਜੀ ਨੇ ਸਿਖਾਏ ਨੇ। ਇਹਦੋਂ ਪਹਿਲਾਂ ਤਾਂ 3 ਟੇਪਾਂ ਦਾ ਐਗਰੀਮੈਂਟ ਹੋ ਗਿਆ ਗਾਈ ਜਾਂਦੇ ਆ, ਚਲੋ ਕੋਈ ਗੱਲ ਨਹੀਂ, 4 ਦਾ ਹੋ ਗਿਆ। ਪਰ ਜੇ ਪੈਸੇ ਲੈਣ ਸਿਖਾਏ ਨੇ ਤਾਂ ਮੇਜਰ ਰਾਜਸਥਾਨੀ ਜੀ ਨੇ ਸਿਖਾਏ ਨੇ। ਇਹ ਸਾਰੇ ਕਲਾਕਾਰਾਂ ਦੀ ਬਾਰਡਿੰਗ ਹੈ ਜੀ ਜੀ। ਵੀ ਅਸੀਂ ਪੈਸੇ ਲੈਣ ਉਹਨਾਂ ਨੇ ਸਿਖਾਇਆ। ਤੇ ਬਾਕੀ ਸਭ ਕੁਝ ਉੱਪਰ ਵਾਲਾ ਹੈ, ਉੱਪਰ ਵਾਲਾ। ਉਹਨਾਂ ਤੇ ਬੜਾ ਬਾਬੇ ਨਾਨਕ ਨੂੰ ਬਹੁਤ ਮੰਨਦੇ ਸੀਗੇ ਜੀ। ਕੋਈ ਕੰਮ ਕਰਨਾ, ਜੇ ਕਹਿੰਦਾ ਬਾਈ ਜੀ ਆਪਾਂ ਨੂੰ ਆਹ ਪ੍ਰੋਬਲਮ ਆਊਗੀ ਤੇ ਕੋਈ ਨਾ, ਬਾਬਾ ਨਾਨਕ ਹੈਗਾ। ਇੱਕ ਵਾਰੀ ਅਸੀਂ ਬਾਬਾ ਨਾਨਕ ਜੀ ਨੂੰ ਧਾਏ ਬਿਨਾਂ ਤੁਰ ਗਏ। ਡੈਰੀ ਚੱਕੀ ਨਾਲ ਡੈਰੀ ਦੇ ਪ੍ਰੋਗਰਾਮ ਕੀਤਾ ਸੀ ਬਾਈ ਜੀ ਦਾ, ਆਪ ਬੁੱਕ ਇਹਨਾਂ ਨੇ। ਅਸੀਂ ਚਲੇ ਗਏ ਫਿਰੋਜ਼ਪੁਰ ਦੇ ਏਰੀਆ 'ਚ ਪਹੁੰਚ ਗਏ। ਮੈਂ ਕਿਹਾ ਡਰਾਈਵਰ ਨੂੰ ਕਿਹਾ, ਮੈਂ ਗੱਡੀ ਰੋਕ। ਕਹਿੰਦਾ ਕੀ ਗੱਲ? ਮੈਂ ਯਾਰ ਪਿੰਡ ਤੋਂ 5 ਕਿਲੋਮੀਟਰ ਹੈ। ਕਹਿੰਦੇ ਹਾਂ। ਮੈਂ ਕਿਹਾ ਆੜਾ ਮੇਜਰ ਰਸਤਾ ਨਹੀਂ ਦਾ ਹੋਵੇ, ਨਾ ਕੋਈ ਸਾਈਕਲ, ਨਾ ਕੋਈ ਟਰੈਕਟਰ, ਨਾ ਕੋਈ ਗੱਡੀ, ਨਾ ਕੋਈ ਟਰਾਲੀ, ਕੁਛ ਵੀ ਨਹੀਂ ਯਾਰ, ਸੜਕਾਂ ਖਾਲੀ ਜਾਂਦੀਆਂ। ਮੈਂ ਅੱਜ ਬਾਬਾ ਨਾਨਕ ਨੂੰ ਨਹੀਂ ਧਿਆਇਆ ਬਾਈ ਜੀ। ਕਹਿੰਦਾ ਲਓ ਪਤਾ ਯਾਰ। ਮੈਂ ਉਤਰਿਆ, ਕੁਛ ਨਾ ਮੈਨੂੰ ਨਜ਼ਰ ਆਇਆ। 2 ਕਿਲੋਮੀਟਰ ਅਸੀਂ ਪਿੰਡ ਦੇ ਨੇੜੇ ਫੇਰ ਲੱਗ ਗਏ। 2.5 ਕਿਲੋਮੀਟਰ ਬਾਹਰ ਰਹਿ ਕੇ ਅਸੀਂ ਜਦੋਂ ਉਤਰਿਆ ਤੇ ਮੈਨੂੰ 3-4 ਮਾਈਆਂ ਨਰਮਾ ਚੂਦੀਆਂ ਮਿਲੀਆਂ। ਜੀ। ਆਓ ਭਾਈ, ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਉੱਤੇ ਬਾਜ ਸਾਊਂਡ ਧਰੀ ਹੋਈ ਹੈ, ਕੋਈ ਗੱਲ ਹੈ। ਉਹ ਵੀ ਬਹੁਤ ਮਜ਼ਾਕਣ ਮਾਈਆਂ। ਆਓ ਭਾਈ, ਮੈਂ ਸਤਿ ਸ਼੍ਰੀ ਅਕਾਲ। ਮੈਂ ਜੀ ਫਲਾਣਾ ਪਿੰਡ ਇਹੀ ਹੈ? ਕਹਿੰਦੇ ਹਾਂ। ਮੈਂ ਜੀ ਉੱਥੇ ਫਲਾਨਿਆਂ ਦਾ ਕੋਈ ਘਰ ਹੈਗਾ? ਕਹਿੰਦੇ ਹਾਂ। ਮੈਂ ਉਹਨਾਂ ਨੇ ਖਾੜਾ ਹੈ। ਕਹਿੰਦੀ ਭਾਈ ਖਾੜਾ ਅੱਜ ਹੈ? ਹਾਂਜੀ। ਕਹਿੰਦੀ ਵੇ ਡੁੱਬ ਜਾਣਿਓ, ਜਿਹੜੀ ਕੁੜੀ ਦਾ ਵਿਆਹ ਉਹਦਾ ਨਰਮਾ ਚੁਗਦੀ ਫਿਰਦੀ ਆ, ਅਗਲੇ ਮਹੀਨੇ ਦੀ ਆਹੀ ਤਰੀਕ ਹੈ। ਜੀ ਜੀ। ਇਹ ਮੇਰੇ ਭਾਈ ਸਾਹਿਬ ਨੇ 1 ਮਹੀਨਾ ਪਹਿਲਾਂ ਹੀ ਐਡਵਾਂਸ ਹੀ ਬੁੱਕ ਕਰ ਲਿਆ ਸੀ। ਅਸੀਂ 1 ਮਹੀਨਾ ਪਹਿਲਾਂ ਚਲੇ ਗਏ ਸੀ। ਇਹ ਵੀ ਸਾਡੀ ਘਟਨਾ ਹੈ ਜੀ। ਫਿਰ ਮੈਂ ਕਿਹਾ ਬਾਈ ਕਿਉਂ ਅੱਜ ਬਾਬਾ ਜੀ ਨੂੰ ਧਿਆਇਆ ਨਹੀਂ? ਕਹਿੰਦਾ ਬਾਬਾ ਤਾਂ ਨਹੀਂ ਧਿਆਇਆ, ਹੁਣ ਇੱਥੇ ਕਿਤੇ ਟਾਈਮ ਪਾਸ ਕਰ ਲਓ। ਜੇ ਬਲਕਾਰ ਵਰਗਿਆਂ ਨੂੰ ਪਤਾ ਲੱਗਿਆ ਆਪਣਾ ਮਜ਼ਾਕ ਉਡਾਉਣਗੇ। ਸਾਡਾ ਪ੍ਰੋਗਰਾਮ ਭਾਵੇਂ ਪੁੱਛੋ ਹੁੰਦਾ ਜੀ, ਲੈ ਕੇ ਤਾਂ 9:30 ਵਜੇ ਸਾਨੂੰ ਇੱਥੇ ਆਉਣਾ ਹੁੰਦਾ ਸੀਗਾ ਰਾਮਪੁਰੇ 'ਚ। ਬਸ ਇੰਨਾ ਜੀਅ ਲੱਗਦਾ, ਕਿਸੇ ਲੋਕਾਂ ਨਾਲ ਮਿੱਤਰਤਾ ਹੀ ਨਹੀਂ ਸੀ ਜੀ। ਜੀ ਜੀ। ਜਦੋਂ ਖਾੜੇ ਤੋਂ ਉਤਰਨਾ ਬਾਈ 2 ਮਿੰਟ 4 ਮਿੰਟ ਕਿਸੇ ਨੂੰ ਨਾਰਾਜ਼ ਨਹੀਂ ਕਰਦੇ ਸੀ, ਸਭ ਨੂੰ ਆਪਣਾ ਬਣਾ ਕੇ ਆਉਂਦੇ ਸੀਗੇ। ਜੀ ਜੀ। ਅੱਛਾ ਜਦੋਂ ਬਾਈ ਆਪਾਂ ਇੱਥੇ ਗੱਲਾਂ ਬਾਤਾਂ ਕਰ ਰਹੇ, ਤੁਸੀਂ ਦੱਸ ਰਹੇ ਸੀ ਕਿ ਉਹ ਇੱਕ ਵਾਰੀ ਜਿਹੜਾ ਮੈਟਰ ਸੀ ਉਹ ਘਰ ਹੀ ਭੁੱਲ ਗਏ ਸੀ। ਹਾਂਜੀ। ਤੇ ਫਿਰ ਕਿੱਦਾਂ ਉਹ ਪੂਰਾ ਹੋਇਆ ਖਾੜਾ ਪੂਰਾ ਹੋ ਗਿਆ ਜੀ। ਬਸ ਮੈਂ ਉਹਨਾਂ ਨੂੰ ਕਿਹੜਾ ਅੰਤਰਾ ਦੱਸ ਦਿੰਦਾ ਸੀ। ਮੇਰੇ ਸਾਰਾ ਮੈਟਰ ਤਕਰੀਬਨ ਹੁਣ ਵੀ ਬਬਲੀ ਨਾਲੋਂ ਵੱਧ ਗੀਤ ਮੇਰੇ ਯਾਦ ਹੋਣਗੇ ਜੀ। ਜੀ। ਤੇ ਮੈਂ ਤਕਰੀਬਨ, ਮੇਰਾ ਪਰਮਾਤਮਾ ਨੇ ਇਹੋ ਜਿਹੀ ਸ਼ਕਤੀ ਬਖਸ਼ੀ ਹੈ, ਨਹੀਂ ਫੁਰਤੀ ਬਖਸ਼ੀ ਸੀ। ਜੇ ਉਹਨਾਂ ਨੇ ਕਹਿਣਾ, ਉਹਨੂੰ ਕਹਿਣਾ ਬਸ ਮੂੰਹ ਫਰਕਾ ਕੇ ਜਾਣਾ, ਕਾਰ ਰੀਬਨਾਂ ਵਾਲੀ ਅਸੀਂ ਉਹਨੂੰ ਬੁੱਲਾਂ ਤੋਂ ਪਰਖ ਲੈਣਾ ਵੀ ਹੁਣ ਆਪਾਂ ਗੀਤ ਚੱਕਣਾ। ਮੇਰੀ ਉਸੇ ਚਪੱਤੇ ਦੇ ਵਿੱਚ ਉੱਥੇ ਉਂਗਲ ਪੈਂਦੀ, ਉੱਥੇ ਇੱਕ ਵਾਰੀ ਮੈਂ ਪੜਦਾ ਹੁੰਦਾ, ਉਹੀ ਗੀਤ ਨਿਕਲਦਾ ਹੁੰਦਾ। ਮੈਟਰ ਭੁੱਲ ਗਏ। ਮੈਂ ਬਾਈ ਅੱਜ ਮੈਟਰ ਭੁੱਲਿਆ ਏ।
ਪਹਿਲਾਂ ਤਾਂ ਮੈਂ ਦੱਸਿਆ ਵੀ ਛੇਤਰ ਤਾਂ ਮੇਰੇ ਦੀ ਪੈਣੇ ਆ, ਸੈਕਟਰੀ ਮੈਂ ਆ। ਜੀ ਜੀ ਮੈਟਰ ਭੁੱਲੇ ਕਿੱਥੇ ਹੈ? ਮੈਂ ਬਾਈ ਫਿਰ ਮੈਂ ਤਾਂ ਗੱਡੀ 'ਚ ਹੀ ਸਮਝਿਆ ਤੁਸੀਂ ਰਾਤ ਤਿਆਰੀ ਕਰਦੇ ਸੀ, ਚੁਬਾਰੇ 'ਚ ਪਿਆ। ਹੁਣ ਫਿਰ ਮੈਂ ਬਾਈ ਮੈਂ ਫਿਕਰ ਨਾ ਕਰੀ, ਫਜ਼ੂਲ ਜਾਂ ਨਾ ਕਰੀ, ਮੈਂ ਤੈਨੂੰ ਅੰਤਰਾ ਦੱਸ ਦਿਆ ਕਰੂੰਗਾ ਨਾ। ਉਸ ਤੋਂ ਬਾਅਦ ਫਿਰ ਮੈਂ ਹੈਗਾ, ਮੈਂ ਤੈਨੂੰ ਕਿਹੜਾ ਅੰਤਰਾ ਦੱਸ ਦਿੰਦੇ ਸੀ, ਬਾਕੀ ਪੁਲਿਸ ਲਾ ਆਉਂਦਾ ਸੀ, ਉਹ ਮੈਂ ਫੇਰ ਯਾਦ ਕਰ ਲੈਂਦਾ ਸੀ। ਜਦੋਂ ਮੈਟਰ ਦੇਖ ਕੇ ਕਰੋ ਸੀ ਉਦੋਂ ਵਧੀਆ ਖੜਾ ਲਾ ਕੇ ਦੇਖਦੇ ਸੀ। ਫਿਰ ਅਸੀਂ ਹੱਸੇ, ਮੈਂ ਕਿਹਾ ਬਾਈ ਫਿਰ ਨਾ ਹੀ ਲਿਆ ਕਰੀਏ ਮੈਟਰ। ਕਹਿੰਦਾ ਜਿੱਦੇ ਤੂੰ ਕਿਧਰ ਭੱਜ ਗਿਆ ਉਹਦੇ ਕੀ ਕਰਾਂਗੇ। ਬਹੁਤ ਸਾਡਾ ਜੀ ਮੇਰੇ ਨਾਲ ਤਾਂ 9 ਮਾਹ ਦਾ ਰਿਸ਼ਤਾ ਸੀ। ਇਹੋ ਜਿਹਾ ਸਮਾਂ ਸੀ ਜਦੋਂ 10 ਏਕੜ ਜ਼ਮੀਨ ਵਾਲੇ ਨੂੰ ਇੱਕ ਆੜ੍ਹਤੀਆ ਲੱਖ ਰੁਪਈਆ ਨਹੀਂ ਦਿੰਦਾ ਸੀ, ਅਸੀਂ ਚੱਕ ਕੇ ਲੈ ਜਾਂਦੇ ਸੀ ਵੀਰੇ। ਸਾਡੇ ਤਾਂ ਕੋਈ ਕਿਸਮਤੀ ਘਾਟਾ ਦੇਗੀ, ਸਫ਼ਰ ਬਹੁਤ ਲੰਬਾ ਸੀ ਸਾਡਾ, ਸਮਾਂ ਥੋੜ੍ਹਾ ਮਿਲਿਆ। ਹੁਣ ਵੀ ਮੈਨੂੰ ਮੇਰੇ ਰਿਸ਼ਤੇਦਾਰ, ਮੇਰੇ ਪਿੰਡ ਦੇ, ਮੇਰੇ ਦੋਸਤ ਮਿੱਤਰ ਸਾਰੇ ਹੀ ਕਹਿੰਦੇ ਆ ਜੇ ਅੱਜ ਬਾਈ ਜੀ ਹੁੰਦੇ ਤੁਸੀਂ ਕੈਨੇਡਾ ਅਮਰੀਕਾ ਸੈਟਲ ਹੋਣਾ ਸੀ। ਜੋ ਪ੍ਰਮਾਤਮਾ ਨੂੰ ਭਾਉਂਦਾ ਹੋਣਾ ਉਹੀ ਹੈ, ਉਹਦੀ ਰਜ਼ਾ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਇੱਥੇ ਰਹੇ ਆ 20 ਸਾਲ ਹੋ ਗਏ ਸਾਡੇ ਤੋਂ ਦੂਰ ਗਿਆਂ ਨੂੰ, ਪਰ ਮਹਿਸੂਸ ਨਹੀਂ ਹੁੰਦਾ ਉਹੀ ਕਮਰਾ ਹੈ। ਬਸ ਆਪਾਂ ਇਨਸਾਨ ਬਦਲੇ ਹੋਏ ਆ। ਕਿਤੇ ਸਾਡੇ ਸਜਿੰਦੇ ਬੈਠੇ ਹੁੰਦੇ, ਕੋਈ ਗੀਤਕਾਰ ਬੈਠਾ ਹੁੰਦਾ, ਹਾ ਹਾ ਹੀ 10 ਵਜੇ ਤੱਕ ਮਹਿਫਲ ਚੱਲਦੀ, ਕੰਧਾਂ ਵੀ ਉਹੀ ਨੇ, ਦਰਵਾਜ਼ੇ ਵੀ ਉਹੀ ਨੇ, ਪਰ ਹੁਣ ਆਪਾਂ ਅੱਜ ਬਦਲੇ ਹੋਏ ਆ, ਉਹ ਨਹੀਂ ਹੈ ਜੀ ਜੀ। ਇਹ ਘਰ ਨਹੀਂ। ਪਰ ਉਹ ਦਿਲਾਂ ਦੇ ਵਿੱਚ ਅਮਰਾ ਬਾਈ ਜੀ, ਉਹਨਾਂ ਦੇ ਗੀਤ ਅਮਰਾ, ਉਹ ਵੀ ਅੱਜ ਸਰੋਤਿਆਂ ਦੇ ਦਿਲਾਂ ਦੇ ਵਿੱਚ, ਪਿਆਰ ਕਰਨ ਵਾਲਿਆਂ ਦੇ ਦਿਲਾਂ ਦੇ ਵਿੱਚ ਅਮਰਾ ਅਮਰ ਹੀ ਰਹਿਣਗੇ ਜੀ ਜੀ, ਅਮਰ ਹੀ ਰਹਿਣਗੇ। ਉਹ ਕਲਾਕਾਰੀ ਤਾਂ ਚਲੋ ਨਵਦੀਪ ਨੇ, ਨਵੀ ਨੇ ਦੱਸਿਆ ਹੈ ਵੀ ਕਿ ਉਹਨਾਂ ਨੂੰ ਕੁਦਰਤੀ ਸੀ, ਗੋਡ ਗਿਫਟ ਸੀਗਾ, ਪਰ ਉਹ ਇਨਸਾਨ ਬੜੇ ਚੰਗੇ ਸੀ। ਜੀ ਜੀ। ਰਾਜਸਥਾਨ ਦੇ ਵਿੱਚ ਅਸੀਂ ਪ੍ਰੋਗਰਾਮ 'ਤੇ ਗਏ, ਢਾਬੇ 'ਤੇ ਰੋਟੀ ਖਾ ਰਹੇ ਹਾਂ, ਪੀਲੀਆਂ ਮੰਗਾਂ। 2-3 ਜਣੇ ਆਏ, ਕਹਿੰਦੇ ਵੀ ਇਹਨਾਂ ਨੇ ਗੁੱਡੀ ਦਾ ਵਿਆਹ ਹੈ, ਪੈਸੇ ਦੇ ਦਿਓ। ਬਈ ਪੈਸੇ ਕੱਢਣਗੇ ਬੈਗ 'ਚੋਂ। ਮੈਂ ਬਾਈ ਠਹਿਰ ਜਾਓ, ਕੀ ਗੱਲ? ਮੈਂ ਪੈਸੇ ਨਾ ਦਿਓ, ਕੀ ਗੱਲ? ਮੈਂ ਕਿਹਾ ਜੀ ਆਪਾਂ ਕਿਉਂ ਨਹੀਂ? ਮੈਂ ਗੁੱਡੀ ਦਾ ਵਿਆਹ ਹੈ, ਮੈਂ ਕਿਹਾ ਆਪਾਂ ਕਰਕੇ ਜਾਵਾਂਗੇ ਮਦਰ। ਮੈਂ ਢਾਬੇ ਵਾਲੇ ਨੂੰ ਕਿਹਾ, ਮੈਂ ਵੀ ਤੂੰ ਪੈਸੇ ਸਾਡੇ ਤੋਂ ਰੱਖ ਲੈ, ਇਹਨਾਂ ਦੇ ਘਰੇ ਖੰਡ, ਸਿਲਾਈ ਮਸ਼ੀਨ ਵੀ 2000 ਦਾ ਜੋ ਸਮਾਨ ਚਾਹੁੰਦੇ ਨੇ ਘਰ ਭੇਜ ਦੀ। ਉਹ ਤਿੰਨੇ ਬੰਦੇ ਖਿਸਕ ਗਏ ਜੀ। ਫਿਰ ਢਾਬੇ ਵਾਲੇ ਨੇ ਦੱਸਿਆ ਕਿ ਨਾ ਇਹ ਤਾਂ ਆਦਤ ਹੈ, ਇਹਨਾਂ ਨੇ ਮੰਗ ਕੀ ਖਾਣਾ ਹੁੰਦਾ। ਪਰ ਫਿਰ ਵੀ ਬਾਈ ਜੀ ਨੇ ਕਹਿੰਦਾ ਜੇ ਕਾਸ਼ ਹੁੰਦਾ ਆਪਾਂ ਇੱਥੇ ਕੁਛ ਦੇ ਕੇ ਜਾਂਦੇ ਗਰੀਬਾਂ ਦੇ ਦੁੱਖ ਸੁੱਖ ਦੇ ਵਿੱਚ ਮੋਰੀ ਹੁੰਦੇ ਸੀ। ਇੱਕ ਕਹਾਵਤ ਸੁਣੀ ਹੈ, ਕਹਿੰਦੇ ਵੀ ਕਿਸੇ ਦੇ ਸੰਸਾਰ ਤੋਂ ਤੁਰ ਜਾਣ ਬਾਅਦ ਪੰਛੀ ਰੋਂਦੇ ਆ। ਜੀ ਜੀ ਬਿਲਕੁਲ। ਮੇਰੇ ਯਾਦ ਹੈ ਉਹ ਟਾਈਮ ਪੰਛੀ ਵੀ ਰੋਏ ਸੀ ਰਾਮਬਾਗ 'ਚ। ਕੁਲਦੀਪ ਮਾਨਕ ਜੀ ਨੇ ਤਾਂ ਮਾਰੀ ਆ, ਕਹਿੰਦੇ ਇਹਨੂੰ ਕਹਿੰਦੇ ਆ ਪੰਛੀ ਰੋਂਦੇ, ਕਹਿੰਦਾ ਅੱਜ ਪੰਛੀ ਰੋ ਰਹੇ ਨੇ। ਉਹ ਸਾਰੇ ਜਿੰਨੇ ਉੱਤੇ ਖੜੀ ਸਾਰਿਆਂ ਨੂੰ ਦਿਖਾਏ, ਪੰਛੀ ਵੀ ਰੋ ਰਹੇ ਸੀਗੇ। ਇੱਕ ਇਹੀ ਜੀ ਮਹਾਨ ਹਸਤੀ ਦੇ ਤੁਰ ਜਾਣ ਨਾਲ ਪਰਿਵਾਰ ਤਾਂ ਆਂਟੀ ਹੋਰਾਂ ਨੇ ਸਾਂਭ ਲਿਆ, ਸੰਭਾਲਾ ਦੇ ਲਿਆ। ਚਲੋ ਬਹੁਤ ਵੱਡੀ ਕੁਰਬਾਨੀ ਹੈ ਇਹਨਾਂ ਦੀ, ਇਹ ਸਾਡੇ ਲਈ, ਸਾਡੇ ਪਰਿਵਾਰ ਲਈ, ਇਸ ਪਰਿਵਾਰ ਲਈ। ਪਰ ਜਿਹੜੇ ਸਾਡੇ ਸਜਿੰਦੇ ਪਰਿਵਾਰ, ਕੰਪਨੀਆਂ ਵਾਲੇ ਪਰਿਵਾਰ, ਸਾਊਂਡ ਵਾਲੇ ਪਰਿਵਾਰ, ਸਾਡੇ ਨਾਲ ਕੋਈ ਗੱਡੀ ਕਿਰਾਏ 'ਤੇ ਜਾਣੀ, ਉਹ ਪਰਿਵਾਰ, ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ। ਇੱਕ ਕਲਾਕਾਰ ਚੱਲਣ ਦੇ ਨਾਲ 20 ਪਰਿਵਾਰ ਅਸੀਂ ਸੋਚ ਰਹੇ ਵੀ ਰੋਟੀ ਪੈਂਦੇ ਹਾਂ। ਬਹੁਤ ਸਾਨੂੰ ਬਹੁਤ ਵੱਡਾ ਘਾਟਾ ਪਿਆ। ਚਲੋ ਜਿੱਥੇ ਰੱਖੇ ਰੱਬ ਉੱਥੇ ਹੀ ਰਹਿਣਾ ਪੈਂਦਾ ਹੈ, ਪਰ ਜਿੰਨਾ ਚਿਰ ਸਾਹ ਬਗਣਗੇ ਦਿਲਾਂ 'ਚੋਂ ਨਹੀਂ ਨਿਕਲਦੇ। ਬਿਲਕੁਲ ਜੀ ਬਿਲਕੁਲ। ਬਾਈ ਜੀ ਤੁਹਾਡਾ ਸਾਥ ਕਿੰਨੇ ਟਾਈਮ ਦਾ ਰਿਹਾ? ਮੇਰੇ 6 ਤਰੀਕ ਨੂੰ ਸੱਟ ਵੱਜ ਗਈ ਸੀ, 6 ਦਸੰਬਰ ਨੂੰ ਜੀ 1999 99 ਦੇ ਜੀ। 6 ਦੇ ਵਿੱਚ ਮੇਰੇ ਕੰਨ 'ਤੇ ਟਾਂਕੇ ਲੱਗੇ ਸੀ। ਇੱਥੇ ਬਾਈ ਜੀ ਵੀ ਲਵਾ ਕੇ ਲਿਆਏ ਸੀ, ਭਾਬੀ ਜੀ ਨਾਲ ਉੱਥੇ ਹੀ ਸੀਗੇ ਸਾਰੇ। ਮੇਰਾ ਐਕਸੀਡੈਂਟ ਹੋ ਗਿਆ ਸੀ ਇੱਥੇ, ਨਵਾਂ ਸਕੂਟਰ ਭੰਨਿਆ ਮੈਂ, ਸਾਡਾ ਸਟਾਰ ਵੈਸਪਾ ਮੈਥੋਂ ਹੀ ਟੁੱਟਿਆ ਜੀ ਜੀ। ਅਤੇ ਉਦੋਂ ਮੈਂ ਘਰੇ ਰਹਿੰਦਾ ਸੀਗਾ। ਮੇਰੇ ਯਾਦ ਆ 10 ਤਰੀਕ ਨੂੰ ਮੈਨੂੰ ਫੋਨ ਕੀਤਾ, ਕਿੱਥੇ ਅੱਜ? ਮੈਂ ਘਰੇ ਹੀ ਆ। ਮੈਂ ਬਈ ਉਹ ਘਰੇ ਹੀ ਆ, ਜਦੋਂ ਫੱਟਣਾ। ਕਹਿੰਦਾ ਫਿਰ ਅਸੀਂ ਤੇਰੇ ਕੋਲ ਆਵਾਂਗੇ 10 ਤਰੀਕ ਨੂੰ। ਸਾਡਾ ਹੀ ਕਹੂੰਗਾ, ਬੇਸ਼ੱਕ ਮੈਂ ਨਾਲ ਨਹੀਂ ਸੀ ਉਸ ਦਿਨ। ਸਹਿਜੜਾ ਪਿੰਡ ਬਰਨਾਲੇ ਨੇੜੇ ਸਾਡਾ ਲਾਸਟ ਪ੍ਰੋਗਰਾਮ ਸੀ ਜੀ ਜੀ। ਆਖਰੀ ਸਟੇਜ ਲੱਗੀ ਸੀ, ਆਖਰੀ ਸਟੇਜ ਸੀ ਸਹਿਜੜਾ ਪਿੰਡ, 10 ਤਰੀਕ ਦੀ ਸੀ ਮੇਰੇ ਯਾਦ ਆ। ਜੀ ਜੀ। ਉੱਥੋਂ ਆਉਂਦੇ ਕੁਛ ਦੋਸਤਾਂ ਮਿੱਤਰਾਂ ਨਾਲ ਘੁੰਮੇ, ਆ ਕੇ ਮੈਂ ਪੱਟੜੀ ਸੀਗਾ, ਪਰ ਮੈਂ ਪੱਗ ਜੀ ਬੰਨ੍ਹ ਕੇ ਕੰਨ ਦੀ ਸੱਟ ਜੀ ਲੁਕੋ ਕੇ ਤੁਰਿਆ ਫਿਰਦਾ ਸੀ। ਮੈਂ ਅਤੇ ਮਿੰਟੂ ਅਸੀਂ ਨਿਹਾਲਿਆਲ ਸੀ ਜਦੋਂ ਸਾਨੂੰ ਇਹ ਮੰਦੀ ਖਬਰ ਸੁਣੀ। ਉਸ ਤੋਂ ਬਾਅਦ ਤਾਂ ਸਾਡੇ ਸਜਿੰਦੇ, ਅਸੀਂ ਪਰਿਵਾਰ ਕਾਫੀ ਟਾਈਮ ਸਦਮੇ ਦੇ ਵਿੱਚ ਹੀ ਰਹੇ ਹਾਂ। ਜੀ ਜੀ। ਬਹੁਤ ਵੱਡੀ ਸੱਟ ਸੀ ਸਾਡੇ ਲਈ। ਅੱਜ ਵੀ ਜ਼ਿਆਦਾ ਨਹੀਂ, ਸੱਟ ਅੱਜ ਵੀ ਸਾਡੀ ਰੜਕਦੀ ਆ। ਇਹ ਗੱਲ ਜ਼ਿਆਦਾ ਨਹੀਂ, ਅੱਜ ਵੀ ਰੜਕਦੀ ਹੈ, ਪਰ ਹੋਇਆ ਸਾਡਾ ਜਵਾਨ ਪੁੱਤ। ਜੀ ਜੀ। ਇਹਨੂੰ ਦੇਖ ਕੇ ਅਸੀਂ ਫਿਰ ਹੌਸਲੇ ਦੇ ਵਿੱਚ ਆ ਜਾਂਦੇ ਹਾਂ ਵੀ ਚਲੋ ਉਹਨਾਂ ਦੀ ਇੰਨੀ ਲਿਖੀ ਸੀ, ਸਾਡੇ ਕੋਲ ਉਹਨਾਂ ਦੀ ਨਿਸ਼ਾਨੀ ਹੈਗੀ ਆ। ਬਹੁਤ ਤਰੱਕੀ ਕਰ ਰਿਹਾ, ਬਹੁਤ ਲਾਇਕ ਬੱਚਾ ਸਾਡਾ। ਇਹ ਗਾਇਕੀ 'ਚ ਤਾਂ ਨਹੀਂ, ਇਹ ਆਪਦੀ ਦੋਸਤੀ ਮਿੱਤਰਤਾ, ਆਪਦੀ ਸੂਝ ਬੂਝ ਨਾਲ ਉਨਾ ਹੀ ਨਾਮ ਬਣਾ ਰਿਹਾ ਜਿੱਥੇ ਇਹ ਬੈਠ ਗਿਆ।
ਸੁਭਾਅ ਨਾਲ ਹੀ ਹੈ। ਜੀ। ਪਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ੇ, ਦੁਆ ਕਰਦੇ ਹਾਂ ਜੀ, ਇਸ ਜੀ। ਪਰਿਵਾਰ ਨੂੰ ਤਰੱਕੀਆਂ ਬਖਸ਼ੇ। ਜੀ ਤੇ ਮੈਨੂੰ ਬੜੀ ਖੁਸ਼ੀ ਆਈ, ਮੈਂ ਇਸ ਪਰਿਵਾਰ ਨਾਲ ਅੱਜ ਵੀ ਉਦੋਂ ਜ਼ਿਆਦਾ ਵਰਤ ਰਿਹਾ। ਜੀ ਨਹੀਂ ਤਾਂ ਜਦੋਂ ਕੋਈ ਬੰਦਾ ਰਹਿੰਦਾ ਨਹੀਂ, ਪਾਸਾ ਵੱਟ ਲੈਂਦੇ ਆ ਬਿਲਕੁਲ। ਵੀ ਆਪਣਾ ਕੰਮ ਨਿਕਲ, ਆਪਣਾ ਕੋਈ ਕੰਮ ਦੀ ਚੀਜ਼ ਨਹੀਂ, ਇੱਥੇ ਆਪਾਂ ਆਉਣਾ ਕਾਹਦੇ ਲਈ ਨਾ। ਉਦੋਂ ਜ਼ਿਆਦਾ ਸਕੂਨ ਮਿਲਦਾ ਇਸ ਘਰ 'ਚ ਆ ਕੇ, ਆਉਂਦੇ ਆ ਉਨਾ ਹੀ ਪਿਆਰ ਮਿਲਦਾ, ਉਦੋਂ ਵੱਧ ਮਿਲਦਾ ਹੈ। ਸਾਰਾ ਕੁਝ ਇਹ ਉਦਾਂ ਹੀ ਚੱਲੀ ਜਾਣਾ, ਪਰ ਬਿਲਕੁਲ। ਉਹਨਾਂ ਦੀ ਘਾਟ ਨਹੀਂ। ਬਿਲਕੁਲ ਜੀ। ਮਾਤਾ ਜੀ 14 ਦਸੰਬਰ 1999 ਉਹ ਮੰਦਭਾਗਾ ਦਿਨ ਸੀਗਾ, ਹਾਂਜੀ ਕਿੱਥੇ ਸੀ ਬਾਈ ਜੀ ਉਦੋਂ? ਉਹ ਪਿਛਲੇ ਰੂਮ 'ਚ ਸੀ ਜੀ, ਸੁੱਤੇ ਹੋਏ ਸੀ। ਜੀ ਹਾਂਜੀ ਵੀ ਉਸ ਟਾਈਮ ਘਰ 'ਚ ਸੀ? ਹਾਂਜੀ ਘਰੇ ਸੀ ਅਸੀਂ ਤਾਂ। ਸਵੇਰ ਵੀ ਅਸੀਂ ਉੱਠੇ ਜਦੋਂ 5:30 ਵਜੇ, ਜੀ ਤੇ ਬੱਚੇ ਬਹੁਤ ਛੋਟੇ ਸੀ, ਸਕੂਲ ਜਾਣ ਵਾਸਤੇ ਤਿਆਰ ਕਰਦੇ ਸੀ। ਇਹਨੂੰ ਬੇਟੇ ਨੂੰ ਤਾਂ ਮੈਂ ਬਾਹਰ ਲਈਏ, ਰੌਲਾ ਪਾਉਂਦੇ ਸੀ ਨਾ, ਫਿਰ ਉਹ ਕਹਿੰਦੇ ਸੀ ਵੀ ਨੀਂਦ ਖਰਾਬ ਹੁੰਦੀ ਹੈ, ਤੁਸੀਂ ਬਾਹਰ ਚਲੇ ਜਾਓ। ਜੀ ਗੁੜੀਆ ਨੂੰ ਮੈਂ ਲੈ ਆਈ ਜੀ ਬਾਹਰ, ਤੇ ਬੇਟਾ ਸੁੱਤਾ ਪਿਆ ਸੀ, ਨਾਲ ਹੀ ਸੁੱਤਾ ਸੀ ਉਹਨਾਂ ਦੇ। ਜੀ ਵੀ ਸਾਨੂੰ ਬਿਲਕੁਲ ਵੀ ਐਂ ਪਤਾ ਨਹੀਂ ਸੀ ਵੀ ਐਵੇਂ ਗੱਲ ਹੋਈ ਪਈ ਹੈ। ਜੀ ਉਹ ਤਾਂ ਅਸੀਂ ਚਾਹ ਚੂਹ ਬਣਾ ਲਈ ਜੀ, ਪੀ ਲਈ ਬਸ। ਫਿਰ ਸਾਨੂੰ ਬਾਅਦ 'ਚ ਜਦੋਂ ਅਸੀਂ ਪਤਾ ਲੱਗਿਆ, ਇਹ ਕਹਿ ਰਿਹਾ ਬੇਟਾ ਵੀ ਮੰਮਾ ਅੱਜ ਘਰਾੜੇ ਨਹੀਂ ਮਾਰੇ ਡੈਡੀ, ਬਹੁਤ ਉੱਚੀ ਉੱਚੀ ਘਰਾੜੇ ਮਾਰਦੇ ਸੀ ਸਾਹਮਣੇ। ਹਾਂਜੀ ਬਸ ਫਿਰ ਜਦੋਂ ਅਸੀਂ ਦੇਖਿਆ, ਸਾਡੇ ਇੱਕ ਮਾਮਾ ਜੀ ਰਹਿੰਦੇ ਆ ਜੀ ਰਾਜਸਥਾਨ ਤੋਂ, ਸਾਡੇ ਕੋਲ ਰਹਿੰਦੇ ਸੀ ਮਾਮਾ ਜੀ। ਜੀ ਉਹ ਸੀਗੇ ਸਾਡੇ, ਬਾਕੀ ਹੋਰ 2-4 ਮੈਂਬਰ ਸੀਗੇ ਘਰੇ ਬਹਾਦਰ ਰੱਖੇ ਸੀ, ਉਹ ਸੀ। ਫਿਰ ਅਸੀਂ ਮਾਮਾ ਜੀ ਉੱਪਰ ਪਏ ਸੀ, ਅਸੀਂ ਉਹਨਾਂ ਨੂੰ ਬੁਲਾਇਆ ਸੀ ਕਿ ਮਾਮਾ ਜੀ ਤੁਸੀਂ ਨੀਚੇ ਆਓ ਵੀ ਦੇਖੋ। ਫਿਰ ਬਸ ਜਦੋਂ ਦੇਖਿਆ ਜੀ, ਅਸੀਂ ਗਲੀ ਗਵਾਂਢ ਸਾਡੀ ਭੈਣ ਨੂੰ ਫੋਨ ਕਰਤਾ, ਭੈਣ ਆ ਗਈ ਫਟਾਫਟ, ਇਹਨੂੰ ਬੁਲਾ ਲਿਆ ਸਾਡੇ ਬਹਾਦਰ ਵੀ, ਤੁਸੀਂ ਆਓ ਆਂਟੀ ਜੀ ਵੀ। ਅੰਕਲ ਬੋਲ ਨਹੀਂ ਰਹੇ ਕੁਝ ਵੀ, ਜੀ ਹਿੱਲ ਨਹੀਂ ਰਹੇ, ਬੋਲ ਨਹੀਂ ਰਹੇ। ਫਿਰ ਜਦੋਂ ਆਏ ਸਾਰੇ ਦੇਖਿਆ, ਮੌਤ ਜਿਹੜੀ ਸੀ ਹਾਰਟ ਅਟੈਕ ਨਾਲ ਮੈਨੂੰ ਲੱਗਦਾ? ਹਾਂਜੀ ਹਾਰਟ ਅਟੈਕ ਹੀ ਹੋਇਆ ਰਾਤ ਨੂੰ। ਤਾਂ 10 ਵਜੇ ਆ ਭੈਣ ਬੈਠੀ ਸੀ, ਇੱਕ ਸਰਜੀਤ ਢਿੱਲੋਂ ਪਿੱਥੋਂ ਵਾਲਾ ਜਿਹੜਾ ਜੀ ਸਾਡਾ ਵੀ ਉਹਨਾਂ ਨਾਲ ਬਹੁਤ, ਪਰਿਵਾਰ ਨਾਲ ਘਰ ਵਾਲੀ ਲਿੰਕ ਹੈ ਜੀ ਬਹੁਤ ਜ਼ਿਆਦਾ। ਜੀ ਉਹ ਸੀ, ਇੱਕ ਉਹਨਾਂ ਦਾ ਭਤੀਜਾ ਸੀ। ਸਾਰੇ ਅਸੀਂ 11:30 ਪੌਣੇ 12 ਵਜੇ ਤੱਕ ਅਸੀਂ ਬੈਠੇ ਰੂਮ 'ਚ, ਜੀ ਵਧੀਆ ਰੋਟੀ ਪਾਣੀ ਖਾਧਾ ਜੀ, ਗਾਣੇ ਗਾਈ ਜਾਂਦੇ, ਇਹਨਾਂ ਨੂੰ ਸੁਣਾਏ। ਭੈਣ ਨੂੰ ਕਹਿੰਦੇ ਤੁਸੀਂ ਅੱਜ ਘਰੇ ਨਹੀਂ ਜਾਣਾ, ਇਹ ਕਹਿੰਦੇ ਨਹੀਂ ਵੀ ਘਰੇ ਤਾਂ ਜਾਵਾਂਗੇ, 12 ਵਜੇ ਕੇ ਅਸੀਂ ਸੌਣਾ ਨਹੀਂ, ਐਵੇਂ ਮਜ਼ਾਕ ਕਰੀ ਜਾਂਦੇ ਸੀ। ਪਰ ਸਾਨੂੰ ਕਿਸੇ ਨੂੰ ਵੀ ਇੰਨੇ ਮੈਂਬਰਾਂ 'ਚੋਂ ਨਹੀਂ ਪਤਾ ਸੀ ਵੀ ਸਵੇਰੇ ਸਾਨੂੰ ਕਿਹੋ ਜਿਹਾ ਦਿਨ ਚੜੂਗਾ, ਕੀ ਹੋਊਗਾ। ਬਸ 1 ਮਿੰਟ ਲੱਗੇ ਜੀ, ਪਤਾ ਨਹੀਂ ਲੱਗਿਆ ਵੀ 3 ਵਜੇ ਹੋਇਆ ਜਾਂ 4 ਵਜੇ ਹੋਇਆ, ਵੀ ਕੋਈ ਪਤਾ ਨਹੀਂ ਜੀ ਸਾਨੂੰ ਉਸ ਗੱਲ ਦਾ। ਅਸੀਂ ਸੁਬਾਹ ਹੀ ਦੇਖਿਆ ਫਿਰ 5:30-6 ਵਜੇ। ਜੀ ਹਾਂਜੀ ਜੀ ਸੰਗੀਤ ਜਗਤ ਦੇ ਵਿੱਚ ਜੇ ਦੇਖੀਏ ਤਾਂ ਮਾਤਾ ਜੀ ਉਹਨਾਂ ਨੂੰ ਉਦਾਸ ਗੀਤਾਂ ਦਾ ਬਾਦਸ਼ਾਹ ਕਿਹਾ ਜਾਂਦਾ ਆ। ਸੁਭਾਅ ਪੱਖੋਂ ਕਿੱਦਾਂ ਦੇ ਸੀ? ਸੁਭਾਅ ਵੀ ਠੀਕ ਸੀ, ਜਾਂ ਤਾਂ ਵਿੱਚ ਲੜ ਵੀ ਪੈਂਦੇ ਸੀ, ਤੇ ਉਹ ਸੁਭਾਅ ਬਹੁਤ ਵਧੀਆ ਸੀ, ਦੁਨੀਆ ਵਾਸਤੇ ਤਾਂ ਬਹੁਤ ਵਧੀਆ ਸੀ ਜੀ। ਜੀ ਪਰ ਐਂ ਵੀ ਸਾਰੇ ਸਾਡੇ ਰਿਸ਼ਤੇਦਾਰ ਡਰਦੇ ਬਹੁਤ ਸੀ ਉਹਨਾਂ ਤੋਂ, ਰੋਹ ਪਾਲਾ ਸੀ ਉਹਨਾਂ ਦਾ। ਉਹਨਾਂ ਦੇ ਵੱਡੇ ਭਾਈ ਵੀ, ਸਾਡੇ ਰਿਸ਼ਤੇਦਾਰ ਜੋ ਵੀ ਸੀ, ਉਹ ਕੁਝ ਬੋਲਦੇ ਨਹੀਂ ਸੀ ਉਹਨਾਂ ਮੂਹਰੇ, ਕੁਛ ਹੀ ਕਹੀ ਜਾਂਦੇ ਸੀ, ਕੁਛ ਨਹੀਂ ਬੋਲਦੇ ਸੀ। ਮੈਨੂੰ ਲੱਗਦਾ 5 ਭਰਾ ਸੀ ਜੀ ਜਾਂ 4? ਹਾਂਜੀ 5 ਸੀ, ਇੱਕ ਭੈਣ ਸੀ। ਇੱਕ ਭੈਣ। ਸਭ ਤੋਂ ਛੋਟੇ ਸੀ ਜੀ? ਹਾਂਜੀ ਸਭ ਤੋਂ ਛੋਟੇ ਸੀ। ਹਾਂਜੀ ਜੀ ਬਬਲੀ ਬਾਈ, ਜਿਹੜਾ ਗੁਰੂ ਤੇ ਚੇਲੇ ਦਾ ਰਿਸ਼ਤਾ ਹੁੰਦਾ ਆ, ਹਾਸੇ ਠੱਠੇ ਵਾਲਾ ਵੀ ਹੁੰਦਾ ਆ ਤੇ ਰੋਬ ਵਾਲਾ ਵੀ ਹੁੰਦਾ ਆ, ਹਨਾ। ਪਰ ਬਾਈ ਜੀ ਝੜਕ ਵੀ ਦਿੰਦੇ ਸੀ ਤੁਹਾਨੂੰ ਜਦੋਂ ਕਦੇ ਗਲਤੀ ਹੋ ਜਾਂਦੀ ਸੀ? ਗਲਤੀਆਂ ਤਾਂ ਹੁੰਦੀਆਂ ਹੋਣਗੀਆਂ ਜਵਾਨੀ ਦੇ ਟਾਈਮ ਦੇ ਵਿੱਚ? ਨਹੀਂ ਗਲਤੀ ਤਾਂ ਮੈਂ ਨਾ ਹੀ ਕੋਈ ਕੀਤੀ ਮੈਂ, ਤੇ ਪਰ ਮੈਂ ਨਾ ਮਤਲਬ ਜਦੋਂ ਇੱਥੇ ਆਉਂਦਾ ਸੀ ਇਹਨਾਂ ਕੋਲੇ, ਤੇ ਇਹਨਾਂ ਨਾਲ ਅੱਖ ਨਹੀਂ ਮਿਲਾਉਂਦਾ ਸੀ ਮੈਂ। ਜੀ ਕੀ ਕਾਰਨ? ਜਿਵੇਂ ਨਾ ਆਂਟੀ ਜੀ ਨੇ ਦੱਸਿਆ ਵੀ ਇਹਨਾਂ ਦਾ ਸੁਭਾਅ ਹੀ ਰੋਹਬਦਾਰ ਸੀਗਾ। ਹਾਂਜੀ ਜਦੋਂ ਹੀ ਬੋਲਦੇ ਸੀਗੇ ਹਾਂ ਵੀ ਹਾਂ ਕਿਵੇਂ ਤੂੰ ਕਿਹੜਾ, ਮੈਂ ਉੱਪਰ ਚਵਾਰੇ 'ਚ ਮੈਨੂੰ ਗੀਤ ਸੁਣਨ ਲੱਗ ਗਏ। ਜੀ ਤੇ ਜਦੋਂ ਮੈਥੋਂ ਗੀਤ ਸੁਣ ਮੇਰਾ ਸਾਹ ਫੁੱਲ ਜਾਂਦਾ, ਕੀ ਗੱਲ ਤੇਰਾ ਸਾਹ ਫੁੱਲਦਾ ਹੈ? ਮੈਂ ਕਿਹਾ ਮੈਥੋਂ ਅੰਕਲ ਜੀ ਗਾਇਆ ਨਹੀਂ ਜਾਂਦਾ। ਜੇ ਮੇਰੇ ਮੂਹਰੇ ਨਹੀਂ ਗਾਉਂਦਾ ਤੇ ਲੋਕਾਂ ਮੂਹਰੇ ਕਿਵੇਂ ਗਾ ਲਵਾਂਗਾ? ਮੈਂ ਕਿਹਾ ਜੀ ਉੱਥੇ ਗਾ ਲੂੰਗਾ। ਇਸ ਤਰ੍ਹਾਂ ਮੈਂ ਉਹਨਾਂ ਤੋਂ ਮਤਲਬ ਡਰਦਾ ਹੀ ਸੀਗਾ। ਜੀ ਹਾਂਜੀ ਤੁਸੀਂ ਬਾਈ ਜੀ ਸਟੇਜ ਵੀ ਸਾਂਝੀ ਕੀਤੀ ਹੈ ਬਾਈ ਜੀ ਹੋਰਾਂ ਨਾਲ ਕੋਈ? ਨਹੀਂ ਸਟੇਜ ਨਹੀਂ ਸਾਂਝੀ ਕੀਤੀ ਮੈਂ। ਹਾਂਜੀ ਸਟੇਜ ਸਾਂਝੀ ਨਹੀਂ? ਨਾ ਜੀ ਸਟੇਜ ਨਹੀਂ ਸਾਂਝੀ ਕੀਤੀ, ਕਿਉਂਕਿ ਸਿਖਾਉਂਦੇ ਸੀ ਨਾ ਹਜੇ, ਤਾਂ ਮਤਲਬ ਪਾਸੇ ਮੈਨੂੰ ਰੱਖ ਕੇ ਤਿਆਰੀ ਕਰਵਾ ਰਹੇ ਸੀ ਮੇਰੇ। ਜੀ ਹਾਂਜੀ ਤੁਹਾਡਾ ਫਿਰ ਸਭ ਤੋਂ ਪਿਆਰਾ ਗੀਤ ਕਿਹੜਾ ਲੱਗਦਾ ਆ ਤੁਹਾਨੂੰ? ਗੀਤ ਤਾਂ ਉਹਨਾਂ ਦੇ ਸਾਰੇ ਵਧੀਆ ਸੀਗੇ। ਹਾਂ ਜਿਵੇਂ ਕਿ ਉਹਨੂੰ ਯਾਦ ਤਾਂ ਜ਼ਰੂਰ ਮੇਰੀ ਆਉਂਦੀ ਹੋਵੇਗੀ ਇਹ ਗੀਤ। ਇੱਕ ਇਹਨਾਂ ਦਾ ਲਾਸਟ ਗੀਤ ਆਇਆ ਸੀਗਾ, ਲਾਸਟ ਟੇਪ ਆਈ ਸੀਗੀ, 4 ਲਾਵਾਂ ਲੈ ਕੇ ਉਹ ਮਾਹੀ ਦੀ ਬਣ ਗਈ, ਵਿਆਹ ਤੋਂ ਬਾਅਦ ਚੰਦਰੀ ਬੁਲਾਉਣ ਹਟ ਗਈ। ਹਾਂਜੀ ਉਹ ਗੀਤ ਮਤਲਬ ਸਾਡੇ ਤਲਵੰਡੀ ਭਾਈ ਉੱਥੇ ਮੇਲੇ 'ਤੇ ਮੈਂ ਫਸਟ ਟਾਈਮ ਗਾਇਆ ਸੀਗਾ, ਫਸਟ ਸਟੇਜ ਸੀ ਮੇਰੀ। ਜੀ ਉੱਥੋਂ ਮੇਰੀ ਜਿਵੇਂ ਕਹਿ ਲਓ ਮੇਲੇ ਤੋਂ ਪਹਿਚਾਣ ਬਣੀ ਸੀ ਕਿ ਮੇਰੀਆਂ ਟਿੱਪਾਂ ਆਉਣ ਤੋਂ ਪਹਿਲਾਂ ਹੀ ਮੈਨੂੰ ਪ੍ਰੋਗਰਾਮ ਪੈਣ ਲੱਗ ਗਏ। ਹਾਂਜੀ ਇਹ ਗੀਤ ਮੈਂ ਚਾਹੂੰਗਾ ਗੁਣਗੁਣਾ ਕੇ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰਿਓ। ਉਹਨਾਂ ਨੂੰ ਮੇਜਰ ਆਸਨ ਜੀ ਦਾ। ਠੀਕ ਹੈ ਇਦਾਂ ਹੀ ਕਰ ਦੋ ਕੋਈ ਗੱਲ ਯਾਦ? ਠੀਕ ਹੈ। ਮੈਂ ਅੱਜ ਨਾ ਮੇਰੇ ਮਨ 'ਚ ਸੀਗਾ ਗੀਤ, ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਯਾਦ ਨੂੰ, ਕਿਉਂਕਿ ਉਹਨਾਂ ਨੇ ਹੁਣ ਆਉਣਾ ਨਹੀਂ ਗਾ। ਜੀ
ਉੱਡ ਜਾਵੇ ਕਾਵਾਂ ਬੋਲ ਹੋਰ ਜਾ ਬਨੇਰੇ ਕਿਸੇ ਸਾਡੇ ਬੂਹੇ ਪਾਉਣੇ ਨਹੀਂ ਓ ਪੈਰ ਢੇਰ ਚਿਰ ਹੋਇਆ ਸਾਡੀ ਆਸ ਮੁੱਕ ਚੁੱਕੀ ਉਹਨਾਂ ਮੋੜ ਨਹੀਂ ਓ ਆਉਣਾ ਸਾਡੇ ਸ਼ਹਿਰ ਉੱਡ ਜਾਵੇ ਕਾਵਾਂ। ਵਾਹ ਜੀ ਵਾਹ, ਕੀ ਬਾਤ ਹੈ। ਮਾਨ ਸਾਹਿਬ, ਸੁਭਾਅ ਦੀ ਗੱਲ ਇੱਧਰ ਪਰਿਵਾਰ ਵੱਲ ਤਾਂ ਹੋ ਗਈ, ਪਰਿਵਾਰ ਵੱਲੀ ਸੁਭਾਅ ਅੱਡ ਹੁੰਦਾ, ਯਾਰਾਂ ਦੋਸਤਾਂ ਦੇ ਵਿੱਚ ਸੁਭਾਅ ਅਲੱਗ ਹੁੰਦਾ, ਤੁਹਾਡੇ ਨਾਲ ਕਿੱਦਾਂ ਦੇ ਸੀ? ਇਹ ਨਾ ਪਰਿਵਾਰ ਦਾ ਸ਼ਿਕਵਾ ਵੀ ਜਾਇਜ਼ ਹੈ ਜੀ ਪਰ ਇਹ ਪਰਿਵਾਰ ਨੂੰ ਉਹਨਾਂ ਦੇ ਥਕੇਵੇਂ ਬਾਰੇ ਨਹੀਂ ਪਤਾ ਹੁੰਦਾ ਸੀਗਾ ਜੀ ਕਿਉਂਕਿ ਸੁਬਾਹ ਮੈਂ 7 ਵਜੇ ਉਹਨਾਂ ਨੂੰ ਬੈੱਡ ਤੋਂ ਉਠਾ ਲੈਂਦਾ, ਨਹਾਓ ਬਾਈ ਜੀ, ਅਸੀਂ 8 ਵਜੇ ਰਵਾਨਾ ਹੋ ਜਾਂਦੇ, 4 ਘੰਟੇ ਦਾ ਸਫ਼ਰ ਹੁੰਦਾ, 12 ਵਜੇ ਪਹੁੰਚਦੇ, ਉੱਧਰੋਂ ਫਿਰ 3-4 ਘੰਟੇ ਗਾ ਕੇ ਫਿਰ ਉਵੇਂ ਜੀ ਹਾਹਾ ਹੀ ਕਰਦੇ ਆਉਣਾ। ਉਹ ਥਕਾਵਟ ਦੇ ਵਿੱਚ ਉਹ ਤਣਾਅ ਰੱਖਣਾ ਉਹਨਾਂ ਨੇ ਇੱਕ ਮਤਲਬ ਕਿ 99 ਦੇ ਵਿੱਚ ਬੀਪੀ ਬੂਪੀ ਦਾ ਵੀ ਇੱਧਰ ਉੱਧਰ ਹੱਲਣ ਲੱਗ ਗਿਆ ਸੀਗਾ ਜੀ। ਬਾਕੀ ਸਵੇਰੇ ਰੋਟੀ ਬੇਟਾਈਮੀ ਖਾਣੀ। ਪਰ ਮੈਨੂੰ ਬਾਅਦ ਦੇ ਵਿੱਚ ਤਾਂ ਇਹੋ ਜਿਹਾ ਭੇਤ ਆਇਆ ਸੀ, ਮੈਂ ਬੈਗ ਦੇ ਵਿੱਚ ਕਾਜੂ ਬਦਾਮ ਰੱਖਣੇ। ਜਦੋਂ ਬਾਈ ਨੇ ਮੈਨੂੰ ਪਾਣੀ ਦੇ ਦਿਓ ਯਾਰ, ਮੈਂ ਕੋਈ ਬਾਬਿਆ 4-4 ਆ ਖਾ ਲਿਆ। ਅਸੀਂ ਮਤਲਬ ਕਿ ਵੀ ਉਹਨਾਂ ਨੂੰ ਇੱਕ ਰੈਬਰ ਵਾਂਗ ਸਾਡੇ ਸਭ ਕੁਝ ਸੀਗੇ ਉਹ। ਅਸੀਂ ਉਹਨਾਂ ਨੂੰ ਇੱਕ ਸੇਵਾ ਕੀਤੀ, ਪੂਜਾ ਕਰਨ ਵਾਲਿਆਂ ਵਾਂਗੂ ਉਹਨਾਂ ਦੀ ਸੇਵਾ ਕੀਤੀ। ਉਹ ਮਤਲਬ ਕਿ ਗਾਉਣਾ, ਸਫ਼ਰ ਕਰਨਾ ਬੰਦੇ ਨੂੰ ਤਣਾਅ 'ਚ ਲਿਆ ਹੀ ਦਿੰਦਾ ਹੈ। ਜੀ ਜੀ। ਕੋਈ ਉਹ ਤਣਾਅ ਵਾਲੇ ਤਾਂ ਨਹੀਂ ਸੀਗੇ, ਪਰ ਘਰੇ ਕਈ ਵਾਰੀ ਆ ਕੇ ਮੂਡ ਬਣ ਜਾਂਦਾ, ਗਾ ਕੇ ਫਿਰ ਗਾਉਣ ਲੱਗ ਜਾਂਦਾ। ਉਹਨੂੰ ਕਹਿਣਾ ਬਾਈ ਗਾਉਣ ਤੋਂ ਬਾਅਦ ਗਾਉਣਾ, ਸੌਣ ਤੋਂ ਬਾਅਦ ਸੌਣਾ ਚੰਗਾ ਨਹੀਂ ਲੱਗਦਾ, ਜੀ ਜੀ। ਆਪਾਂ ਹੁਣ ਆਰਾਮ ਕਰ ਲਈਏ। ਉਹ ਰਾਤ ਨੂੰ ਅਸੀਂ ਖੇਡੀ ਜਾਂਦੇ ਸਾਡੇ ਨਾਲ, ਅਤੇ ਤੜਕੇ ਉੱਠ ਕੇ ਫਿਰ ਉਹਨਾਂ ਨੇ ਗਾਉਣਾ ਹੁੰਦਾ। ਅਸੀਂ ਤਾਂ ਗੱਡੀ 'ਚ ਵੀ ਸੌਂ ਲੈਂਦੇ। ਉਹ ਬਸ ਉਹ ਥਕਾਵਟ ਸੀ ਜਿਹੜੀ, ਉਹ ਤਣਾਅ ਸੀਗਾ, ਕਿਸੇ ਨਾਲ ਲੜਦੇ ਨਹੀਂ ਸੀਗੇ। ਪਰ ਇਹ ਗੱਲ ਸੱਚ ਹੈ, ਜੱਟ ਦਾ ਚਿਹਰਾ ਇੱਦਾਂ ਹੀ ਸੀ। ਕੁਝ ਸਟੇਜ 'ਤੇ ਉਹਨਾਂ ਨੂੰ ਕੋਈ ਬੰਦਾ ਚੰਗਾ ਬੋਲਿਆ ਨਹੀਂ ਸੀ, ਹਰ ਕੋਈ ਉਹਨਾਂ ਨੂੰ ਜੱਫੀ ਪਾ ਕੇ ਮਿਲਦਾ ਸੀਗਾ। ਪਰਮਾਤਮਾ ਨੇ ਉਹਨਾਂ ਦਾ ਚਿਹਰਾ ਹੀ ਇੱਦਾਂ ਦਾ ਬਣਾਇਆ ਸੀ, ਉਹਨਾਂ ਨੂੰ ਕਿਸੇ ਨਾਲ ਲੜਨ ਦੀ, ਉਹਨਾਂ ਨੂੰ ਕਿਸੇ ਨਾਲ ਬੋਲਣ ਦੀ, ਕਿਸੇ ਨੂੰ ਉਹਨਾਂ ਨੂੰ ਕੁਝ ਕਹਿਣ ਦੀ ਜਾਂ ਰੋਹਬ ਦੇਣ ਦੀ ਜ਼ਰੂਰਤ ਨਹੀਂ ਪਾਈ ਸੀ ਪਰਮਾਤਮਾ ਨੇ। ਬਸ ਉਹਨਾਂ ਦੀ ਜ਼ਬਾਨ ਹੀ ਹਥਿਆਰ ਲਾ ਲਓ, ਜ਼ਬਾਨ ਹੀ ਉਹਨਾਂ ਦਾ ਮਿਠਾਸ ਲਾ ਲਓ, ਜੋ ਮਰਜ਼ੀ ਲਾ ਲਓ। ਉਹਨਾਂ ਨੇ ਬਸ ਜੋ ਕਿਹੜਾ ਕਹਿਣਾ, ਵੀਰੇ ਕੀ ਗੱਲ ਹੈ, ਫਲਾਣੇ ਗੀਤ ਦੀ ਫਰਮਾਇਸ਼ ਲਾਉਣਾ ਪਊ, ਲਾ ਦਿਆਂਗੇ। ਕਿਹੜਾ ਮੈਂ ਕਹਿੰਦੇ ਇੱਕ ਵਾਰ ਸਾਨੂੰ ਮਿਰਜ਼ੇ ਦੀ ਫਰਮਾਇਸ਼ ਆਈ, ਅਸੀਂ ਗਾ ਕੇ ਹਟੇ, ਉਹਦੀ ਫਰਮਾਇਸ਼ 'ਤੇ ਗਾ ਹਟੇ। ਜੀ ਜੀ। ਮੈਂ ਕਿਹਾ ਬਾਈ ਮਿਰਜ਼ਾ ਨਹੀਂ ਗਾਇਆ। ਉਹ ਮੈਂ ਕਿਹਾ ਅੰਕਲ ਗਾ ਤਾਂ ਦਿੱਤਾ, ਕਹਿੰਦਾ ਗਾਦਾ। ਮੈਂ ਕਿਹਾ ਫਿਰ ਤਾਂ ਕਹਿੰਦਾ ਨਜ਼ਾਰਾ ਆ ਗਿਆ ਹੋਊ। ਉਹ ਮਤਲਬ ਕਿ ਕਹਿੰਦਾ ਆ ਗਿਆ ਹੋਊ। ਜੀ ਜੀ। ਕਈ ਵਾਰੀ ਫਿਰ ਸਾਨੂੰ ਇਹ ਠਿੱਠ ਕਰਨ ਲੱਗੇ, ਉੱਤੇ ਤਣਾਅ ਤਾਂ ਆ ਹੀ ਜਾਂਦਾ ਨਾ। ਚਲੋ ਫਿਰ ਵੀ ਬਾਈ ਜੀ ਨੇ ਦੁਬਾਰਾ ਗਾਇਆ। ਮੈਨੂੰ ਕਹਿੰਦੇ ਕਿਉਂ ਨਾਰਾਜ਼ ਕਰਦਾ ਅੰਕਲ ਨੂੰ। ਫਿਰ ਉਹ ਫਿਰ ਐਂ ਅੜ ਗਿਆ, ਕਹਿੰਦਾ ਅੰਕਲ ਕਿਉਂ ਕਿਹਾ, ਮੈਂ ਤੁਹਾਨੂੰ ਸਾਲ ਛੋਟਾ ਹੋਊਂਗਾ। ਮਤਲਬ ਕਿ ਬਰਾਤਾਂ ਦੇ ਵਿੱਚ, ਮੇਲਿਆਂ ਦੇ ਵਿੱਚ ਸ਼ਰਾਬੀਆਂ ਨਾਲ ਉੱਦਾਂ ਦਾ ਉੱਦਾਂ ਹੋਣਾ ਪੈਂਦਾ। ਤਣਾਅ ਤਾਂ ਕਲਾਕਾਰ ਨੂੰ ਤਕਰੀਬਨ ਹਰ ਇੱਕ ਨੂੰ ਆ ਹੀ ਜਾਂਦਾ ਮਾੜਾ ਮੋਟਾ। ਫਿਰ ਉਹ ਪਰਿਵਾਰ 'ਤੇ ਹੀ ਲਾਉਣਾ ਹੁੰਦਾ, ਬਾਹਰ ਅਸੀਂ ਲਾ ਨਹੀਂ ਸਕਦੇ। ਹਾਂ, ਇਹ ਤਾਂ ਹੀ ਬਸ ਇੰਨੀਆਂ ਗੱਲਾਂ, ਪਰ ਇਹ ਮਤਲਬ ਬਹੁਤ ਚੰਗੇ ਸੀ, ਰੱਬ ਸੀਗੇ ਜੀ ਜੀ। ਮਾਤਾ ਜੀ, ਤੁਹਾਡੇ ਨਾਲ ਜਿੱਦਾਂ ਗੱਲਬਾਤ ਦੇ ਵਿੱਚ ਦੱਸਿਆ ਕਿ ਬੜੇ ਘੁਲੇ ਮਿਲੇ ਸੀ ਤੁਹਾਡੇ ਨਾਲ, ਕੀ ਕਹੋਗੇ? ਬਹੁਤ ਚੰਗੇ ਇਨਸਾਨ ਸੀ ਜੀ ਉਹ, ਮੇਰੇ ਭਾਈ ਸੀ ਜੀ ਉਹ, ਮੇਰੀ ਜਿੰਦ ਜਾਨ ਸੀ ਉਹ, ਬਹੁਤ ਪਿਆਰੇ ਸੀ ਜੀ। ਮੈਨੂੰ ਬਹੁਤ ਪਿਆਰ ਆਉਂਦਾ ਉਹਨਾਂ ਦਾ। ਜਿਹੜਾ ਪਰਿਵਾਰ ਜੁੜਿਆ ਉਹਨਾਂ ਦਾ, ਉਹਨਾਂ ਦੇ ਪਿਆਰ ਨਾਲ ਹੀ ਜੁੜਿਆ ਜੀ। ਅੱਜ ਤੱਕ ਅਸੀਂ ਦੋਨੇ ਭੈਣਾਂ ਵਾਂਗੂ ਰਹਿੰਦੇ ਹਾਂ ਜੀ। 16 ਸਾਲ ਹੋ ਗਏ ਸਾਡੀ ਇੱਕ ਚੁੱਲ੍ਹੇ ਦਾ ਰਿੱਝਦੀ ਸੀ ਜੀ। 16 ਸਾਲ। ਅੱਜ ਬੱਚੇ ਥੋੜ੍ਹੇ ਜਿਹੇ ਵੱਡੇ ਹੋ ਗਏ, ਥੋੜ੍ਹਾ ਥੋੜ੍ਹਾ ਬਸ ਕੱਟਣ ਲੱਗ ਗਿਆ। ਅੱਜ ਵੀ ਬਹੁਤ ਜ਼ਿਆਦਾ ਸਾਨੂੰ ਇਹ ਪਰਿਵਾਰ ਦਾ ਪਿਆਰ ਆਉਂਦਾ ਹੈ। ਇਹ ਮੰਨੋ ਕਿ ਵੀ ਇਹ ਮੈਨੂੰ ਵੱਖ ਨਹੀਂ, ਇਹ ਮੇਰੇ ਆਪਦੇ ਬੇਟੇ, ਮੇਰੀ ਭੈਣ, ਮੇਰੇ ਬੱਚੇ ਆ ਜੀ। ਇਹਨਾਂ ਦੀ ਬੇਟੀ ਦਾ ਜੋ ਵਿਆਹ ਕੀਤਾ ਅਸੀਂ ਖੁਦ ਆਪ ਕੀਤਾ। ਮੇਰੇ ਹਸਬੈਂਡ ਇਸ ਦੁਨੀਆ 'ਤੇ ਨਹੀਂ ਰਹੇ, ਉਹਨਾਂ ਨੂੰ 8 ਮਹੀਨੇ ਹੋ ਗਏ ਚੱਲਿਆਂ ਗਿਆ ਨੂੰ। ਪਰ ਉਹ ਫਿਰ ਵੀ ਇੰਨੀਆਂ ਯਾਦਾਂ ਨਾਲ ਜੁੜੇ ਸੀ ਵੀ ਉਹ ਕਹਿੰਦੇ ਹੁੰਦੇ ਸੀ ਵੀ ਇਹ ਇਹਨਾਂ ਨੂੰ ਕਦੀ ਵੱਖ ਨਾ ਕਰੀ ਨਾ ਆਪਣੇ ਪਰਿਵਾਰ ਤੋਂ। ਇਹ ਤੋਂ ਬਾਅਦ ਕੁਛ ਨਹੀਂ। ਜੀ ਜੀ। ਬਾਈ ਜੀ, ਕਿਹੜੇ ਕਿਹੜੇ ਗੀਤਕਾਰਾਂ ਨਾਲ ਮੇਲ ਸੀ ਉਹਨਾਂ ਦਾ? ਕਿਹੜੇ ਗੀਤਕਾਰਾਂ ਦੇ ਗੀਤ ਕੋਈ ਇਦਾਂ ਦੇ ਸੀ ਜਿੱਦਾਂ ਅੱਜ ਕੱਲ੍ਹ ਚੱਲਦਾ ਹੈ ਕਿ ਇੱਕ ਗੀਤਕਾਰ ਦੇ ਗੀਤ ਹੀ ਬੜਾ ਜ਼ਿਆਦਾ ਗਾਉਂਦੇ ਆ ਕਲਾਕਾਰ? ਨਹੀਂ ਜੀ, ਵੈਸੇ ਗੀਤਕਾਰ ਸਾਰੇ ਚੰਗੇ ਹੁੰਦੇ ਆ ਜੀ, ਜਿਨ੍ਹਾਂ 'ਚ ਇਨਸਾਨੀਅਤ ਆ ਗਈ। ਸਾਰੇ ਇਨਸਾਨ ਵਧੀਆ ਹੁੰਦੇ ਆ, ਪਰ ਗੀਤ ਨਾਲ ਸਮਝੌਤਾ ਨਹੀਂ ਕੀਤਾ ਸੀ ਜੀ। ਮੈਟਰ ਨਾਲ ਸਮਝੌਤਾ, ਗੀਤਕਾਰ ਨਾਲ ਸਮਝੌਤਾ ਨਹੀਂ ਕੀਤਾ, ਮੈਟਰ ਨਾਲ ਸਮਝੌਤਾ ਸੀ। ਆਹ ਗੀਤ ਵਧੀਆ ਲੱਗੂ, ਹਾਂਜੀ ਗਾ ਦਿਓ। ਛੱਡ ਮੇਰੀ ਬਾਂਹ ਮਿੱਤਰਾ ਟੇਪ ਅਸੀਂ ਫਾਈਨ ਟੋਨ ਲਈ ਕਰਨ ਗਏ, ਮੈਂ ਗਿਆ ਸੀ ਨਾਲ। ਉੱਥੇ 2 ਗੀਤ ਕੱਢ ਗਏ ਸਾਡੇ, ਬਾਕੀ ਸਾਡੇ ਸਾਰੇ ਤਿਆਰ। ਰਜਿੰਦਰ ਸਰ ਜੀ ਫਾਈਨ ਟੋਨ ਦੇ ਔਰਗੇਨਾਈਜ਼ਰ ਸੀ। ਉਹ ਕਹਿੰਦੇ ਚੈਨ, ਮੈਂ ਕਿਹਾ ਹਾਂ ਜੀ। ਇੱਧਰ ਦੇਖ ਯਾਰ ਗੀਤ 2 ਘੱਟ ਨੇ, ਮੈਂ ਕਿਹਾ ਹਾਂ ਜੀ। ਉਹਨਾਂ ਨੇ ਗੀਤ ਆਪਣਾ ਰਜਿਸਟਰ ਤੋਂ ਕੱਢਿਆ, ਇੱਕ ਰੀਝਾਂ ਨਾਲ ਚੁੰਨੀਆਂ ਰੰਗਾਉਣ ਵਾਲੀਆਂ ਨਹੀਂ, ਵਿਆਹ 'ਚ ਕਿੰਨੇ ਦਿਨ ਰਹਿ ਗਏ। ਜੀ। ਇਹ ਗੀਤ ਕਹਿੰਦੇ ਹਾਂ ਬੜਾ ਵਧੀਆ। ਮੈਂ ਬਾਈ ਜੀ ਗੁਣਗੁਣਾਇਓ, ਗੁਣਾ ਤਾ
ਮਾਰੀ ਚੁਟਕੀ ਮੈਂ ਬਣ ਗਈ ਤਰਜ ਜੀ। ਤਾਂ ਇੱਕ ਉਹਨਾਂ ਨੇ ਹੋਰ ਗੀਤ ਕੱਢਿਆ, ਉਹਦੀ ਵੀ ਨਾਲ ਦੀ ਨਾਲ ਤਰਜ ਬਣ ਗਈ, ਛੱਡ ਮੇਰੀ ਬਾਂਹ ਮਿੱਤਰਾ ਵੇ ਹੱਕ ਮਾਰਦੇ। ਅਤੇ ਟਾਈਟਲ ਗੀਤ ਸੀ ਇਹ ਵੀ ਉਹਨਾਂ ਕੋਲੋਂ ਮਿਲਿਆ। ਅਸੀਂ ਦੋਨਾਂ ਦੀ ਤਾਂ 15 ਮਿੰਟਾਂ 'ਚ ਤਰਜ ਬਣਾਤੀ, ਖਾ ਕੇ ਰੋਟੀਆਂ ਪੈ ਗਏ, ਦੂਜੇ ਦਿਨ ਜਾ ਕੇ ਰਿਕਾਰਡ ਕਰਾਤੇ। ਹਫ਼ਤੇ ਬਾਅਦ ਟੇਪ ਆ ਗਈ, ਬਨੇਰੇ 'ਤੇ ਘਰ ਘਰ ਵੱਜ ਗਈ। ਉਹ ਫਿਰ ਫੈਂਟ ਉਹਨਾਂ ਨੇ ਕਿਹਾ, ਕਹਿੰਦੇ ਯਾਰ ਤੁਹਾਡੀ ਬੜੀ ਕੈਚਿੰਗ ਹੈ। ਮੈਂ ਕਿਉਂ ਜੀ? ਕਹਿੰਦਾ ਆਪਣੇ ਵਾਲੇ ਦੋਏ ਗੀਤ, ਕਹਿੰਦਾ ਜੇ ਤੁਸੀਂ ਸਾਡੇ ਪਾਏ ਸੀ ਅਸੀਂ ਸੋਚਿਆ ਵੀ ਤੁਹਾਡੇ ਗੀਤਾਂ ਮੂਹਰੇ ਫਿੱਕੇ ਹੋਣਗੇ, ਸਾਡੇ ਤਾਂ ਤੁਹਾਡੇ ਬਰਾਬਰ ਹੀ ਭੱਜੇ ਜਾਂਦੇ ਆ। ਸੋ ਗੀਤਕਾਰ ਸਾਰੇ ਹੀ ਸਾਨੂੰ ਪਿਆਰੇ ਸੀ, ਸਾਰੇ ਇੱਥੇ ਘਰ ਆਉਂਦੇ ਸੀ, ਆਪਣੇ ਘਰ ਵਾਂਗੂ ਆਉਂਦੇ ਸੀ। ਅਤੇ ਪਰ ਮੈਟਰ ਨਾਲ ਸਮਝੌਤਾ ਨਹੀਂ ਕੀਤਾ ਜੀ, ਜੋ ਵਧੀਆ ਮਨ ਨੂੰ ਟੁੰਬ ਗਿਆ। ਡਾਕ 'ਚ ਆਏ ਗੀਤ ਕਰਾਏ ਨੇ ਜੀ, ਬੜੇ ਕਰਾਏ ਨੇ। ਤਕਰੀਬਨ ਅਸੀਂ 20-25% ਤਾਂ ਡਾਕ ਰਾਹੀਂ ਆਏ ਗੀਤ ਕਰਵਾਏ ਹੋਏ ਨੇ ਜੀ। ਬਾਅਦ ਦੇ ਵਿੱਚ ਗੀਤ ਕਰਾ ਕੇ ਸਾਡਾ ਧੰਨਵਾਦ ਕਰਕੇ ਜਾਂਦਾ ਰਿਹਾ। ਮੈਟਰ ਚੁਣਦੇ ਸੀ ਅਸੀਂ ਗੀਤਕਾਰ। ਚਲੋ ਐਤਕੀ ਨਹੀਂ ਹੋਇਆ, ਅਗਲੀ ਵਾਰ ਹੋ ਜੂ। ਰਾਜਸਥਾਨ ਦੇ ਇਹਨਾਂ ਦੇ ਰਿਸ਼ਤੇਦਾਰ ਸੀ ਜੀ, ਬੜੇ ਗਿਲੇ ਹੋਏ, ਸਾਡਾ ਗੀਤ ਨਹੀਂ ਗਾਇਆ। ਨਹੀਂ ਬਸ ਨਹੀਂ ਫਿੱਟ ਸੀ, ਨਹੀਂ ਜੀ। ਅੱਛਾ, ਅਮਰਤਾ ਵਿਰਕ ਜੀ ਨੇ ਮੈਨੂੰ ਲੱਗਦਾ ਸ਼ੁਰੂਆਤ ਬਾਈ ਜੀ ਹੋਰਾਂ ਨਾਲ ਕੀਤੀ ਸੀ ਜੀ। ਜਿੱਥੇ ਤੱਕ ਜੀ ਇਹਦਾ ਮੈਨੂੰ ਪਤਾ ਜੀ, ਬਾਈ ਜੀ ਨਾਲ ਉਹ ਜਗਮੋਹਨ ਸੰਧੂ ਨਾਲ ਗਏ ਸੀ। ਸਾਡੇ ਬਾਈ ਜੀ ਆਪ ਗਏ ਸੀ, ਅਮਰੀਕਾ ਦੇ ਟੂਰ 'ਤੇ ਗਏ ਸੀ ਜੀ। ਉੱਥੇ ਸ਼ਾਮ ਨੂੰ ਮੈਂ ਇੱਥੇ ਹੀ ਪੈਂਦਾ ਹੁੰਦਾ ਜੀ, ਫੋਨ ਆਇਆ ਅਮਰੀਕਾ ਤੋਂ, ਚਾਹ ਹੁੰਦਾ ਬੜਾ ਜੀ ਵੀ ਮੈਂ ਚੱਕਾਂ ਜੀ। ਚੱਕਦਾ ਮੈਂ ਹੀ ਸੀ, ਚਲੋ ਮੈਂ ਸੈਕਟਰੀ ਹੁੰਦਾ, ਮੈਂ ਹੀ ਚੱਕਣਾ ਹੁੰਦਾ। ਇਹ ਬੱਚੇ ਨਿਆਣੇ ਸੀਗੇ ਅਤੇ ਮੈਂ ਚੱਕਿਆ। ਮੈਂ ਫਲਾਣੀ ਤਰੀਕ ਨੂੰ ਆ ਜਾਊਂਗਾ। ਠੀਕ ਹੈ ਜੀ। ਇਹ ਮੈਨੂੰ ਕਹਿੰਦੇ ਕਿੰਨੇ ਪ੍ਰੋਗਰਾਮ ਬੁੱਕ ਨੇ? ਮੈਂ ਜੀ ਆਪਣੇ ਕੋਲ 18 ਕੁ ਨੇ। ਕਹਿੰਦੇ ਫਿਰ ਅਸੀਂ ਤਾਂ ਇਸ ਤਰੀਕ ਨੂੰ ਆ ਰਹੇ ਹਾਂ, ਸਾਡਾ ਇੰਗਲੈਂਡ ਦਾ ਟੂਰ ਕੈਂਸਲ ਹੋ ਗਿਆ, ਇਹ ਤਾਂ ਪਹਿਲਾਂ ਆ ਜਾਂਗੇ ਮਹੀਨਾ। ਬਾਈ ਕਿੰਨੇ ਪ੍ਰੋਗਰਾਮ ਮੋੜ 'ਤੇ ਮੈਂ ਜਦ ਉਸ ਸਮੇਂ ਅਮਰਤਾ ਵਿਰਕ ਮਨਮੋਹਨ ਸੰਧੂ ਨਾਲ, ਦਦਾਰ ਸੰਧੂ ਦੇ ਲੜਕੇ ਨਾਲ, ਉਹ ਅਮਰੀਕਾ ਟੂਰ 'ਤੇ ਗਈ ਹੋਈ ਸੀ। ਉੱਥੇ ਕਿਤੇ ਨਾ ਗੱਲ ਚੱਲ ਪਈ, ਤੁਹਾਡੇ ਕੋਲ ਕੰਮ ਕਿੰਨਾ ਕੁ ਹੈ? ਇੰਨਾ ਕੁ ਹੈ, ਸਾਡੇ ਕੋਲ ਇੰਨਾ ਕੰਮ ਹੈ। ਬਾਈ ਜੀ ਕਹਿੰਦੇ ਵੀ ਸਾਡੇ ਕੋਲ ਵੀ ਬਹੁਤ ਹੈ, ਪਰਮਾਤਮਾ ਦੀ ਮਿਹਰ ਹੈ। ਉਹ ਕਹਿੰਦੇ ਬਾਈ ਜੀ ਮੈਨੂੰ ਲੈ ਜਾ ਕਰੋ। ਸਾਨੂੰ ਅਸਲ ਦੇ ਵਿੱਚ ਇੱਧਰ ਕੁੜੀਆਂ ਤੰਗ ਕਰਦੀਆਂ ਸੀ ਜੀ। ਉਹ ਕਦੇ ਤਾਂ ਲੁਧਿਆਣੇ ਤੋਂ ਆਉਣਾ ਹੀ ਇੱਥੇ 12 ਵਜੇ, ਅਸੀਂ ਚੱਲਣਾ ਇੱਥੋਂ 10 ਵਜੇ ਹੁੰਦਾ, 12 ਵਜੇ ਆਉਣਾ, 2 ਘੰਟੇ ਅੱਗੇ ਫਿਰ ਪਰੇਸ਼ਾਨੀ ਸਾਨੂੰ ਆਉਣੀ ਹੁੰਦੀ। ਜੋ ਤੰਗ ਕਰਦੀਆਂ ਸੀ, ਬਾਈ ਜੀ ਵੀ ਪਰੇਸ਼ਾਨ ਸੀ। ਫਿਰ ਉਹਨਾਂ ਨੇ ਅਮਰਤਾ ਨੂੰ ਕਹਿਤਾ ਵੀ ਕੋਈ ਗੱਲ ਨਹੀਂ, ਤੁਸੀਂ ਸਾਡੇ ਨਾਲ ਚੱਲਿਆ ਕਰੋ। ਆ ਕੇ ਨੰਬਰ ਦਿੱਤਾ, ਲੈਂਡਲਾਈਨ ਨੰਬਰ ਹੁੰਦੇ ਉਦੋਂ, ਮੋਬਾਇਲ ਤਾਂ ਹੁੰਦੇ ਨਹੀਂ ਸੀ। ਐਡਰੈਸ ਦਿੱਤਾ ਵੀ ਉੱਥੋਂ ਕੁੜੀ ਲਿਆਓ। ਅਸੀਂ ਲਿਆ ਕੇ ਅਮਰਤਾ ਨੂੰ 2-3 ਦਿਨ ਤਿਆਰੀ ਕਰਵਾਈ। ਅਮਰਤਾ ਦਾ ਪਹਿਲਾ ਪ੍ਰੋਗਰਾਮ ਮੋਗੇ ਦੇ ਵਿੱਚ ਲਾਇਆ ਸੀ ਅਸੀਂ। ਸਾਡਾ ਮਿੱਤਰ ਸੀਗਾ ਗੀਤਕਾਰ, ਕੋਟੀ ਸਿੰਘਾਂ ਟੇਪਾਂ ਦੀ ਦੁਕਾਨ ਕਰਦਾ ਜੀ। ਉਹਦੇ ਘਲੋਟੀ ਵਾਲਾ, ਹੀਰੋ ਘਲੋਟੀ ਵਾਲਾ, ਉਹਦੇ ਵਿਆਹ 'ਚ ਲਾਇਆ ਸੀਗਾ। ਉਸ ਤੋਂ ਬਾਅਦ ਅੰਮ੍ਰਿਤਸਰੀ ਗਾਇਕੀ ਵੀ ਚਮਕ ਗਈ, ਗਾਇਕੀ ਨਾਲ ਕਿਸਮਤ ਵੀ ਚਮਕ ਗਈ। ਸਾਡਾ ਵੀ ਵਧੀਆ 2 ਸੀਜ਼ਨ ਵਧੀਆ ਲੱਗੇ। ਬਸ ਉੱਥੋਂ ਸਾਡਾ ਇਹ ਮੇਲ ਹੋਇਆ ਜੀ ਅਮਰਤਾ ਵਿਰਕ ਨਾਲ। ਵਧੀਆ ਸੁਭਾਅ ਦੀ ਸੀ। ਚਲੋ ਉਹਦੇ ਸੁਭਾਅ ਪਰਮਾਤਮਾ ਨੇ ਉਹਦੀ ਕਿਸਮਤ ਨੂੰ 4 ਚੰਨ ਲਾਏ, ਖੁਸ਼ੀ ਦੀ ਗੱਲ ਹੈ। ਪਰ ਉਹ ਇੱਥੋਂ ਹੀ ਹੈ, ਅੱਜ ਵੀ ਉਹ ਮੰਨਦੇ ਨੇ ਅਮਰਤਾ ਜੀ, ਮਿਲਦੇ ਰਹਿੰਦੇ ਉਹਨਾਂ ਨਾਲ ਵੀ ਪਰਿਵਾਰ ਦਾ ਕੰਮ ਹੈ। ਪਰ ਅੱਜ ਵੀ ਉਹ ਕਹਿੰਦੇ ਆ ਸਾਡੀ ਕਰਮ ਭੂਮੀ ਮੇਜਰ ਰਾਜਸਥਾਨੀ ਦਾ ਘਰ ਹੈ ਜੀ। ਕਹਿੰਦੇ ਨੇ ਬਿਲਕੁਲ ਜੀ। ਇਹ ਗੱਲ ਸਹੀ ਹੈ, ਕਿਉਂਕਿ ਮੈਂ ਉਹਨਾਂ ਦੀ ਇੱਕ ਮੁਲਾਕਾਤ ਵੀ ਸੁਣ ਰਿਹਾ ਸੀ, ਉਹਦੇ ਵਿੱਚ ਉਹ ਮੇਜਰ ਰਾਜਸਥਾਨੀ ਹੋਰਾਂ ਦੀ ਬੜੀ ਤਾਰੀਫ ਕਰ ਰਹੇ ਸੀ ਕਿ ਮੈਂ ਸ਼ੁਰੂਆਤ ਉੱਥੋਂ ਕੀਤੀ ਸੀ, ਕਿ ਬਾਅਦ ਦੇ ਵਿੱਚ ਵੀ ਮੈਨੂੰ ਬੜਾ ਕੁਝ ਮੈਂ ਸਿੱਖਿਆ ਉਹਨਾਂ ਦੀ ਗਾਇਕੀ ਤੋਂ ਜੀ। ਇਹ ਗੱਲ ਇੱਦਾਂ ਸੀ, ਗੱਡੀ ਦੇ ਵਿੱਚ ਆ ਰਹੇ ਸੀ ਅਸੀਂ, ਅਮਰਤਾ ਨੂੰ ਮਜ਼ਾਕ ਦੇ ਵਿੱਚ ਮਜ਼ਾਕ ਨਹੀਂ ਕਹਿੰਦੇ ਤਾਂ ਅਸੀਂ ਸੀਰੀਅਸ ਹੀ ਸੀ, ਪਰ ਚੌੜ 'ਚ ਕਹਿ ਰਹੇ ਸੀ ਅਮਰਤਾ ਤੇਰੀ ਆਵਾਜ਼ ਸੈਡ ਸੌਂਗਾਂ ਵਾਲੀ ਬਹੁਤ ਵਧੀਆ ਹੈ, ਕੋਲੇ ਟੇਪ ਕਰਦੇ ਜੀ। ਉਹ ਕਹਿੰਦੀ ਮੇਰੀ ਟੇਪ ਕਿਹਨੇ ਕਰਨੀ ਹੈ ਗਰੀਬਾਂ ਦੀ। ਚਲੋ ਸਾਡੇ ਕੋਲ ਪਰਮਾਤਮਾ ਦਾ ਤਾਂ ਕੰਮ ਇੰਨਾ ਸੀਗਾ ਜੀ। ਸਾਡਾ ਸੀਜ਼ਨ ਜਦੋਂ ਖਤਮ ਹੋਇਆ, ਘਰੋਂ ਮੈਂ ਨਵੀਂ ਦੀ ਮੰਮਾ ਨੂੰ ਕਿਹਾ ਜੀ, ਮੈਂ ਆਪਣੇ ਨਾਲ ਹਿਸਾਬ ਕਰ ਦਈਏ 45,000 ਰੁਪਇਆ ਤਕਰੀਬਨ ਮੇਰੇ ਯਾਦ ਆ। ਮੈਂ ਅਮਰਤਾ ਚੱਕ ਟੇਪ ਕਰਾ ਲੈ, ਹੋਰ ਚਾਹੀਦਾ ਹੋਰ ਲੈ ਲੈਣਾ ਜੀ। ਉਹ ਕਹਿੰਦੀ ਕੋਈ ਨਾ, ਬਹੁਤ ਰੇ ਕਰਦੇ ਕਰਾਉਂਦੇ ਜੀ। ਸਾਡੇ ਲਿੰਕ 'ਚ ਬੂਟਾ ਭਾਈ ਰੂਪਾ ਸੀ, ਦੀਪਾ ਘੋਲੀਆ ਸੀਗੇ, ਉਹਨਾਂ ਨੇ ਵੀ ਟੇਪ ਕਰਤੀ। ਪਰ ਕੁਛ ਵੀ ਹੈ, ਇਹਨੂੰ ਹੀ ਕਰਮ ਭੂਮੀ ਮੰਨਦੀ ਹੈ। ਐਸੇ ਘਰ ਤੋਂ ਇੱਥੇ ਹੀ ਤਿਆਰੀ ਹੋਈ ਹੈ, ਇੱਥੇ ਹੀ ਟੇਪ ਆਈ ਹੈ ਜੀ ਉਹਦੀ। ਜੀ ਟੇਪ ਆਉਣ ਤੋਂ ਬਾਅਦ ਵੀ ਸਾਡੇ ਨਾਲ ਪ੍ਰੋਗਰਾਮ 'ਤੇ ਜਾਂਦੀ ਰਹੀ ਹੈ। ਉਸ ਤੋਂ ਬਾਅਦ ਪਰਮਾਤਮਾ ਨੇ ਉਹਦੀ ਸੁਣ ਲਈ ਜੀ। ਚਲੋ ਜੀ ਬਾਈ ਜੀ, ਸਾਲ ਦੇ ਕਿੰਨੇ ਕੁ ਪ੍ਰੋਗਰਾਮ ਜਿਹੜੇ ਲਾਉਂਦੇ? ਜਦੋਂ ਤੁਸੀਂ ਦੱਸਿਆ ਕਿ ਸੀਜ਼ਨ ਤਾਂ ਪੂਰਾ ਬੁੱਕ ਹੀ ਰਹਿੰਦਾ ਸੀ, ਇੱਕ ਸਾਲ ਦੇ ਜੇ ਆਪਾਂ ਏੜ ਗੇੜ ਜਾਂ ਮੰਨੀਏ ਕਿੰਨੇ ਕੁ ਲਾਉਂਦੇ ਸੀ? ਮੇਲੇ, ਵਿਆਹ ਸ਼ਾਦੀਆਂ ਦੋ ਤਾਂ ਸਾਡੇ ਆਮ ਹੀ ਹੋ ਜਾਂਦੇ ਸੀਗੇ ਜੀ। ਵਿਆਹ ਸ਼ਾਦੀਆਂ ਵੇਲੇ ਦਾ ਇੱਕ ਸ਼ਗਨ ਦਾ ਲਾਉਂਦੇ, ਦੂਜਾ ਵਿਆਹ ਦਾ ਲਾਉਂਦੇ ਸੀ। ਇੱਕ ਵਾਰੀ ਮੇਰੇ ਯਾਦ ਹੈ ਜੀ, ਕਿਉਂ ਮਤਲਬ ਕਿ ਅਸੀਂ 281 ਪ੍ਰੋਗਰਾਮ ਲਾਏ ਸੀ ਸਾਲ ਦੇ ਵਿੱਚ। ਇੱਕ ਸਾਲ ਦੇ ਵਿੱਚ 365 ਦਿਨਾਂ ਦੇ 365 ਦਿਨਾਂ 'ਚ 281 ਲਾਏ ਸੀ। ਉਸੇ ਸਾਲ 4 ਲਾਏ ਨੇ ਜੀ। ਜਿਹੜੇ 4 ਲੱਗੇ ਨੇ ਇੱਕ ਦਿਨ ਦੇ, ਉਸੇ ਸਾਲ ਲੱਗੇ ਨੇ। 2 ਤਾਂ ਸਾਡੇ ਰੂਟੀਨ ਦੇ ਵਿੱਚ, ਇੱਕ ਸ਼ਗਨ ਦਾ, ਇੱਕ ਵਿਆਹ ਦਾ ਲਾ ਕੇ ਸ਼ਾਮ ਨੂੰ ਮੇਲਾ ਵੀ ਲਾ ਆਉਂਦੇ।
ਸਾਡੀ ਟੀਮ ਬਹੁਤ ਤਕੜੀ ਸੀ, ਬਹੁਤ ਹੌਸਲੇ ਬੁਲੰਦ ਸੀ ਸਾਡੇ। ਜੀ ਜੀ ਬਾਈ ਜੀ, ਫਿਰ ਇੰਨੀ એનર્ਜੀ ਇੰਨੀ, ਕਿਉਂਕਿ ਦੇਖੋ ਥਕਾਵਟ ਤਾਂ ਹੋਣੀ ਆ ਜਦੋਂ ਸਵੇਰ ਚੱਲਣਾ, ਸ਼ਾਮ ਤੱਕ ਪ੍ਰੋਗਰਾਮ ਲਾਉਣਾ, ਉਸ ਤੋਂ ਬਾਅਦ ਫੇਰ ਸਫ਼ਰ ਕਰਨਾ, ਫਿਰ ਇੰਨੀ એનર્ਜੀ ਕਿੱਥੋਂ ਆਉਂਦੀ ਸੀ? એનર્ਜੀ ਇਹ ਹੈ ਜੀ, ਸਾਡਾ ਬਾਈ ਬਾਦਸ਼ਾਹ ਸੀ ਜੀ। ਜੀ ਬਾਈ ਹਾਂ, ਗੱਡੀ ਮੈਂ ਹੀ ਰਕਵਾਉਣੀ ਹੁੰਦੀ, ਰੋਕੀ ਯਾਰ ਕੀ ਗੱਲ, ਹਾਂ ਸਾਡੀ ਇਕੱਲਾ ਮਾਲਕ ਸੀ ਗਰੁੱਪ ਦਾ। ਜੀ ਹਾਂ ਮੁੰਡੇ ਕੀ ਖਾਣਾ ਬਈ, ਕੇਲੇ ਫੜਾ ਦੋ ਅੱਜ, ਆਉਣ ਦਿਓ, ਹਾਂ ਸੰਤਰੇ ਫੜਦਾ ਆਉਣ ਦਿਓ। ਅਸੀਂ ਗਰੁੱਪ ਜੀ ਕਿਤੇ ਭੱਜ ਨੱਠ ਤਾਂ ਸਾਨੂੰ ਬਹੁਤ ਸੀਗੀ, ਪਰ ਅਸੀਂ ਕਿਤੇ ਭੁੱਖੇ ਨਹੀਂ ਰਹਿਣ ਤੇ ਸੀਗੇ। એનર્ਜੀ ਆਟੋਮੈਟਿਕ ਹੀ ਆਈ ਜਾਣੀ ਹੈ, ਕੁਛ ਖਾਣਾ ਪੀਣਾ ਮੁੰਡੇ ਨੂੰ ਮੂੰਹੋਂ ਕਹਿਣ ਨਹੀਂ ਹੁੰਦਾ ਸੀ ਸਾਡਾ ਬਾਈ। ਇੱਕ ਵਾਰੀ ਇੱਦਾਂ ਦੀ ਗੱਲ ਹੋਈ ਹੈ, ਲੇਟ ਫੇਟ ਜੇ ਹੋ ਗਏ ਕਿਤੇ ਪ੍ਰੋਗਰਾਮ 'ਤੇ, ਅਸੀਂ ਕਿਹਾ ਬਾਈ ਰੋਟੀ ਖਾਣੀ ਆ, ਪਹਿਲਾਂ ਕਹਿੰਦਾ ਨਹੀਂ ਪਾਪਾ ਪਹਿਲਾਂ ਪ੍ਰੋਗਰਾਮ ਲਾ ਦਈਏ। ਮੈਂ ਕਿਹਾ ਮੁੰਡੇ ਹੋ ਕਹਿੰਦੇ ਹਾਂ, ਮੈਂ ਬਾਈ ਨੇ ਅੱਜ ਪਾਪਾ ਨੂੰ ਪ੍ਰੋਗਰਾਮ ਲਵਾਇਆ, ਕਹਿੰਦੇ ਵੀ ਹਾਂ ਲਾਉਣਾ ਪਹਿਲਾਂ ਆਪਾਂ ਪਕਾਤੀ, ਕਹਿੰਦੇ ਹਾਂ। ਹੁਣ ਮੈਂ ਕਿਹਾ ਆਪਣੀ ਭੁੱਗੂ ਪਾਲ ਦੇ ਢਾਬੇ 'ਤੇ ਅਸੀਂ ਮਲੋਟ ਬੈਠ ਗਏ, ਜਿਹੜੀ ਅਸੀਂ 600-700 ਦੀ ਰੋਟੀ ਖਾਂਦੇ ਉਹਨਾਂ ਨੇ ਚੱਕ ਲਿਓ ਫੱਟੇ। ਜੀ 2260 ਰੁਪਈਆਂ ਦੀ ਰੋਟੀ ਖਾਧੀ। ਜੀ 2260 ਰੁਪਏ ਬਾਈ ਦੇ ਕੇ ਕਹਿੰਦਾ ਚੱਕ 200 ਰੁਪਇਆ ਪਾਲ ਹੋਰ। ਹਾਂ ਇਹਨਾਂ ਨੂੰ ਇਕੱਲੇ ਨੂੰ ਦੁੱਧ ਦਾ ਗਲਾਸ ਪਿਆ। ਜੀ ਵਾਹ ਜੀ ਵਾਹ। ਸਾਡੇ ਅੱਖਾਂ 'ਚੋਂ ਪਾਣੀ ਆ ਗਿਆ ਉਸ ਟਾਈਮ ਕਿ ਅਸੀਂ ਹੁੱਬ ਕੇ 2260 ਲਵਾਏ ਸੀ। ਚੱਟ ਦਾ ਜਾਨ ਮਾਰਦਾ ਫਿਰਦਾ ਸਾਡੇ ਤੇ। ਬਾਈ ਕਿਹੜੇ ਟਾਈਮ ਦੀ ਗੱਲ ਆ ਇਹ? ਇਹ 98 ਦੀ 98 ਦੇ ਵਿੱਚ 2260 ਬੜੀ ਵੱਡੀ ਗੱਲ। ਬਹੁਤ ਵੱਡੀ ਗੱਲ ਸੀ। 2260 ਮੈਂ ਕਹਾਂ ਜੀ, ਜੀ ਜੀ 2260 ਦੇ ਕੇ 200 ਨੂੰ ਹੋਰ ਦਿੱਤਾ। ਪਾਲ ਵੀ ਹਲੇ ਉਹਨਾਂ ਦੇ ਉਹ ਹੈਗੇ ਨੇ, ਗੱਲ ਕਰ ਰਹੇ ਆ ਉਧਰ। ਉਸ ਤੋਂ ਬਾਅਦ ਮੈਂ ਕਾਫੀ ਕਲਾਕਾਰਾਂ ਨਾਲ ਲੱਗਿਆ, ਉਧਰ ਜਾਂਦੇ ਮੈਂ ਮਿਲ ਕੇ ਆਉਣਾ, ਪਛਾਣ ਲੈਂਦੇ ਆ ਮੈਂ ਕਰਕੇ। ਉਹ ਗੱਲ ਹਾਲੇ ਵੀ ਉਹਨਾਂ ਦੀ ਯਾਦ ਆ। ਜੀ ਪਾਲ ਮਲੋਟ ਪਾਲ ਦੇ ਢਾਬੇ ਤੇ ਜਿਹਨ 'ਚ ਉਹਨਾਂ ਦੇ ਕਿ ਨਹੀਂ ਜਾ। ਹਾਂ ਵਾਹ ਜੀ ਵਾਹ। ਅੱਛਾ ਬਾਈ ਜੀ, ਤੁਸੀਂ ਆਪਣੇ ਗਰੁੱਪ ਦੀ ਗੱਲ ਕੀਤੀ ਆ, ਮੈਂ ਚਾਹੂੰਗਾ ਆਪਣੇ ਗਰੁੱਪ ਦੇ ਸਾਥੀਆਂ ਦੇ ਨਾਮ ਜ਼ਰੂਰ ਲਿਓ। ਕੌਣ ਕੌਣ? ਸਾਡੇ ਦੋ ਗਰੁੱਪ ਸੀਗੇ ਜੀ। ਜਦੋਂ ਚੱਲੇ ਆ ਉਦੋਂ ਸਾਡਾ ਗਰੁੱਪ ਸੀ ਫਰੀਦਕੋਟ ਤੋਂ ਜੀ। ਪੱਪੂ ਢੋਲਕ 'ਤੇ ਹੁੰਦਾ ਜੀ, ਰਾਜੂ ਚੈਂਗੋ 'ਤੇ ਹੁੰਦਾ ਜੀ, ਪੱਪਾ ਬਾਜੇਖਾਨੇ ਵਾਲਾ ਸਾਡੇ ਨਾਲ ਪੱਕਾ ਹੀ ਰਿਹਾ, ਬੈਂਜੋ 'ਤੇ ਹੁੰਦਾ ਜੀ, ਕਸ਼ਮੀਰ ਧਾਲੀਵਾਲ ਔਰਗਨ 'ਤੇ ਹੁੰਦਾ ਜੀ, ਅਤੇ ਬਬਲਾ ਸਾਡੇ ਨਾਲ ਘੜੇ 'ਤੇ ਹੁੰਦਾ ਜੀ, ਰਘਬੀਰ ਲਾਇਸੈਂਸੀ ਕੋਰਸ 'ਤੇ ਹੁੰਦਾ ਜੀ, ਰਾਜਪ੍ਰੀਤ ਰਾਜੀ ਸਾਡੇ ਨਾਲ ਡਿਊਟਰ ਹੁੰਦੀ, ਉਹਦੇ ਘਰ ਵਾਲਾ ਵੀ ਕੋਰਸ ਬੋਲ ਦਿੰਦਾ ਸੀਗਾ ਜੀ। ਜੀ ਉਸ ਤੋਂ ਬਾਅਦ ਰਾਮਪੁਰੇ ਰਹਿਸ਼ ਬਣ ਗਈ। ਫਿਰ ਇਹ ਹੋ ਗਿਆ ਵੀ ਦੋ ਗੱਡੀਆਂ ਦੇ ਵਿੱਚ ਪਰੇਸ਼ਾਨ ਹੁੰਦੇ ਆ, ਕੋਈ ਪਿੱਛੇ ਰਹਿ ਗਿਆ ਕੋਈ ਅੱਗੇ ਰਹਿ ਗਿਆ। ਫਿਰ ਅਸੀਂ ਇੱਥੋਂ ਸਾਡੇ ਨਾਲ ਕਰਨੀ ਰਾਮਪੁਰੇ ਦਾ ਔਰਗਨ 'ਤੇ ਸੀਗਾ ਜੀ, ਰਾਜੂ ਢੋਲਕ 'ਤੇ ਸੀਗਾ ਜੀ, ਵਿਜੇ ਢੋਲਕ 'ਤੇ ਸੀਗਾ ਜੀ, ਬੱਬੀ ਸਾਡੇ ਨਾਲ ਬਹੁਤ ਪਿਆਰਾ ਮੁੰਡਾ ਘੜੇ 'ਤੇ ਹੁੰਦਾ ਜੀ, ਅਤੇ ਚੈਂਗੋ 'ਤੇ ਰਾਣਾ ਹੁੰਦਾ ਜੀ। ਫਿਰ ਇੱਥੋਂ ਇਹ ਗਰੁੱਪ ਸੀਗਾ ਜੀ। ਇਕੱਲੇ ਜਾ ਰਿਹਾ ਚਿਹਰੇ ਅੱਜ ਵੀ ਮਿਲਦੇ ਆ, ਮਿਲ ਕੇ ਆਉਣਾ, ਦੁੱਖ ਸੁੱਖ 'ਚ ਜਾਂਦੇ ਆ, ਫਰੀਦਕੋਟੀਆਂ ਨੂੰ ਵੀ ਮਿਲ ਕੇ ਆਉਂਦੇ ਆ। ਬਹੁਤ ਪਿਆਰੇ ਸਾਡੇ ਨਾਲ ਸਜਿੰਦੇ ਰਹੇ ਨੇ, ਬਹੁਤ ਰੂਹ ਨਾਲ ਕੰਮ ਕੀਤਾ ਹੈ। ਸਾਡੇ ਗਰੁੱਪ ਦੇ ਵਿੱਚ ਬੇਈਮਾਨੀ ਨਹੀਂ ਸੀ ਜੀ। ਜਿਹੜੇ ਅਸੀਂ ਕੰਮ ਕਰਨ ਵਾਲੇ ਸਾਡੇ ਗਰੁੱਪ ਦੇ ਵਿੱਚ ਬੇਈਮਾਨੀ ਸੀ, ਬਾਕੀ ਦੀ ਮੈਂ ਗਰੰਟੀ ਨਹੀਂ ਦਿੰਦਾ ਜੀ ਕਿਸੇ ਦੀ। ਬਸ ਜਿਹੜੇ ਅਸੀਂ ਕੰਮ ਕਰਦੇ, ਹੱਥੀਂ ਕੰਮ ਕਰਦੇ ਸੀ, ਅਸੀਂ ਤਨੋਂ ਮਨੋਂ ਆਪਦੇ ਮਾਲਕ ਨੂੰ ਸਮਰਪਿਤ ਸੀ। ਆਪਦੇ ਮਾਲਕ ਦਾ ਸੁਬਾਹ ਉੱਠ ਕੇ ਪਰਮਾਤਮਾ ਦਾ ਨਾਮ ਲੈਣ ਤੋਂ ਬਾਅਦ ਆਪਦੇ ਮਾਲਕ ਦਾ ਨਾਮ ਲੈਂਦਾ, ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਬਖਸ਼ੀ। ਅਸੀਂ ਇਹਨਾਂ ਨਾਲ ਹੀ ਹਾਂ। ਜੀ ਜੀ। ਜਦੋਂ ਨਵਦੀਪ ਬਾਈ ਕਹਿੰਦੇ ਹੁੰਦੇ ਆ ਚੜ੍ਹਦਾ ਸੂਰਜ ਹੁੰਦਾ, ਉਦੋਂ ਤਾਂ ਹਰ ਕੋਈ ਆਉਂਦਾ ਹੈ ਹਨਾ, ਪਰ ਉਸ ਤੋਂ ਬਾਅਦ ਬਾਤ ਬਹੁਤ ਘੱਟ ਪੁੱਛਦੇ ਆ। ਮੈਂ ਇੱਕ ਗੱਲ ਜ਼ਰੂਰ ਪੁੱਛਣੀ ਚਾਹੂੰਗਾ ਕਿ ਅੱਜ ਭਾਵੇਂ 20 ਸਾਲ ਹੋ ਚੁੱਕੇ ਆ ਬਾਈ ਜੀ ਹੋਰਾਂ ਨੂੰ, ਹਾਂਜੀ, ਸੋ ਕੌਣ ਕੌਣ ਇਦਾਂ ਦੇ ਇਨਸਾਨ ਕੌਣ ਨੇ ਜਿਹੜੇ ਅੱਜ ਵੀ ਤੁਹਾਡੇ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਆ? ਉਹਨਾਂ ਦਾ ਇਸ ਮੁਲਾਕਾਤ ਦੇ ਵਿੱਚ ਜ਼ਿਕਰ ਬੜਾ ਜ਼ਰੂਰੀ ਆ। ਅੱਜ ਕੱਲ੍ਹ ਜਿਵੇਂ ਕਹਿ ਦਿੰਦੇ ਆ ਕਿ ਸਗੇ ਭਰਾਵਾਂ ਨਾਲ ਤਾਂ ਆਪਾਂ ਨੂੰ ਬਾਕੀ ਬੰਦੇ ਦੇ ਨੇੜੇ ਖੜ ਜਾਂਦੇ ਆ ਜੀ। ਆਹ ਬਾਈ ਜੀ ਨਾਲ ਸਾਡਾ ਕੋਈ ਖੂਨ ਦਾ ਰਿਸ਼ਤਾ ਨਹੀਂ ਹੈ। ਇਹਨਾਂ ਨਾਲ ਲਿੰਕ ਕੀ ਸੀ, ਇੱਕ ਜਦੋਂ ਇਹਨਾਂ ਨੇ ਸਿੰਗਿੰਗ ਸ਼ੁਰੂ ਕੀਤੀ, ਇਹਨਾਂ ਨੂੰ ਉਹ ਚੰਗੇ ਲੱਗੇ, ਇਹਨਾਂ ਨੇ ਉਹਨਾਂ ਨੂੰ ਸਿੱਖਿਆ, ਉਹਨਾਂ ਨੂੰ ਸੁਣਿਆ, ਬਹੁਤਾ ਟਾਈਮ ਨਹੀਂ ਨਾਲ ਬਿਤਾਇਆ ਹੋਣਾ ਇਹਨਾਂ ਨੇ। ਉਹਨਾਂ ਦੇ ਜਾਣ ਤੋਂ ਬਾਅਦ ਵੀ ਇਹਨਾਂ ਨੇ ਓਨਾ ਹੀ ਆਉਣਾ ਜਾਣਾ ਸੀ ਜਿੰਨਾ ਇਹਨਾਂ ਦਾ ਪਹਿਲਾਂ ਸੀ। ਬਾਕੀ ਮੇਰੀ ਕਿਸਮਤ ਚੰਗੀ, ਗੱਲ ਉਹ ਸਾਡੀ ਫੈਮਿਲੀ ਦੀ ਕਿਸਮਤ ਚੰਗੀ ਕਿ ਜਦੋਂ ਅਸੀਂ ਆਹ ਘਰ ਆ ਕੇ ਇਹਨਾਂ ਤੋਂ ਇੱਕ ਸਿੰਗਲ ਫੈਮਿਲੀ ਤੋਂ, ਤਾਂ ਡੈਡੀ ਬਸ ਜਾਂਦੇ ਹੋਏ ਇਹਨਾਂ ਦੇ ਹੱਥ ਸਾਡੇ ਹੱਥ ਫੜਾ ਗਏ ਸੀ ਕਿ ਬੱਚੇ ਤੁਸੀਂ ਸਾਹਮਣੇ। ਕਿਉਂਕਿ ਕਹਿ ਦਿੰਦੇ ਆ ਕਿ ਜਦੋਂ ਬੰਦੇ ਦਾ ਥੋੜ੍ਹਾ ਹੁੰਦਾ ਉਹਨਾਂ ਨੂੰ ਪਤਾ ਲੱਗ ਜਾਂਦਾ ਹੁੰਦਾ। ਇੱਕ ਇੱਦਾਂ ਦੀ ਗੱਲ ਹੋਈ ਸੀ ਕਿ ਇਹਨਾਂ ਨੂੰ ਕਿਹਾ ਕਿ ਬੱਚੇ ਤੁਹਾਡੇ ਹੱਥ ਆ, ਤੁਸੀਂ ਸਾਹਮਣੇ ਆ ਜੀ। ਮੈਂ ਹੁਣ ਕਹਿੰਦੇ ਬਾਪ ਦੀ ਕਮੀ ਕੋਈ ਵੀ ਪੂਰੀ ਨਹੀਂ ਕਰ ਸਕਦਾ, ਬਿਲਕੁਲ ਜੀ, ਪਰ ਮੈਂ ਇਹ ਗੱਲ ਵੀ ਕਹਿ ਸਕਦਾ ਕਿ ਮੈਨੂੰ ਇਹਨਾਂ ਨੇ ਕਦੇ ਕਮੀ ਮਹਿਸੂਸ ਵੀ ਨਹੀਂ ਹੋਣ ਦਿੱਤੀ। ਅੱਜ ਜੋ ਵੀ ਆ ਮੈਂ ਇਹਨਾਂ ਦੀ ਬਦੌਲਤ ਸਹੀ ਰਾਹ ਪਾਇਆ, ਜੋ ਵੀ ਅੱਜ ਇਹਨਾਂ ਦੀ ਬਦੌਲਤ ਇੱਥੇ ਬੈਠੇ, ਅਤੇ ਮਾਲਕ ਦੀ ਮੇਰੀ ਕਿਰਪਾ ਨਾਲ ਕਿਸੇ ਚੀਜ਼ ਦੀ ਕਮੀ ਨਹੀਂ। ਵਾਹ ਜੀ ਵਾਹ। ਅੱਛਾ ਬਾਈ ਜੀ, ਜੇ ਆਪਾਂ ਰੇਟ ਦੀ ਗੱਲ ਕਰ ਲਈਏ ਉਸ ਸਮਿਆਂ ਦੇ ਵਿੱਚ 94 95 96 97 ਦੀ ਗੱਲ ਕਰ ਲਈਏ, ਕਿੰਨਾ ਕੁ ਮਿਲ ਜਾਂਦਾ ਸੀ ਇੱਕ ਸ਼ੋਅ ਦਾ? ਸ਼ੁਰੂਆਤ ਕਿੰਨੇ ਤੋਂ ਕੀਤੀ ਸੀ? ਸ਼ੁਰੂਆਤ ਜੀ ਮੇਰੇ ਯਾਦ ਹੈ
ਜਦੋਂ ਆਮ ਰੇਟ 10-12 ਹਜ਼ਾਰ ਹੁੰਦਾ ਜੀ, ਅਸੀਂ ਘੜਸਾਣਾ ਮੰਡੀ ਦੇ ਵਿੱਚ 40 ਹਜ਼ਾਰ ਦਾ ਸ਼ੋਅ ਲਾਇਆ ਜੀ, ਜੀ ਕਿਉਂਕਿ ਉੱਥੇ ਸ਼ਰਤ ਇਹ ਸੀਗੀ, ਉੱਥੇ ਟਿਕਟਾਂ 'ਤੇ ਸੀ, ਜੀ ਉੱਥੇ ਸਾਨੂੰ ਨਾਮ ਦੀ ਝਾਕ ਨਹੀਂ ਸੀ, ਅਸੀਂ 40 ਹਜ਼ਾਰ 'ਚ ਲਾਇਆ ਜੀ। ਇੱਕ ਅਸੀਂ ਕੰਮੇ ਆਣਾ ਪਿੰਡ ਫਰੀਦਕੋਟ ਦੇ ਨਾਲ, ਉੱਥੇ ਅਸੀਂ ਉਹ ਬਾਹਰਲੇ ਸੀਗੇ, ਮਸਕੇ ਦਾ ਸੀ, ਮਤਲਬ ਕਿ ਬੁਕਿੰਗ ਤਾਂ ਸਾਡੀ 16-17 ਹਜ਼ਾਰ ਦੀ ਸੀ। ਮੈਂ ਸੈਕਟਰੀ ਹੋਣ ਦਾ ਤੇ ਪੈਸੇ ਲੈ ਵੀ ਲਏ, ਚਲੋ ਫਰਜ਼ ਹੁੰਦੇ ਆ ਸਾਡੇ ਕਲਾਕਾਰਾਂ ਦੇ, ਲੈ ਵੀ ਲਏ, ਪਰ 3.5 ਘੰਟਿਆਂ ਬਾਅਦ ਸ਼ਰਤ ਨੌਬਤ ਇੱਥੇ ਆ ਗਈ, ਬਾਈ ਜੀ ਕਹਿੰਦੇ ਜੇ ਮੇਰੇ ਤੋਂ ਕਮਾਉਣਾ ਪੈਸੇ ਸੁੱਟਣ ਨੂੰ ਹਟ ਜਾਓ, ਜੀ ਜੇ ਪੈਸੇ ਛੱਡਣੇ ਮੈਂ ਗਾਉਂਦਾ ਨਹੀਂ, ਕਿਉਂਕਿ ਸਾਡੇ 2 ਬੰਦਿਆਂ ਦੇ ਚੁੱਕ ਪੈਣ ਵਾਲੀ ਹੋ ਗਈ ਸੀ। 1,18,000 ਰੁਪਇਆ ਅਸੀਂ ਨਾਮ ਦਾ ਲੈ ਕੇ ਆਏ ਸੀ। ਰੇਟ ਤਕਰੀਬਨ ਮਾਰਕੀਟ ਦੇ ਹਿਸਾਬ ਨਾਲ ਕੋਈ ਅਸੀਂ ਜ਼ਿਆਦਾ ਵੀ ਨਹੀਂ ਪਤਾ ਕੀਤਾ ਜੀ, ਜਿੰਨਾ ਕਿ ਮਾਰਕੀਟ ਦੇ ਲੋਕ, ਕਿਸੇ ਨੂੰ ਨਾਰਾਜ਼ ਵੀ ਨਹੀਂ ਕੀਤਾ, ਕਿਸੇ ਤੋਂ ਪਰੇਸ਼ਾਨ ਕਰਕੇ ਜੀ ਕਿਸੇ ਨੂੰ ਦਬਾਅ ਪਾ ਕੇ ਵੱਧ ਵੀ ਨਹੀਂ ਲੈਤੇ। ਇੱਕ ਇਹਨਾਂ ਦੇ ਤਾਇਆ ਜੀ ਨਾਲ ਗੱਲ ਹੋਈ ਸੀ, ਰਾਜਸਥਾਨ ਦੇ ਗੁੱਜਰ ਸੀ ਵਿਚਾਰੇ, ਉਹਨਾਂ ਨੂੰ ਕਿਸੇ ਨੇ ਮਿਹਣਾ ਦਿੱਤਾ, ਜੀ ਕਹਿੰਦੇ ਬਣੇ ਫਿਰਦੇ ਹੋ ਗੁੱਜਰ, ਜਾਣਦੇ ਤੁਹਾਨੂੰ ਮੁੰਡੇ ਦੇ ਵਿਆਹ 'ਚ ਮੇਜਰ ਰਾਜਸਥਾਨੀ ਲਵਾਉਂਗੇ ਜੀ। ਉਹ ਗੁੱਜਰ ਨੂੰ ਗੁੱਸਾ ਆਇਆ ਜੀ, ਉਹ ਇਹਦੇ ਤਾਇਆ ਜੀ ਕੋਲ ਚਲਿਆ ਗਿਆ, ਬੋਰਡ ਕੋਲ, ਉਹ ਲੈ ਕੇ ਇੱਥੇ ਆ ਗਿਆ, ਤਾਂ ਕਿ ਕਹਿੰਦਾ ਵੀ ਮੇਜਰ ਬੋਰਡ ਬਾਈ ਜੀ ਕਹਿੰਦੇ ਵੀ ਖਾੜਾ ਲਾਉਣਾ, ਮੈਂ ਉਹਨੂੰ ਦੇਖ ਡੈਡੀ ਮੈਂ ਕਿੱਦੇ ਵਿਹਲਾ ਕਿੱਦੇ ਆਏ ਭਾਈ, ਦੇਖੋ ਵਿਹਲੇ ਤਾਂ ਹੈ ਨਹੀਂ, ਕਹਿੰਦੇ ਫਿਰ ਇਹਨਾਂ ਦਾ ਵਿਆਹ ਕਢਾਇਆ ਹੋਇਆ ਇਸ ਤਰੀਕ ਦਾ, ਮੈਂ ਵਿਹਲੇ ਨਹੀਂ, ਉਹ ਕਹਿੰਦਾ ਮੈਂ ਵਿਆਹ ਦੂਰ ਕਰ ਲੂੰ ਯਾਰ, ਲਾਉਣਾ ਮੇਜਰੀ ਹੈ, ਅਤੇ ਪਰ ਤੁਸੀਂ ਐਂ ਕਰੋ ਜੀ, ਫਿਰ ਭਾਈ ਸਾਡਾ ਸ਼ਾਇਦ 38 ਆਰਬੀ ਦੇ ਕਰੀਬ ਉੱਥੇ ਕੋਈ ਆਰਬੀ ਜਾਏ, ਸਾਡਾ 10 ਤੋਂ 11 ਤੋਂ 1 ਸ਼ੁਰੂ ਕਰਾਂਗੇ, ਥੋੜੇ 5 ਤੋਂ 6 ਲਾ, ਕਹਿੰਦਾ ਆਪਾਂ ਵੀ ਅੱਧੀ ਰਾਤ ਨੂੰ ਆ ਜਾਓ, ਆ ਜਾਓ ਜੀ। ਉਹ ਸਾਡਾ ਰੇਟ 14-15 ਹਜ਼ਾਰ ਸੀ, 10 ਹਜ਼ਾਰ ਵਿਚਾਰਾ ਸਾਈ ਧਰ ਗਿਆ, 10 ਉੱਥੇ ਜਾ ਕੇ ਵੀ ਦਿੱਤਾ ਉਹਨੇ, ਉਹਨਾਂ ਦੇ ਵੀ ਸਾਨੂੰ 45-46 ਹਜ਼ਾਰ ਨਾਮ ਗੁੱਜਰਾਂ ਦੇ ਹੋਇਆ ਸੀ। ਅੱਛਾ ਬਾਈ ਜੀ, ਇਹ ਤਾਂ ਇਨਸਾਨੀਅਤ ਦੀ ਗੱਲ ਆ ਜਿਹੜੀ ਤੁਸੀਂ ਕਿਹਾ, ਇਹ ਕਦੋਂ ਦੀ ਗੱਲ ਹੈ? 1,18,000 ਦਾ ਜਿਹੜਾ ਨਾਮ ਦੀ ਗੱਲ ਕਰ ਰਹੇ ਹੋ, ਕੰਮੇ ਵਾਲਾ ਜੀ 97 ਦੀ ਗੱਲ ਹੈ ਜੀ। 97 ਦੀ ਬਾਈ ਜੀ, 97 ਦੇ ਵਿੱਚ 1,18,000 ਤਾਂ ਅੱਜ ਦੇ ਬੜਾ ਵੱਡਾ ਸੀ ਨਾ। ਇਹ ਤਾਂ ਫਿਰ ਇਨਸਾਨੀਅਤ ਦੀ ਗੱਲ ਆ ਕਿ ਕਲਾਕਾਰ ਖੁਦ ਕਹਿ ਰਿਹਾ ਪੈਸੇਵਾਰ ਨੂੰ ਹਟ ਜਾਓ। 2 ਢੋਲਕਾਂ ਵਾਲਿਆਂ ਦੇ ਬੈਗ ਸੀਗੇ ਜੀ, ਤੀਜਾ ਢੋਲੀ ਦਾ ਬੈਗ ਸੀ, ਤਿੰਨੇ ਭਰ ਕੇ ਲੈ ਕੇ ਆਏ ਜੀ। ਰੱਬ ਅੱਗੇ ਜਾਣ ਦੇਣੀ ਆ, ਸਾਡੇ ਸਾਹਬ ਤਾਂ ਨਹੀਂ ਦੁਨੀਆ 'ਚ, ਮੇਰੇ ਵੱਡੇ ਵੀਰ ਜੀ ਤਾਂ ਨਹੀਂ ਜੀ ਜੀ, ਆਪਾਂ ਵੀ ਦੁਨੀਆ ਤੋਂ ਚਲੇ ਜਾਣਾ, ਪਰ ਝੂਠ ਨਹੀਂ, ਸੱਚ ਹੈ। ਨਹੀਂ, ਮੈਂ ਉਹੀ ਗੱਲ ਕਰ ਰਿਹਾ ਕਿ ਇੱਕ ਇਨਸਾਨੀਅਤ ਦੀ ਗੱਲ ਹੀ ਹੈ ਕਿ ਜਦੋਂ ਕਲਾਕਾਰ ਖੁਦ ਕਹਿ ਰਿਹਾ ਕਿ ਤੁਸੀਂ ਪੈਸੇਵਾਰ ਨੂੰ ਹਟ ਜਾਓ, ਕਿਆ ਸੱਚ ਹੈ ਜੀ। ਕਿਉਂਕਿ ਸਾਡੇ ਆਮ ਰੂਟੀਨ ਹੈ, ਕਦੇ ਆਂਟੀ ਆ ਜਾਂਦੇ, ਮੈਂ ਨਵੀ ਦੀ ਮੰਮਾ, ਅਸੀਂ ਵੀ ਬੈੱਡ 'ਤੇ ਸੁੱਟ ਕੇ ਅਸੀਂ ਵੀ ਨਾਮ ਨੂੰ ਉਹ ਕਰਦੇ ਹੁੰਦੇ, ਤਕਰੀਬਨ ਮੈਨੂੰ ਹੀ ਪਤਾ ਹੁੰਦਾ ਵੀ ਸਾਨੂੰ ਕਿੰਨਾ ਨਾਮ ਬਣ ਗਿਆ। ਦੂਜੇ ਦਿਨ ਮੈਂ ਦੱਸਣਾ ਬਾਈ ਇਹ ਤੋਂ ਆਪਣਾ ਨਾਮ ਅੱਜ ਬਹੁਤ ਵਧੀਆ ਬਣ ਗਿਆ, ਤੋਂ ਘੱਟ ਬਣ ਗਿਆ, ਚਲੋ ਅਸੀਂ ਡਿਸਕਸ ਕਰਨੀ ਹੁੰਦੀ ਆਪਦੀ ਜੀ ਜੀ, ਵੀ ਆਪਾਂ ਜਦੋਂ ਉਹ ਮੂਵੀ ਵੇਖੀ ਹੈ ਜੀ, ਉਸ ਅਖਾੜੇ ਦੀ ਨਾ ਕੰਮਿਆਂ ਨੇ, ਮੈਂ ਉਸ ਘਰ ਦੇ ਵਿੱਚ ਬਹਿ ਕੇ ਮੂਵੀ ਵੇਖੀ ਹੈ ਜੀ, ਜਿਹੜਾ ਉਹ ਅਖਾੜਾ ਤੁਸੀਂ ਆਣੇ 1,18,000, ਹਾਂ 1,18,000 ਆਣੇ ਤੁਸੀਂ, ਉਸ ਘਰ 'ਚ ਬੈਠਾ ਸੀ ਮੈਂ, ਉਦੋਂ ਮੇਲਾ ਸੀ ਉੱਥੇ ਕੰਮਿਆਂ ਨੂੰ, ਉਦੋਂ ਮੈਂ ਗਿਆ ਸੀ ਉਸ ਮੇਲੇ 'ਤੇ ਉਸ ਘਰ 'ਚ ਵੇਖਿਆ, ਉਹਨਾਂ ਨੇ ਦਿਖਾਇਆ ਵੀ ਆਂਦੇ ਆ ਵੀ ਪੈਸੇ, ਉਸ ਪੈਸੇ ਸਿੱਟੀ ਜਾਂਦੇ, ਬਸ ਮੀਂਹ ਵਾਂਗੂ ਪੈਸੇ ਵਧੀ ਜਾਂਦੇ। ਹਾਂਜੀ। ਅੱਛਾ ਮਾਤਾ ਜੀ, ਜੇ ਪਿਛੋਕੜ ਦੀ ਪਰਿਵਾਰ ਦੀ ਗੱਲ ਕਰੀਏ, ਅੱਜ ਦੇ ਟਾਈਮ ਦੇ ਵਿੱਚ ਫੈਮਿਲੀ ਦੇ ਵਿੱਚ ਕੌਣ ਰਹਿੰਦਾ ਹੈ? ਉੱਥੇ ਬੁੱਟਰ ਪਿੰਡ ਦੀ ਗੱਲ ਕਰੀਏ ਤਾਂ ਬੁੱਟਰ ਪਿੰਡ ਤਾਂ ਇਹਨਾਂ ਦਾ ਇੱਕ ਭਾਈ ਸਾਹਿਬ ਰਹਿੰਦਾ ਜੀ, ਵੱਡੇ ਜੀ ਜੀ, ਬਾਕੀ ਸਾਰੇ ਵੀ ਅੱਡ ਅੱਡ ਹੀ ਰਹਿੰਦੇ ਆ। ਸਭ ਤੋਂ ਵੱਡੇ ਨੂਪਗੜ੍ਹ ਮੰਡੀ ਕੋਲੇ ਪਿੰਡ, ਉੱਥੇ ਰਹਿੰਦੇ ਜੀ, ਤੇ ਇੱਕ ਜਿਹੜਾ ਬੋੜ ਸਿੰਘ ਆ ਉਹ ਰਾਵਲੇ ਰਹਿੰਦਾ, ਰਾਵਲੇ ਕੋਲੇ। ਹਾਂਜੀ, ਇੱਕ ਇੱਧਰ ਗੰਗਾਨਗਰ ਕੋਲ ਰਹਿੰਦਾ, ਅਸੀਂ ਉਰੇ ਇੱਥੇ ਰਾਮਪੁਰੇ ਰਹਿੰਦੇ ਹਾਂ। ਅੱਡ ਅੱਡ ਹੋ ਗਏ ਜੀ ਸਾਰੇ, ਪਹਿਲਾਂ ਬੁੱਟਰ ਹੀ ਸੀ, ਸਾਰੇ ਇਕੱਠੇ ਸੀ ਅਸੀਂ, ਫੈਮਿਲੀ ਸਾਡੀ। ਜੀ ਜੀ, ਸਾਡਾ ਵੱਡਾ ਭਾਈ ਸਾਹਿਬ ਹੈ ਜਿਹੜਾ ਸਭ ਤੋਂ, ਉਹ ਬਸ ਇੱਕ ਸ਼ੁਰੂ ਤੋਂ ਉੱਥੇ ਰਹਿੰਦਾ ਨੂਪਗੜ੍ਹ ਮੰਡੀ, ਜੀ ਜੀ, ਬਾਕੀ ਸਾਰੇ ਅਸੀਂ ਇੱਥੇ ਹੀ ਰਹਿੰਦੇ ਸੀ ਜੀ, ਚਾਰੇ ਪੰਜੇ। ਜੀ ਜੀ, ਜਿਹੜਾ ਪਿਛੋਕੜ ਦਾ ਘਰ ਹਾਲੇ ਉੱਥੇ ਮੌਜੂਦ ਆ ਜਾਂ ਨਹੀਂ? ਹਾਂਜੀ ਹੈਗਾ, ਪਰ ਹੁਣ ਉਹ ਸਾਡੇ ਭਾਈ ਸਾਹਿਬ ਨੇ ਥੋੜਾ ਜਿਹਾ ਮਕਾਨ, ਪਹਿਲਾਂ ਕੱਚੇ ਹੁੰਦੇ ਸੀ, ਜਿਵੇਂ ਉਹ ਸਾਡਾ ਮਕਾਨ ਪਹਿਲਾਂ ਕੱਚਾ ਸੀ ਜੀ, ਜਦੋਂ ਅਸੀਂ ਇੱਥੇ ਰਹਿੰਦੇ ਹੁੰਦੇ ਸੀ। ਹੁਣ ਉਹ ਸਾਡੇ ਭਾਈ ਸਾਹਿਬ ਨੇ ਸਾਰਾ ਵੀ ਵਧੀਆ ਮਕਾਨ ਬਣਾ ਲਿਆ ਉੱਥੇ, ਉਹ ਰਹਿ ਰਹੇ ਵੱਡੇ। ਜੀ ਜੀ, ਨਵਦੀਪ ਵੀਰੇ, ਜਦੋਂ ਉਸ ਘਰ ਦੇ ਵਿੱਚ ਬੁੱਟਰ ਪਿੰਡ ਦੇ ਵਿੱਚ ਅੱਜ ਜਾਂਦੇ ਹੋ ਤਾਂ ਯਾਦਾਂ ਤਾਜ਼ੀਆਂ ਹੁੰਦੀਆਂ ਨੇ, ਯਾਦ ਆਉਂਦੀ ਹੈ? ਹਾਂਜੀ, ਇਹ ਗੱਲ ਤਾਂ ਹੈ। ਬਾਕੀ ਆਪਾਂ ਬੈਕਗਰਾਉਂਡ ਦੀ ਉਹਨੇ ਗੱਲ ਕਰ ਰਹੇ ਸੀ, ਮੈਂ ਤੁਹਾਨੂੰ ਦੱਸਦਾ, ਜਿੱਥੇ ਮੇਰੇ ਤਾਇਆ ਜੀ ਰਹਿ ਰਹੇ ਆ, ਉਹ ਇਹੋ ਜਿਹਾ ਏਰੀਆ ਰਾਵਲਾ ਜੀ, ਉੱਥੇ ਅੱਜ ਵੀ ਲਾਈਟ ਦਾ ਪ੍ਰਬੰਧ ਨਹੀਂ ਹੈ ਜੀ। ਉੱਥੇ ਉਹ 6 ਵਜੇ ਤੋਂ ਪਹਿਲਾਂ ਸਾਰਾ ਕੰਮ ਕਰਕੇ ਉਹਨਾਂ ਨੇ ਬਹਿ ਜਾਣਾ ਜੀ, ਜੋ ਬੈਟਰੀ ਵਗੈਰਾ ਮੋਬਾਈਲ ਦੀ ਚਾਰਜਿੰਗ ਕਰਦੇ, ਟਰੈਕਟਰ ਦੀ ਬੈਟਰੀ ਨਾਲ ਕਰਦੇ ਆ। ਅੱਜ ਦੇ ਟਾਈਮ 'ਤੇ ਵੀ ਉੱਥੇ ਹੀ ਸਿਚੁਏਸ਼ਨ ਹੈ। ਤੁਸੀਂ ਇਸ ਚੀਜ਼ ਦਾ ਇੱਥੋਂ ਆਈਡੀਆ ਲਗਾ ਸਕਦੇ ਹੋ ਕਿ ਉਸ ਟਾਈਮ 'ਚ ਉੱਥੋਂ ਨਿਕਲ ਕੇ ਇੱਧਰ ਆਉਣਾ, ਇੱਥੇ ਜ਼ਮੀਨ ਜਾਇਦਾਦ ਬਣਾਉਣੀ। ਅਗਰ ਆਪਾਂ ਅੱਜ ਦੇ ਟਾਈਮ 'ਚ ਕਰੀਏ, ਸ਼ਾਇਦ ਮੈਂ 4 ਸਾਲ ਕਮਾਈ ਕਰੂੰਗਾ, ਕਿੱਲਾ ਲੈਣਾ ਹੀ ਬਹੁਤ ਔਖਾ। ਬਿਲਕੁਲ ਜੀ। ਉੱਥੋਂ ਜਿੱਥੇ ਇਹੋ ਜਿਹਾ ਕੋਈ ਪ੍ਰਬੰਧ ਵੀ ਨਹੀਂ ਸੀ, ਅੱਜ ਵੀ ਉੱਥੇ ਹੀ ਉਹੀ ਪੋਜੀਸ਼ਨ ਹੈ। ਉੱਥੋਂ ਨਿਕਲ ਕੇ ਆਏ, ਉਹਨਾਂ ਨੂੰ ਆਪਦੇ ਆਪ ਦੀ ਮਾਣ ਸੀ, ਕੋਈ ਨਾਲ ਨਹੀਂ ਸੀ।
ਉੱਥੋਂ ਨਿਕਲ ਕੇ ਅੱਜ ਇੱਥੇ ਆ ਕੇ ਪੰਜਾਬ ਦੇ ਵਿੱਚ ਹੌਲੀ 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 ਅੱਗੇ ਅੱਗੇ ਤੇ ਇੱਥੇ ਆ ਕੇ ਜ਼ਮੀਨ ਜਾਇਦਾਦ ਬਣਾਉਣੀ। ਉਹ ਚੀਜ਼ਾਂ ਜਦੋਂ ਮੈਂ ਸੋਚਦਾ, ਜਦੋਂ ਮੈਂ ਉੱਥੇ ਜਾਂਦਾ, ਉਦੋਂ ਦਿਮਾਗ 'ਚ ਗੱਲ ਆਉਂਦੀ ਹੈ ਕਿ ਵਾਕਈ ਉਹਨਾਂ ਨੇ ਜੋ ਕੀਤਾ ਕਹਿਣ ਜੋਗਾ ਕੋਈ ਨਹੀਂ ਕਰ ਸਕਦਾ। ਜੀ ਜੀ। ਉਹਨਾਂ ਦੀ ਫੈਮਿਲੀ ਦੇ ਵਿੱਚੋਂ ਜੇ ਗੱਲ ਕਰੀਏ ਤਾਂ ਹੋਰ ਕੋਈ ਗਾਇਕੀ ਦੇ ਵਿੱਚ ਹੈ ਆ ਰਿਹਾ ਅੱਗੇ ਜਾਂ ਨਹੀਂ ਜੀ, ਸਾਡੀ ਫੈਮਿਲੀ ਦੇ ਵਿੱਚੋਂ ਕੋਈ ਵੀ ਨਹੀਂ ਸੀ ਗਾਇਕੀ 'ਚ। ਤੇ ਜੋ ਲਿੰਕ ਦੇ ਵਿੱਚ ਜਿਵੇਂ ਬਾਈ ਜੀ ਨੇ ਗੁਰੂ ਧਾਰਿਆ ਤਾਂ ਉਹ ਸ਼ਗਿਰਦ ਦਾ ਇੱਕ ਪਬਲਿਕ ਉਸੇ ਸੀ। ਫੈਮਿਲੀ ਵਿੱਚੋਂ ਸਾਡੇ ਪਰਸਨਲ ਕੋਈ ਵੀ ਨਹੀਂ ਸੀ। ਫੈਮਿਲੀ ਦੇ ਵਿੱਚ ਤਾਂ ਸਾਰੇ ਹੀ ਰਾਜਸਥਾਨ ਦੇ ਨੇ। ਜਿਹੜੇ ਟਾਈਮ 'ਚ ਪਾਪਾ ਅਮਰੀਕਾ ਤੇ ਉੱਥੇ ਕੈਨੇਡਾ 'ਚ ਪ੍ਰੋਗਰਾਮ ਲਾ ਕੇ ਸੀ, ਸ਼ਾਇਦ ਮੇਰੇ ਰਿਸ਼ਤੇਦਾਰਾਂ ਨੂੰ ਤਾਂ ਪਤਾ ਵੀ ਨਹੀਂ ਵੀ ਅਮਰੀਕਾ ਕੈਨੇਡਾ ਕੀ ਹੁੰਦਾ। ਬਿਲਕੁਲ ਜੀ। ਇੱਥੋਂ ਤੁਸੀਂ ਇੱਕ ਆਈਡੀਆ ਲਗਾ ਸਕਦੇ ਹੋ ਕਿ ਉਹ ਕਿੱਥੋਂ ਤੋਂ ਕਿੱਥੇ ਤੱਕ ਚਲੇ ਗਏ ਸੀ। ਬਿਲਕੁਲ ਇਹ ਗੱਲ ਬਿਲਕੁਲ ਜੀ। ਮਾਨ ਸਾਹਿਬ, ਇਹੋ ਜਿਹੇ ਪਿੰਡ ਦੇ ਵਿੱਚੋਂ ਨਿਕਲਣਾ, ਜਿਵੇਂ ਨਵਦੀਪ ਬਾਈ ਨੇ ਦੱਸਿਆ ਕਿ ਅੱਜ ਵੀ ਉੱਥੇ ਬਿਜਲੀ ਦਾ ਪ੍ਰਬੰਧ ਨਹੀਂ ਆ। ਮੈਂ ਗਿਆ। ਅਮਰੀਕਾ ਜੀ, ਮੈਂ ਗਿਆ, ਉਸ ਪਿੰਡ ਵੀ ਗਿਆ ਜੀ। ਅਸਲ 'ਚ ਸਤਿਕਾਰਯੋਗ ਵੀਰ ਜੀ, ਇਹਨਾਂ ਦਾ ਜਿਹੜਾ ਜੱਦੀ ਪਿੰਡ ਬੁੱਟਰ ਕਹਿੰਦੇ ਹੋ ਜੀ, ਬੁੱਟਰ, ਉਹ ਬੁੱਟਰ ਕਿਵੇਂ ਬਣਿਆ ਜੀ, ਸ਼ਾਇਦ ਨਵਦੀਪ ਨੂੰ ਨਹੀਂ ਪਤਾ। ਬਾਈ ਜੀ ਦੇ ਪੁਰਖਿਆਂ ਦਾ ਪਿੰਡ ਮੁਕਤਸਰ ਦੇ ਨਾਲ ਚਿੜੇਵਾਨ ਪਿੰਡ ਸੀਗਾ ਜੀ। ਇੱਥੋਂ ਮਿਹਨਤ ਦੇ ਜ਼ਰੀਏ ਇਹਨਾਂ ਦੇ ਬਜ਼ੁਰਗ ਰਾਜਸਥਾਨ ਚਲੇ ਗਏ। 4 ਕੇ ਉੱਥੇ ਜਾ ਕੇ ਉਹਨਾਂ ਨੇ ਬੁੱਟਰ ਆਪਣੇ ਗੋਤ ਦੇ ਉੱਤੇ ਬੁੱਟਰ ਢਾਣੀ ਬਣਾਈ ਸੀ। ਜੀ ਕਿਉਂਕਿ ਮੇਰੇ ਵੀ ਤਾਂ ਜ਼ਿਆਦਾ ਸਾਡਾ ਪਿੰਡ ਚਿੜੇਵਾਨ ਪਿੰਡ ਪ੍ਰੋਗਰਾਮ ਸੀ ਜੀ। ਅਖੀਰਲੇ ਦਿਨਾਂ 'ਚ ਵਿੱਚ ਉੱਥੇ 2-3 ਘਰੇ ਉਹਨਾਂ ਨੂੰ ਲਿਜਾਇਆ ਗਿਆ, ਨਿਵਾਜਿਆ ਗਿਆ। ਇਹ ਸਾਡੇ ਸਰੀਕੇ 'ਚੋਂ ਆ ਵੀ ਸਾਡੇ ਉਸ 'ਚ ਮੈਨੂੰ ਉੱਥੋਂ ਪਤਾ ਲੱਗਿਆ ਸੀ। ਉਦੋਂ ਪਰ ਮਾਈਕ 'ਚ ਬੋਲਿਆ ਸੀ, ਕਹਿੰਦੇ ਵੀ ਸਾਡਾ ਪਿਛਲਾ ਜੱਦੀ ਪਿੰਡ ਚਿੜੇਵਾਨ ਹੈ ਮੁਕਤਸਰ ਦੇ ਕੋਲ। ਇੱਥੋਂ ਅਸੀਂ ਬੁੱਟਰ ਗੁੱਤੀਆਂ ਨੇ ਜਾ ਕੇ ਬੁੱਟਰ ਢਾਣੀ ਬਣਾਈ ਸੀ। ਉੱਥੇ ਬੁੱਟਰ ਢਾਣੀ ਵਸਾਈ, ਉੱਥੇ ਮਿਹਨਤ ਕੀਤੀ ਤੇ ਉਹ ਬੁੱਟਰ ਪਿੰਡ ਬਣਿਆ। ਵੈਸੇ 4 ਕੇ ਕਹਿੰਦੇ ਉਹਨੂੰ 5 ਕੇ ਉਹ ਸਰਕਾਰੀ ਨਾਂ ਹੈ ਇਹਨਾਂ ਦੇ, ਪਰ ਬੁੱਟਰ ਨਾਂ ਹੀ ਸੀ ਉਹ ਢਾਣੀ ਦਾ। ਬੜਾ ਮਾਣ ਹੁੰਦਾ ਹੈ ਵੀ ਬੁੱਟਰਾਂ ਨੇ ਜਾ ਕੇ ਰਾਜਸਥਾਨ 'ਚ ਵੀ ਝੰਡੇ ਕੱਟੇ। ਜੀ ਜੀ ਜੀ। ਅੱਛਾ, ਇਹਨਾਂ ਦਾ ਸਰਨੇਮ ਬੁੱਟਰ ਸੀ। ਹਾਂ, ਸਰਨੇ ਬੁੱਟਰ। ਸਰਨੇਮ ਬੁੱਟਰ ਸੀ। ਹਾਂ, ਨਵਦੀਪ ਬੁੱਟਰ। ਜੀ ਜੀ ਜੀ। ਮੇਜਰ ਬੁੱਟਰ, ਸਾਡੇ ਸਾਰੇ ਬੁੱਟਰ ਹੀ ਨੇ ਇਹ। ਜੀ ਜੀ। ਕਿਉਂਕਿ ਸਰਨੇਮ ਜ਼ਿਆਦਾ ਨੂੰ ਪਤਾ ਹੀ ਨਾ ਹੋਣਾ ਵੀ ਮੇਜਰ ਰਾਜਸਥਾਨੀ ਦੇ ਨਾਮ ਨਾਲ ਮਸ਼ਹੂਰ ਹੋਏ ਨੇ ਨਾ। ਹਾਂ, ਇਹ ਵੀ ਇਹ ਆਦਮ ਸ਼ਰਮਾ ਦੀ ਦੇਣ ਹੈ ਜੀ ਇਹਨਾਂ ਨੂੰ ਇਹ ਨਾਂ। ਜੀ। ਚਲੋ ਮੈਂ ਉਧਰ ਜਾਣਾ ਨਹੀਂ ਚਾਹੁੰਦਾ। ਕੋਈ ਰਾਜਸਥਾਨੀ ਹੋਰ ਵੀ ਚਿਹਰਾ ਮਸ਼ਹੂਰ ਸੀ ਜੀ। ਜੋ ਟੇਪ ਕਰਨ ਗਏ। ਇੱਕ ਤਾਂ ਟੇਪ ਕਰਨ ਗਏ ਜੀ, ਇਹ ਬਗ 35 ਚਲੀ ਗਏ ਟਰਾਲੀ ਭਰ ਕੇ। ਅੱਛਾ ਜੀ। ਉਹ ਕਹਿੰਦੇ ਬੋਪਾਰੇ ਵਰਗੇ ਕਹਿੰਦੇ ਯਾਰ ਕੀ ਨਾਂ ਰੱਖੀਏ, ਸ਼ਾਇਦ ਉਹ ਦੁੱਲੋਂ ਵਾਲੇ ਸੀ, ਪਤਾ ਨਹੀਂ ਕੀ ਨਾਂ ਰੱਖੀਏ। ਉਹ ਅਖਬਾਰ ਪੜ੍ਹਦੇ ਸੀ, ਅਤੁਲ ਸ਼ਰਮਾ ਜੀ, ਉਹਦੇ ਆਇਆ ਵੀ ਕੋਈ ਰਾਜਸਥਾਨੀ ਦਾ ਕੋਈ ਨਾਂ ਆਇਆ, ਕਹਿੰਦਾ ਯਾਰ ਇੱਕ ਰਾਜਸਥਾਨੀ ਆ ਵੀ ਆ, ਕਹਿੰਦਾ ਇਹਦਾ ਨਾਂ ਵੀ ਰਾਜਸਥਾਨੀ ਰੱਖ ਲਓ। ਜੀ। ਉਹ ਵੀ ਰਾਜਸਥਾਨ ਦਾ ਚਿਹਰਾ ਮਸ਼ਹੂਰ ਹੋਇਆ ਸੀ। ਮੈਂ ਉਹ ਹਾਲਾਤਾਂ ਵੱਲ ਨਹੀਂ ਜਾਣਾ ਚਾਹੁੰਦਾ। ਉਤੋਂ ਅਤੁਲ ਸ਼ਰਮਾ ਜੀ ਨੇ ਮੇਜਰ ਰਾਜਸਥਾਨੀ ਨਾਂ ਰੱਖਿਆ ਸੀਗਾ। ਜੀ ਜੀ। ਇਹ ਉਹਨਾਂ ਦੀ ਦੇਣ ਹੈ ਜੀ। ਬਾਕੀ ਕੀ ਉਹਨਾਂ ਦੀਆਂ ਕੀ ਗੱਲਾਂ ਕਰੀਏ ਜੀ, ਕੀ ਉਹਨਾਂ ਨੂੰ ਯਾਦ ਕਰੀਏ। ਬਸ ਦੇਖੋ, ਇੰਨੀ ਸ਼ੋਹਰਤ ਸਭ ਕੁਝ ਹੋਣ ਦੇ ਬਾਵਜੂਦ ਕਿਤੇ ਇਹ ਨਹੀਂ ਕਿਹਾ ਸੀ ਮੈਨੂੰ ਆਹ ਪਕਵਾਨ ਚਾਹੀਦਾ। ਚਿੱਬੜਾਂ ਦੀ ਚਟਣੀ ਨਾਲ ਰੋਟੀਆਂ, ਜੇ ਘਰੇ 3 ਖਾਂਦੇ ਨਾ, ਚਿੱਬੜਾਂ ਦੀ ਚਟਣੀ ਨਾਲ 6 ਖਾਂਦਾ ਸੀ ਜੀ। ਵੀ ਇੰਨਾ ਸਾਦਾਪਣ, ਆਪਣੇ ਵਿਰਸੇ ਨਾਲ ਜੁੜੇ ਹੋਏ, ਆਪਣੀ ਮਿੱਟੀ ਨਾਲ ਜੁੜੇ ਹੋਏ, ਕੋਈ ਹਉਮੈ ਤਾਂ ਹੈ ਹੀ ਨਹੀਂ ਸੀ ਜੀ। ਬਾਕੀ ਗੋਲਡ ਦੇ ਸ਼ੌਕੀਨ ਸੀ, ਤੁਸੀਂ ਫੋਟੋਆਂ ਤੋਂ ਅੰਦਾਜ਼ਾ ਲਾ ਲਓ, ਸਭ ਕੁਝ ਓਰੀਜਨਲ ਹੈ। ਸੋਨੇ ਦੇ ਬਹੁਤ ਸ਼ੌਕੀਨ ਸੀਗੇ। ਇੱਧਰ ਅਮਰੀਕਾ ਗਏ, ਉੱਥੋਂ ਵੀ ਉਹਨਾਂ ਬਣਾ ਲਿਆ। ਕੈਨੇਡਾ ਗਏ, ਫਿਰ ਤੁਸੀਂ ਉੱਥੋਂ ਵੀ ਉਹਨਾਂ ਦਾ ਇਹ ਚੀਜ਼ ਦਾ ਸ਼ੌਂਕ ਸੀ। ਅੱਛਾ, ਤੁਸੀਂ ਕੈਨੇਡਾ ਅਮਰੀਕਾ ਦੀ ਗੱਲ ਕਰੀ ਆ, ਇਹ ਜ਼ਰੂਰ ਦੱਸਿਓ ਕਿ ਕਿਹੜੇ ਦੇਸ਼ਾਂ ਦੇ ਜਿਹੜੇ ਉਹਨਾਂ ਨੇ ਦੌਰੇ ਕੀਤੇ। ਕੈਨੇਡਾ ਜੀ, ਅਮਰੀਕਾ। ਇੱਕ ਆ ਕੇ ਮੈਨੂੰ ਬੜੇ ਫਖਰ ਨਾਲ ਦੱਸਿਆ, ਇੱਕ ਉੱਥੇ ਜੀ ਕੋਈ ਮਾਹੌਲ ਹੈ, ਹਾਲ ਹੈ ਕੈਨੇਡਾ ਦੇ ਵਿੱਚ। ਕੈਨੇਡਾ 'ਚ ਸਭ ਤੋਂ ਪਹਿਲਾਂ ਜੀ ਉਹ ਚੁਣਵੇਂ ਕਲਾਕਾਰਾਂ ਨੇ ਭਰਿਆ ਸੀਗਾ। ਅਮਿਤਾਭ ਬੱਚਨ ਜੀ, ਧਰਮਿੰਦਰ ਜੀ, ਗੁਰਦਾਸ ਮਾਨ ਜੀ, ਇਹਨਾਂ ਦੇ ਰਿਕਾਰਡ ਤੋੜੇ ਸੀ ਤੂਤ ਕਤੂਤੀਆਂ ਵਾਲੇ ਮਲਕੀਤ ਨੇ ਜੀ। ਉਹਦਾ ਰਿਕਾਰਡ ਤੋੜਿਆ ਗੁਰਦਾਸ ਮਾਨ ਜੀ ਨੇ ਵੀ, ਉਹ ਭਰਤਾ ਸੀਗਾ। ਪਰ ਇਹਨਾਂ ਨੇ ਉੱਥੇ ਸਟੈਂਡਿੰਗ ਰੂਆਂ ਲਾਤੀਆਂ ਸੀ, ਖੜੇ ਸੀ ਜੀ। ਬਸ ਇੱਕੋ ਹੀ ਜਦੋਂ ਕਿਹਨਾਂ ਕਹਿੰਦੇ ਉਹਦੇ ਗੱਲ ਨੂੰ ਮੈਂ ਗਾਨੀ ਜਿਹੜੀ ਦਿੱਤੀ ਸੀ ਨਿਸ਼ਾਨੀ, ਉਹ ਬਸ ਇੰਨਾ ਪਾਪੂਲਰ ਗੀਤ ਸੀ ਸਾਡਾ ਜੀ, ਸਾਰਾ ਹਾਲ ਹੀ ਨੱਚਦਾ ਸੀਗਾ ਜੀ। ਮੈਨੂੰ ਬੜਾ ਮਾਣ ਹੈ ਉਹ ਇਹਨਾਂ ਨੇ ਭਰਿਆ ਜੀ। ਉੱਥੋਂ ਦੀ ਜਿਹੜੀ ਡਾਇਰੀ ਹੈ ਜਾਂ ਕੁਛ ਹੈ, ਉੱਥੋਂ ਦੇ ਅੰਕੜੇ ਦੱਸਦੇ ਆ, ਅੱਜ ਵੀ ਦੱਸ ਰਹੇ ਨੇ, ਮੇਜਰ ਰਾਜਸਥਾਨੀ ਦਾ ਉਹ ਭਰਿਆ ਹੋਇਆ ਜੀ। ਕੈਨੇਡਾ ਦਾ ਹਾਲ ਧਰਮਿੰਦਰ ਜਿਹੜੇ ਹੀਰੋਆਂ ਨੇ ਭਰਿਆ, ਹੀਰੋਇਨਾਂ ਨੇ ਭਰਿਆ, ਸਾਡਾ ਸਾਹਿਬ ਵੀ ਅੱਗੇ ਭਰ ਕੇ ਆਇਆ ਜੀ। ਕੀ ਬਾਤ ਹੈ ਬਬਲੀ ਬਾਈ, ਗੱਲਾਂ ਜਿੰਨੀਆਂ ਕਰੀਏ ਉਨੀ ਲੰਬੀ ਹੋ ਜਾਣੀ ਹੈ ਮੁਲਾਕਾਤ। ਸੋ ਹੁਣ ਆਪਾਂ ਵਿਦਾ ਲਵਾਂਗੇ। ਮੈਂ ਚਾਹੂੰਗਾ ਜਾਂਦੇ ਜਾਂਦੇ ਸਰੋਤਿਆਂ ਨੂੰ ਆਪਣੀ ਆਵਾਜ਼ ਦੇ ਵਿੱਚ ਇੱਕ ਗੀਤ ਬਾਈ ਜੀ ਹੋਰਾਂ ਦਾ ਜ਼ਰੂਰ ਸਾਂਝਾ ਕਰਿਓ। ਤੁਸੀਂ ਦੱਸੋ ਹੁਣ ਤਾਈ ਕਿਹੜਾ ਸੁਣਨਾ? ਕਿਉਂਕਿ ਬਿਲਕੁਲ ਜੀ। ਤੁਸੀਂ ਹੈ ਨਹੀਂ
ਤੇਰੇ ਗਮ ਵਿੱਚ ਨਹੀਂ ਕੁੜੀ। ਉਹਨੂੰ ਛੱਡ ਕੇ ਤੁਰਿਆ ਈ ਤੇਰੇ ਤੇ ਆਸ਼ਿਕ ਸੀ ਜੋ ਚਿਰਦਾ ਗਲ ਪਾਟੇ ਲੀੜੇ ਨੀ ਵਿਹਾਂ ਵਿੱਚ ਪਾਗਲ ਹੋਇਆ ਫਿਰਦਾ ਨਾ ਤੇਰਾ ਹੀ ਜਪਦਾ ਮੁੰਡੇ ਤੇ ਇਸ਼ਕ ਹੋ ਗਿਆ ਪਾਰੂ ਤੇਰੇ ਗਮ ਵਿੱਚ ਨੀ ਕੁੜੀਏ ਲੱਗ ਗਿਆ ਪੀਣ ਨਮਾਣਾ ਦਾਰੂ ਤੇਰੇ ਗਮ ਵਿੱਚ ਨੀ ਝੱਲੀਏ ਲੱਗ ਗਿਆ ਪੀਣ ਨਮਾਣਾ ਦਾਰੂ। ਵਾਹ ਜੀ ਵਾਹ, ਕੀ ਬਾਤ ਹੈ। ਮਾਤਾ ਜੀ, ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਜਿਨ੍ਹਾਂ ਨੇ ਬੇਨਤੀ ਕੀਤੀ, ਰਿਕੁਐਸਟ ਕੀਤੀ ਬਾਈ ਜੀ ਹੋਰਾਂ ਦੀ ਫੈਮਿਲੀ ਦੇ ਨਾਲ, ਉਹਨਾਂ ਦੇ ਕਰੀਬੀਆਂ ਦੇ ਨਾਲ ਮਿਲਾਉਣ ਦੀ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ, ਸਾਰੇ ਸਰੋਤਿਆਂ ਦਾ। ਜਿਹੜੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਹਾਡੀ ਟੀਮ ਦਾ, ਜਿਹੜੇ ਤੁਸੀਂ ਸਾਡੇ ਘਰ ਆਏ ਜੀ। ਸਾਨੂੰ ਬਹੁਤ ਵਧੀਆ ਲੱਗਿਆ। ਅਸੀਂ ਸਾਰੇ ਮਹੱਲੇ ਨੂੰ ਵੀ ਦੱਸਿਆ ਵੀ ਅੱਜ ਸਾਡੀ ਇੰਟਰਵਿਊ ਹੋਣੀ ਹੈ। ਸਾਰਿਆਂ ਨੂੰ ਬਹੁਤ ਜ਼ਿਆਦਾ ਹੋ ਗਿਆ, ਅਸੀਂ ਦੇਖਾਂਗੇ। ਸਿਰਫ ਬੇਟਾ ਕਹਿੰਦਾ ਵੀ ਰੌਲਾ ਬਾਹਲਾ ਪਊਗਾ। ਸਾਰਿਆਂ ਨੂੰ ਬਹੁਤ ਉਹ ਸੀਗਾ ਜੀ ਵੀ ਅਸੀਂ, ਕਿਉਂ ਸਾਡੇ ਘਰੇ ਬਹੁਤ ਕਲਾਕਾਰ ਆਉਂਦੇ ਸੀ, ਬਲਕਾਰ ਵੀਰ ਜੀ ਹੋਰੀ, ਹਰਦੇਵ ਮਾਈ ਨੰਗਲ ਹੋਰੀ। ਸਾਡੇ ਘਰੇ ਖੜਨ ਨੂੰ ਥਾਂ ਨਹੀਂ ਸੀ, ਬਹੁਤ ਲੋਕ ਇਕੱਠੇ ਹੁੰਦੇ ਸੀ ਵੀ ਉਹਨਾਂ ਦੇ ਘਰੇ ਸਿੰਗਰ ਆਏ ਆ ਤੇ ਅਸੀਂ ਦੇਖਣ ਜਾਈਏ। ਉਹ ਅੱਜ ਵੀ ਕਹਿੰਦੇ ਸੀ ਵੀ ਅਸੀਂ ਆਵਾਂਗੇ, ਪਰ ਫਿਰ ਅਸੀਂ ਥੋੜ੍ਹਾ ਜਿਹਾ ਕਿਹਾ ਵੀ ਰੌਲਾ ਜ਼ਿਆਦਾ ਪਾਉਂਦੇ ਬੱਚੇ, ਤਾਂ ਕਰਕੇ ਵੀ ਅਸੀਂ ਥੋੜ੍ਹਾ ਜਿਹਾ ਮਨਾ ਕਰਤਾ। ਤੇ ਸਾਨੂੰ ਬਹੁਤ ਹੀ ਵਧੀਆ ਲੱਗਿਆ ਜੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਸਾਰੇ ਸਰੋਤਿਆਂ ਦਾ, ਤੁਹਾਡੀ ਟੀਮ ਦਾ ਜੀ। ਤੁਸੀਂ ਸਾਡੇ ਘਰ ਆਏ, ਸਾਡੇ ਨਾਲ ਗੱਲਬਾਤ ਕੀਤੀ ਜੀ। ਮਾਤਾ ਜੀ, ਅਸੀਂ ਆਪਣੇ ਆਪ ਨੂੰ ਭਾਗਾਂ ਵਾਲਾ ਮੰਨਦੇ ਹਾਂ ਕਿਉਂਕਿ ਏਡੇ ਵੱਡੇ ਕਲਾਕਾਰ ਦੇ ਘਰ, ਬਾਦਸ਼ਾਹ, ਜਿਹੜਾ ਸੰਗੀਤ ਜਗਤ ਦੇ ਬਾਦਸ਼ਾਹ ਦੇ ਘਰ ਸਾਨੂੰ ਆਉਣ ਦਾ ਜਿਹੜਾ ਮੌਕਾ ਮਿਲਿਆ ਆ। ਸਰੋਤਿਆਂ ਦਾ ਵੀ ਧੰਨਵਾਦ ਕਰਦੇ ਹਾਂ ਕਿਉਂਕਿ ਸਰੋਤਿਆਂ ਦੀ ਬਦੌਲਤ ਹੀ ਮਿਲਿਆ। ਨਵਦੀਪ ਵੀਰੇ, ਤੁਸੀਂ ਕੀ ਕਹਿਣਾ ਚਾਹੋਗੇ ਸਰੋਤਿਆਂ ਨੂੰ, ਉਹਨਾਂ ਦੇ ਪਿਆਰ ਕਰਨ ਵਾਲਿਆਂ ਨੂੰ, ਜਿਨ੍ਹਾਂ ਦੇ ਦਿਲਾਂ ਦੇ ਵਿੱਚ ਅੱਜ ਵੀ ਮੇਜਰ ਰਾਜਸਥਾਨੀ ਜਿਉਂਦੇ ਤਿਉਂ ਨੇ? ਫੈਨ ਤਾਂ ਆਪਾਂ ਅੱਜ ਦੇਖਦੇ ਹਾਂ ਕਿ ਫੈਨ ਫੋਲੋਇੰਗ ਹਰੇਕ ਕਲਾਕਾਰ ਦੀ ਹੁੰਦੀ ਆ, ਪਰ ਜੋ ਉਹਨਾਂ ਦੀ ਕਲਾਕਾਰੀ ਸੀ, ਉਹਨਾਂ ਨੂੰ ਲੋਕ ਵਾਕਈ ਦਿਲੋਂ ਹੀ ਪਿਆਰ ਕਰਦੇ ਸੀ। ਕਈ ਬੰਦੇ ਮੈਨੂੰ ਇੱਦਾਂ ਦੇ ਮਿਲਦੇ, ਮੈਂ ਰਾਜਸਥਾਨ 'ਚ ਹੁਣ ਵੀ ਜਦੋਂ ਜਾਂਦਾ, ਉਹ ਕਹਿਣਗੇ ਵੀਰ ਜੀ ਤੁਹਾਡੇ ਨਾਲ ਅਸੀਂ ਫੋਟੋ ਕਰਾਉਣੀ ਆ, ਤਾਂ ਉਹ ਮੇਰੇ ਚਿਹਰੇ 'ਚ ਉਹਨਾਂ ਦਾ ਚਿਹਰਾ ਦੇਖਦੇ ਆ। ਅਤੇ ਉਹ ਕਈ ਬੰਦਿਆਂ ਨੂੰ ਮੈਂ ਅਜੇ ਦੇਖਿਆ ਕਿ ਉਹਨਾਂ ਨੂੰ ਗਾਉਣਾ ਤਾਂ ਨਹੀਂ ਆਉਂਦਾ, ਪਰ ਫਿਰ ਵੀ ਮੈਨੂੰ ਉਹ ਗਾਣਾ ਗਾ ਕੇ ਸੁਣਾਉਣਗੇ ਕਿ ਮੈਂ ਉਹ ਫਿਰ ਉਹਨਾਂ ਦੀਆਂ ਅੱਖਾਂ ਦੇਖਦਾ ਨਾ ਜਦੋਂ, ਕਿ ਹਾਂ ਉਹਨਾਂ ਦੀਆਂ ਅੱਖਾਂ ਤੋਂ ਲਿਖਦਾ ਕਿ ਉਹ ਇੱਥੋਂ ਗਾ ਰਿਹਾ। ਠੀਕ ਹੈ, ਕਈ ਬੰਦਿਆਂ ਦਾ ਗਲਾ ਨੂੰ ਮੈਂ ਵੀ ਨਹੀਂ ਗਾ ਸਕਦਾ। ਇੱਕ ਸਾਡੀ ਗੱਲ ਹੋ ਰਹੀ ਜੀ, ਸਾਡੀ ਗੁੜੀਆ ਦੀ ਸ਼ਾਦੀ ਹੋਈ ਹੈ ਹਨੂੰਮਾਨਗੜ੍ਹ ਟਾਊਨ। ਉਹ ਜਦੋਂ ਵੀ ਉਹਨਾਂ ਦੇ ਘਰ ਕੋਈ ਆਉਂਦਾ, ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਰਾਜਸਥਾਨੀ ਦੀ ਬੇਟੀ ਆ, ਉਹ ਖੁਦ ਆ ਕੇ ਅੰਦਰ ਆ ਕੇ ਉਹਨਾਂ ਨੂੰ ਕਹਿੰਦੇ ਵੀ ਸਾਨੂੰ ਇੱਕ ਵਾਰੀ ਜ਼ਰੂਰ ਮੁਲਾਕਾਤ ਕਰਾਓ, ਰਾਜਸਥਾਨੀ ਦੀ ਬੇਟੀ, ਅਸੀਂ ਮਿਲੀਏ, ਅਸੀਂ ਉਹਨਾਂ ਨਾਲ ਗੱਲ ਕਰੀਏ। ਉਹਨਾਂ ਨੂੰ ਬਹੁਤ ਹੀ ਵੱਡਾ ਮਾਣ ਹੈ ਜੀ, ਸਾਡੇ ਜਵਾਈ ਨੂੰ, ਸਾਡੇ ਸੱਜਣਾ ਨੂੰ ਜੀ, ਸਾਡੇ ਸਾਰੇ ਵੀ ਬਹੁਤ ਉਹਨਾਂ ਨੂੰ, ਜੋ ਵੀ ਕੋਈ ਰਿਸ਼ਤੇਦਾਰ ਜਾਂਦਾ, ਕੋਈ ਉਹਨਾਂ ਦਾ ਰਿਸ਼ਤੇਦਾਰ ਆਉਂਦਾ, ਉਹ ਐਂ ਕਹਿੰਦੇ ਵੀ ਇਹ ਰਾਜਸਥਾਨੀ ਦੀ ਬੇਟੀ ਹੈ, ਇਹਨਾਂ ਦੇ ਘਰ ਉਹਨਾਂ ਦੀ ਸ਼ਾਦੀ ਹੋਈ ਹੈ। ਸਾਰੇ ਟਾਊਨ 'ਚ ਜਿਹੜੇ ਕੋਈ ਜਾਣਦੇ ਆ, ਉਹ ਕਹਿ ਦਿੰਦੇ ਤੁਸੀਂ ਰਾਜਸਥਾਨੀ ਦੇ ਘਰੇ ਵਿਆਹੇ ਆ। ਸਾਡੇ ਜਵਾਈ ਨੂੰ ਪੁੱਛਦੇ, ਉਹ ਕਹਿੰਦੇ ਹਾਂਜੀ ਅਸੀਂ ਰਾਜਸਥਾਨੀ ਦੇ ਘਰੇ ਵਿਆਹੇ ਆ। ਵੀ ਬਹੁਤ ਵੱਡਾ ਉਹਨਾਂ ਨੂੰ ਇਸ ਗੱਲ ਦਾ ਹੋਏਗਾ ਮਾਣ। ਅਤੇ ਬਹੁਤ ਵਧੀਆ ਸਾਡੇ ਵੀਰ ਜੀ ਨੇ, ਬਹੁਤ ਵਧੀਆ। ਆਪ ਤਾਂ ਨਹੀਂ ਦੁਨੀਆ ਤੇਰੇ ਚਲੇ ਗਏ ਜੀ, ਅਤੇ ਪਰ ਸਾਡੀ ਬੇਟੀ ਨੂੰ ਉਹਨਾਂ ਨੇ ਬਹੁਤ ਹੀ ਵਧੀਆ ਘਰ ਭਾਲ ਕੇ ਦਿੱਤਾ। ਬਹੁਤ ਹੀ ਸਾਡੇ ਸੱਜਣ ਕੁੜਮਾ ਜਿਹੜੇ ਬਹੁਤ ਹੀ ਵਧੀਆ ਬੰਦੇ ਜੀ ਅੱਜ। ਮਾਨ ਸਾਹਿਬ, ਕੀ ਕਹਿਣਾ ਚਾਹੋਗੇ ਉਹਨਾਂ ਸਰੋਤਿਆਂ ਨੂੰ, ਉਹਨਾਂ ਦਰਸ਼ਕਾਂ ਨੂੰ ਜਿਹੜੇ ਅੱਜ ਵੀ ਪਿਆਰ ਕਰਦੇ ਨੇ, ਆਪਣੇ ਦਿਲਾਂ ਦੇ ਵਿੱਚ ਮੇਜਰ ਰਾਜਸਥਾਨੀ ਦੇ ਉਹਨਾਂ ਗੀਤਾਂ ਨੂੰ ਵਸਾਈ ਬੈਠੇ ਨੇ, ਮੇਜਰ ਰਾਜਸਥਾਨੀ ਨੂੰ ਵਸਾਈ ਬੈਠੇ ਨੇ? ਕੀ ਕਹਾਂ ਜੀ, ਸ਼ਬਦ ਹੀ ਨਹੀਂ ਕੋਈ ਉਹਨਾਂ ਦੇ ਕਹਿਣ ਲਈ। ਅੱਛਾ, ਇੱਕ ਮੈਂ ਹੋਰ, ਇੱਕ ਹੈ ਕੋਈ ਸ਼ਖਸ, ਉਹਨਾਂ ਦੀ ਸਾਨੂੰ ਬੜੀ ਕਾਲ ਆ ਰਹੀ ਸੀ। ਅਸਲ ਦੇ ਵਿੱਚ ਅਸੀਂ ਉਹਨਾਂ ਦਾ ਨਾਮ ਵੀ ਭੁੱਲ ਗਏ, ਨਹੀਂ ਮੈਂ ਇੰਟਰਵਿਊ ਦੇ ਵਿੱਚ ਜ਼ਰੂਰ ਮੈਂਸ਼ਨ ਕਰਦਾ। ਉਹਨਾਂ ਨੇ ਸਾਨੂੰ ਵਾਰ-ਵਾਰ, ਸਾਡੇ ਚੈਨਲ ਨੂੰ ਵਾਰ-ਵਾਰ ਉਹਨਾਂ ਦੀ ਰਿਕੁਐਸਟ ਆਈ ਬਾਈ ਜੀ ਪਰਿਵਾਰ ਦੀ ਇੰਟਰਵਿਊ ਕਰਨ ਦੇ ਲਈ। ਉਹ ਜੀਰੇ ਤੋਂ ਨਿਤਰਸੇਨ ਵੀ ਮੇਰੇ ਨਾਲ ਵੀ ਫੋਨ 'ਤੇ ਗੱਲਬਾਤ ਹੁੰਦੀ ਰਹਿੰਦੀ ਆ। ਅਤੇ ਤੁਸੀਂ ਸਰੋਤਿਆਂ ਦੀ ਵੀ ਗੱਲ ਕੀਤੀ ਹੈ, ਕਿਹੜੇ ਲਫ਼ਜ਼ਾਂ ਨਾਲ, ਕਿਹੜੇ ਸ਼ਬਦਾਂ ਨਾਲ ਉਹਨਾਂ ਨੂੰ ਨਵਾਜਾਂ, ਕਿਹੜੇ ਸ਼ਬਦਾਂ ਨਾਲ ਉਹਨਾਂ ਦਾ ਧੰਨਵਾਦ ਕਰਾਂ, ਜਿਹੜੇ 20 ਸਾਲ ਦੇ ਵਿਛੋੜੇ ਨੂੰ ਵੀ ਅੱਜ ਤਾਜ਼ਾ ਰੱਖਿਆ। ਸਾਡੇ ਗੀਤਾਂ ਨੂੰ ਹਲੇ ਉਨਾ ਹੀ ਪਿਆਰ ਦਿੰਦੇ ਆ, ਗੁਣ ਗਣਾਉਂਦੇ ਆ। ਜੇ ਕਿਤੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਮੇਰੀਆਂ ਰਿਸ਼ਤੇਦਾਰੀਆਂ ਦੇ ਵਿੱਚ, ਅੱਜ ਵੱਡੇ ਹੋਏ, ਅੱਜ ਮੈਨੂੰ ਉਹ ਗੀਤ ਗੁਣਗੁਣਾ ਕੇ ਸੁਣਾਉਂਦੇ ਆ। ਅਤੇ ਸਰੋਤਿਆਂ ਲਈ ਤਾਂ ਸਾਡੇ ਕੋਲ ਕਿ ਜੋ ਕੁਛ ਮੇਰਾ ਮੁਝ ਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਉੱਪਰ ਵਾਲੇ ਨੇ ਸਾਡੇ ਸਰੋਤੇ ਬਣਾਏ ਤਾਂ ਅਸੀਂ ਕਲਾਕਾਰ ਬਣੇ ਜੀ। ਸਰੋਤਿਆਂ ਦਾ ਅਸੀਂ ਦੇਣ ਹੀ ਨਹੀਂ ਦੇ ਸਕਦੇ। ਸਰੋਤੇ ਸਾਡਾ ਰੱਬ ਨੇ, ਕਿਉਂਕਿ ਸਾਡੇ ਸਰੋਤੇ ਸੀ, ਸਰੋਤੇ ਹੀ ਨੇ, ਸਰੋਤੇ ਹੀ ਰਹਿਣਗੇ। ਜੀ ਬਿਲਕੁਲ ਜੀ। ਅਤੇ ਮੇਰੇ ਕੋਲ ਕੋਈ ਲਫ਼ਜ਼ ਨਹੀਂ, ਮੈਂ ਸਰੋਤਿਆਂ ਨੂੰ ਕੋਈ ਉਹਨਾਂ ਦਾ ਕਿਹੜੇ ਢੰਗ ਨਾਲ ਧੰਨਵਾਦ ਕਰਾਂ। ਪਰਮਾਤਮਾ ਅੱਗੇ ਬੇਨਤੀ ਕਰਦਾ ਉਹਨਾਂ ਨੂੰ ਚੜ੍ਹਦੀ ਕਲਾ ਅਤੇ ਸਾਡੇ ਸਾਹਿਬ ਨਾਲ ਲਗਾਅ ਬਣਾ ਕੇ ਰੱਖਣ ਦੀ ਕਿਰਪਾਲਤਾ ਕਰਨ ਪਰਮਾਤਮਾ ਉਹਨਾਂ 'ਤੇ।
ਕੋਈ ਗੱਲ ਨਹੀਂ, ਹੈਗਾ ਬਾਬਲੀ ਗੋਸਾ ਉੱਦਾਂ ਦੇ ਗੀਤ, ਫਿਰ ਹੰਬਲਾ ਮਾਰਾਂਗੇ। ਜੀ ਜੀ ਹਥਿਆਰ ਰੱਖੀ ਨੇ, ਚਲਾਉਣੇ ਤਾਂ ਨਹੀਂ ਭੁੱਲੇ। ਜੀ ਜੀ ਵਾਹ ਜੀ ਵਾਹ। ਫਿਰ ਉਦਮ ਕਰਾਂਗੇ, ਟੀਮ ਬਣਾਵਾਂਗੇ। ਇਹਦੇ 'ਚੋਂ ਵੀ ਅਸੀਂ ਉਹ ਲੁੱਕ ਹੈਗੀ, ਸਾਰੇ ਟੋਟਲ ਲੁੱਕ ਉਹੀ ਹੈ। ਅਸੀਂ ਉਹਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਾਂਗੇ, ਪ੍ਰਮੋਟ ਕਰਾਂਗੇ, ਐਡ ਕਰਾਂਗੇ, ਲੋਕਾਂ ਤੱਕ ਪਹੁੰਚਾਵਾਂਗੇ, ਨਵਾਂ ਮੈਟਰ ਪਹੁੰਚਾਵਾਂਗੇ। ਅਸੀਂ ਸਰੋਤਿਆਂ ਨਾਲ ਹੁਣ ਜੁੜਾਂਗੇ ਜੀ ਕਿਉਂਕਿ ਪਹਿਲਾਂ ਬੱਚਿਆਂ ਦੀ ਪੜ੍ਹਾਈ ਦਾ ਫਿਕਰ ਸੀ। ਚਲੋ ਗੁੱਡੀ ਸਾਡਾ ਫਰਜ਼ ਬਣਦਾ ਸੀ, ਬਹੁਤ ਹੀ ਵਧੀਆ ਪਰਿਵਾਰ 'ਚ ਮੈਰਿਜ ਹੋਈ ਹੈ, ਇਹ ਨਵੀਂ ਹੈ, ਇਹਨੂੰ ਅਸੀਂ ਇਸ ਲਾਈਨ ਤੋਂ ਚਲੋ ਅਸੀਂ ਨਹੀਂ, ਇਹਦੀ ਤਕਦੀਰ ਨੇ ਇੱਧਰ ਨਹੀਂ ਪੈਣ ਦਿੱਤਾ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਦੇ ਦੋਵੇਂ ਲੜਕਿਆਂ ਦੇ ਬਰਾਬਰ ਤੀਜਾ ਲੜਕਾ ਮੰਨ ਕੇ ਏਜੰਸੀ ਕਰਵਾਈ ਹੈ। ਆਹ ਘਰ ਵੀ ਇਹਨਾਂ ਦੀ ਬਦੌਲਤ, ਇਹਨਾਂ ਤੋਂ ਹੀ ਮਿਲਿਆ। ਇਹਨਾਂ ਨੇ, ਅਸੀਂ ਤਾਂ ਕਦੇ ਕਦਾਈ ਆਉਣ ਵਾਲੇ ਸੀ, ਸਾਡੇ ਬੱਚਿਆਂ ਨੂੰ ਪਸੀਨਾ ਵੀ ਨਹੀਂ ਆਉਣ ਦਿੱਤਾ। ਜੀ ਇਹਨਾਂ ਲਈ ਵੀ ਅਸੀਂ ਕਰਜ਼ਦਾਰ ਹਾਂ, ਸਾਰੀ ਜ਼ਿੰਦਗੀ ਕਰਜ਼ਦਾਰ ਰਵਾਂਗੇ ਇਹਨਾਂ ਦੇ। ਪਰ ਇਹਨਾਂ ਨੇ ਪਿਆਰ ਦਿਖਾਇਆ, ਇਹਨਾਂ ਨੇ ਪਿਆਰ 'ਚ ਕੀਤਾ ਜੋ ਕੁਝ ਕੀਤਾ ਹੈ, ਪਰ ਅਸੀਂ ਅਹਿਸਾਨ ਮੰਨਦਾ ਜੀ ਇਹ ਵੀ ਸਾਨੂੰ ਰੱਬ ਨਾਲੋਂ ਘੱਟ ਨਹੀਂ ਹੈਗੀ। ਜੀ। ਜਿਨ੍ਹਾਂ ਨੇ, ਇਹਨਾਂ ਦੇ ਜ਼ਰੀਏ ਅਸੀਂ ਇੱਥੇ ਆਏ, ਇਹਨਾਂ ਨੇ ਬੱਚੇ ਸਾਹਮਣੇ, ਸ਼ਾਇਦ ਉਹ ਸਾਡੇ 'ਤੇ ਹਾਦਸਾ ਇੱਦਾਂ ਦਾ ਸੀ, ਕੁਛ ਵੀ ਹੋ ਸਕਦਾ ਸੀ। ਬਿਲਕੁਲ। ਬੱਚੇ ਰਾਜਸਥਾਨ ਵੀ ਜਾ ਸਕਦੇ, ਨਾਨਕੇ ਵੀ ਜਾ ਸਕਦੇ, ਕੁਛ ਵੀ। ਉਹ ਸਾਡਾ ਹਾਦਸਾ ਸਹਿ ਸੀਗਾ, ਸਹਿਣਯੋਗ ਨਹੀਂ ਸੀ। ਬਿਲਕੁਲ ਜੀ। ਇਹ ਬੈਠੇ ਨੇ ਭਾਗਾਂ ਵਾਲੇ ਜਿਨ੍ਹਾਂ ਨੇ ਬੁੱਕਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਲੈਤਾ, ਉਸੇ ਜਗ੍ਹਾ ਦੇ ਵਿੱਚ, ਉਸੇ ਥਾਂ ਦੇ ਵਿੱਚ ਤਰੱਕੀ ਕਰਵਾਈ। ਇਹ ਵੀ ਸਾਡੀ ਬਹੁਤ ਮਾਤਾ ਜੀ, ਤੁਹਾਡੇ ਤੋਂ ਵੀ ਮੈਂ ਜਾਂਦਾ ਜਾਂਦਾ ਸੰਦੇਸ਼ ਜ਼ਰੂਰ ਲਵਾਂਗਾ। ਸਭ ਤੋਂ ਪਹਿਲਾਂ ਤਾਂ ਸਰੋਤਿਆਂ ਵੱਲੋਂ, ਸਾਡੀ ਟੀਮ ਵੱਲੋਂ ਤੁਹਾਨੂੰ, ਤੁਹਾਡਾ ਸ਼ੁਕਰੀਆ ਵੀ ਅਦਾ ਕਰਦੇ ਹਾਂ, ਤੁਹਾਨੂੰ ਸਲਾਮ ਵੀ ਕਰਦੇ ਹਾਂ, ਤੁਹਾਨੂੰ ਸਲੂਟ ਵੀ ਕਰਦੇ ਹਾਂ ਜੋ ਤੁਸੀਂ ਮੇਜਰ ਬਾਈ ਜੀ ਹੋਰਾਂ ਦੇ ਪਰਿਵਾਰ ਦੇ ਲਈ ਕੀਤਾ। ਤੁਸੀਂ ਜਾਂਦੇ ਜਾਂਦੇ ਚੰਦ ਸ਼ਬਦਾਂ ਦੇ ਵਿੱਚ ਸਾਡੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ? ਮੇਜਰ ਬਾਈ ਨੂੰ ਜਿਹੜੇ ਪਿਆਰ ਕਰਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਬਹੁਤ ਬਹੁਤ ਸ਼ੁਕਰੀਆ ਜੀ ਉਹਨਾਂ ਦਾ ਜੋ ਪਿਆਰ ਕਰਦੇ ਨੇ। ਅਸੀਂ ਕਹਾਂਗੇ ਜੀ ਸਾਡਾ ਪਰਿਵਾਰ ਇਕਮੁੱਠ ਹੋ ਕੇ ਜੁੜਿਆ ਰਹੇ। ਇਹ ਪਰਿਵਾਰ ਮੇਰਾ ਆਪਦਾ ਪਰਿਵਾਰ ਆ ਜੀ। ਮੈਂ ਸਾਰੀ ਤੁਹਾਡੀ ਟੀਮ ਦੇ ਸਾਰੇ ਸਰੋਤਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜੀ, ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਰਹਾਂਗੇ ਜੀ। ਜੀ ਜੀ। ਸੋ ਦਿਲ ਤਾਂ ਨਹੀਂ ਕਰਦਾ ਮਾਨ ਸਾਹਿਬ ਕਿ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਮੁਕਾਈਏ, ਕਿਉਂਕਿ ਗੱਲਾਂ ਬੜੀਆਂ ਲੰਮੀਆਂ, ਫਿਰ ਮੁਲਾਕਾਤ ਬੜੀ ਲੰਬੀ ਹੋ ਜਾਣੀ ਆ। ਸੋ ਮੈਂ ਹੁਣ ਵਿਦਾ ਲੈਣਾ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੁਸੀਂ ਅੱਜ। ਜੀ ਜੀ। ਮੈਂ ਵੀ RMB ਚੈਨਲ ਦਾ, ਤੁਹਾਡੀ ਸਾਰੀ ਟੀਮ ਦਾ, ਜੋ ਇਹ ਮੁਲਾਕਾਤ ਦੇਖ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ 'ਚੋਂ ਸਾਡੇ ਪਰਿਵਾਰ ਵੱਲੋਂ, ਸਾਡੇ ਵੱਲੋਂ ਤੁਹਾਡਾ, ਤੁਸੀਂ ਇੱਥੇ ਚੱਲ ਕੇ ਆਏ, ਤੁਹਾਡਾ ਹਰ ਕਦਮ ਸਾਡੇ ਸਿਰ ਮੱਥੇ। ਜੀ ਆਇਆਂ ਨੂੰ, ਮੋਸਟ ਵੈਲਕਮ। ਸਰੋਤਿਆਂ ਨੂੰ ਫਿਰ ਬੇਨਤੀ ਕਰਦਾ, ਜੁੜੇ ਰਹੋ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਜੀ ਜੀ। ਪਰਮਾਤਮਾ ਸਭ ਵਧੀਆ ਕਰੂਗਾ, ਜੋ ਕਰੂਗਾ। ਇਹ ਲਾਈਨ ਨਾਲ ਆਪਾਂ ਦੁਬਾਰਾ ਜੁੜਾਂਗੇ, ਕਿਸੇ ਹੋਰ ਜ਼ਰੀਏ ਜੁੜਾਂਗੇ ਜੀ ਜੀ। ਅਤੇ ਨਵਾਂ ਕੁਛ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਇੱਕ ਅਗਲੇ ਵਾਰ ਆਪਾਂ ਕੋਈ ਇਹਨਾਂ ਦੀਆਂ ਹੋਰ ਗੱਲਾਂ ਦੇ ਉੱਤੇ ਇੰਟਰਵਿਊ ਕਰਾਂਗੇ। ਆਪਾਂ 6 ਮਹੀਨੇ ਸਾਲ ਬਾਅਦ ਆਪਾਂ ਜੁੜਦੇ ਰਹੀਏ। ਤੁਹਾਨੂੰ ਵੀ ਬੇਨਤੀ ਕਰਦਾ, ਜੀ ਜੀ ਜੀ। ਠੀਕ ਹੈ ਨਾ? ਭਾਵੇਂ ਤੁਸੀਂ 10 ਸਾਲ ਜੁੜਦੇ ਰਹੋ, ਜੀ ਜੀ। 10 ਸਾਲ ਯਾਦਾਂ ਨਹੀਂ ਮੁੱਕਣੀਆਂ। ਵਧੀਆ। ਅਸੀਂ ਤਾਂ ਬਾਈ ਜੀ ਤੁਹਾਡੇ ਹੁਕਮ ਤੇ ਬੱਝੇ ਹਾਂ, ਅਸੀਂ ਉਦੋਂ ਭਾਗਾਂ ਵਾਲੇ ਮੰਨਾਂਗੇ, ਕਿਉਂਕਿ ਬਾਈ ਜੀ ਹੋਰਾਂ ਦੀਆਂ ਜਿੰਨੀਆਂ ਗੱਲਾਂ ਅਸੀਂ ਸਰੋਤਿਆਂ ਦੇ ਰੂਬਰੂ ਕਰੀਏ ਉਨੀਆਂ ਥੋੜ੍ਹੀਆਂ ਨੇ। ਸਾਨੂੰ ਸਿਰਫ ਇੱਕ ਹੁਕਮ ਕਰਿਓ, ਅਸੀਂ ਭੱਜੇ ਭੱਜੇ ਤੁਹਾਡੇ ਕੋਲ ਆਵਾਂਗੇ। ਸੋ ਹੁਣ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ ਸਮਾਂ ਦਿੱਤਾ। ਸੋ ਦੋਸਤੋ, ਅਸੀਂ ਬਾਈ ਮੇਜਰ ਰਾਸਤਾਨੀ ਹੋਰਾਂ ਦੇ ਪਰਿਵਾਰ, ਉਹਨਾਂ ਦੇ ਕਰੀਬੀ। ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿੱਦਾਂ ਦਾ ਲੱਗਿਆ। ਖਾਸ ਮੁਲਾਕਾਤ ਦੇ ਵਿੱਚ ਬੜੀ ਜਲਦੀ ਮਿਲਾਂਗੇ ਕਿਸੇ ਹੋਰ ਖਾਸ ਸ਼ਖਸੀਅਤ ਦੇ ਨਾਲ। ਉਦੋਂ ਤੱਕ ਆਪਣੇ ਦੋਸਤ ਜਸ ਗਰੇਵਾਲ ਨੂੰ ਦਿਓ ਇਜਾਜ਼ਤ। ਧੰਨਵਾਦ।